मैं श्री तारा थोड़ा स्पेशल शो डॉक्टर राज बेज के नाल एवरी ट्यूजडे 11 ਤੋਂ 12 ਵਜੇ ਪਲੀਜ਼ ਮੈਂ ਬਿਫੋਰ ਡਾਕਟਰ ਰਾਜ ਜੀ ਸਵਾਗਤ ਕਰੀਏ ਮੈਂ ਥੋੜਾ ਜਿਹਾ ਬਹੁਤਾ ਦੱਸ ਦਵਾਂ ਕਿ ਪਲੀਜ਼ ਤੁਸੀਂ ਸ਼ੋਅ ਦੇ ਦਰਮਿਆਨ ਕਾਲ ਕਰੋ ਮੈਂ ਹਮੇਸ਼ਾ ਕਹਿੰਦਾ ਕਿ ਬੜਾ ਅੱਛਾ ਲੱਗਦਾ ਜਦੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੈ ਨਹੀਂ ਹੈ ਕਾਲ ਤੁਸੀਂ ਸ਼ੋਅ ਬਾਰੇ ਗੱਲ ਕਰਨੀ ਚਾਹੁੰਦੇ ਆ ਅੱਛਾ ਲੱਗਦਾ ਕਿ ਸਾਨੂੰ ਕੋਈ ਨਾ ਕੋਈ ਟੌਪਿਕ ਮਿਲਦਾ ਗੱਲ ਕਰਨ ਦਾ ਉਹ ਜਿਹੜੀ ਤੁਸੀਂ ਬਿਮਾਰੀ ਡਿਸਕਸ ਕਰਦੇ ਹੋਰ ਲੋਕਾਂ ਨੂੰ ਵੀ ਉਹਨਾਂ ਬਿਮਾਰੀਆਂ ਹੁੰਦੀਆਂ ਤੇ ਉਹਨਾਂ ਨੂੰ ਵੀ ਜਵਾਬ ਮਿਲ ਜਾਂਦਾ ਤੁਹਾਡੇ ਕੁਐਸਚਨ ਦੇ ਨਾਲ ਸੋ ਬੜਾ ਫਾਇਦਾ ਹੋ ਜਾਂਦਾ ਤੇ ਸ਼ੋਅ ਜ਼ਰਾ ਲਾਈਵਲੀ ਹੋ ਜਾਂਦਾ ਤੇ ਬੜਾ ਮਜ਼ਾ ਆਉਂਦਾ ਸ਼ੋਅ ਕਰਨ ਦਾ ਵੀ ਉਮੀਦ ਰੱਖਦਾ ਕਿ ਤੁਸੀਂ ਸ਼ੋਅ ਦੇਖੋਗੇ ਔਰ ਤੁਸੀਂ ਕਾਲ ਕਰੋਗੇ ਜਿਹਦੇ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋਇਆ चलो मैं शो अगे लैके डॉक्टर का स्वागत करके असीं अगे जाते हैं डॉक्टर जी वाहिगुरू जी का खालसा वाहिगुरू जी की फतेह वाहिगुरू जी का खालसा वाहिगुरू जी की फतेह भाजी मैं फिर पूछ लेना थोड़ा हाल की है पर फायदा तो है नहीं है चढ़दी कला जी चढ़दी कला ने बहुत चंगी गल है भाजी तुसी चढ़दी कला रहोगे तो बाकी जेडे देखते ताई हो रहेंगे ना सही गल है सही गल है जे सारा डॉक्टर ही बीमार होके बैठ गया ये तो काम मुश्किल हो जाना हाँ जी हाँ जी सो डॉक्टर ने चढ़दी कला च रहना ही पैंदा पर आम लोग समझते कि डॉक्टर बीमार नहीं होंगे दैट्स राइट इदां समझदे ਆਪੇ ਕਹਿੰਦੇ ਤੁਹਾਡੇ ਕੋਲ ਤਾਂ ਸਾਰੀਆਂ ਦਵਾਈਆਂ ਪਈਆਂ ਤੁਸੀਂ ਕਿੱਦਾਂ ਬਿਮਾਰ ਹੋ ਗਏ ਪਰ ਫਿਰ ਵੀ ਡਾਕਟਰ ਵੀ ਇਨਸਾਨ ਹੀ ਆ ਨਹੀਂ ਪਤਾ ਕੀ ਬੜਾ ਮੁਸ਼ਕਿਲ ਹੈ ਜਦੋਂ ਬੰਦਾ ਬਿਮਾਰ ਹੁੰਦਾ ਕਿ ਲੋਕ ਬੜੇ ਇਕੱਲੇ ਰਹਿੰਦੇ ਨੇ ਹਸਬੈਂਡ ਵਾਈਫ ਨੇ ਜਾਂ ਇਕੱਲਾ ਹਸਬੈਂਡ ਹੈ ਜਾਂ ਇਕੱਲੀ ਵਾਈਫ ਹੈ ਮਜਬੂਰੀਆਂ ਹੁੰਦੀਆਂ ਨੇ ਬੜਾ ਮੁਸ਼ਕਿਲ ਹੁੰਦਾ ਜਦੋਂ ਬਿਮਾਰੀ ਹੁੰਦੀ ਹੈ ਪਲੀਜ਼ ਅਕਾਲ ਚੈਨਲ ਦੇਖਿਆ ਕਰੋ ਹਰ ਤਰ੍ਹਾਂ ਦੀ ਟੌਪਿਕ 'ਤੇ ਅਸੀਂ ਗੱਲ ਕਰਦੇ ਹਾਂ ਸਟਰੋਂਗ ਰਹੋ ਆਪਣਾ ਬਿਲਕੁਲ ਪੋਜ਼ੀਟਿਵ ਸੋਚੋ ਤੇ ਕਹਿਣਾ ਬੜਾ ਸਿਖਾਉਂਦਾ ਹੁੰਦਾ ਕਰਨਾ ਮੁਸ਼ਕਿਲ ਹੈ ਪਰ ਕੋਈ ਚੋਇਸ ਨਹੀਂ ਕੋਈ ਹਿੱਲਾ ਨਹੀਂ ਹੁੰਦਾ ਸਾਨੂੰ ਕਰਨਾ ਹੀ ਪੈਂਦਾ ਹੈ ਡਾਕਟਰ ਜੀ ਆਪਾਂ ਬਿਫੋਰ ਸ਼ੋ ਅੱਗੇ ਜਾਣ ਤੋਂ ਮੇਰੇ ਪਾਸ ਦੋ ਸਵਾਲ ਹੈਗੇ ਨੇ ਜਿਹੜਾ ਉਹ ਵੀ ਮੈਨੂੰ ਬੜਾ ਅੱਛਾ ਲੱਗਦਾ ਕਿ ਤੁਸੀਂ ਮੈਨੂੰ ਕਾਲ ਕਰਕੇ ਪਹਿਲਾਂ ਦੱਸ ਦਿੰਦੇ ਹੋ ਆਲਵੇਜ਼ ਮੈਨੂੰ ਇੱਕ ਦਿਨ ਜਾਂ ਸੇਮ ਡੇ ਤੁਸੀਂ ਮੈਨੂੰ ਦੱਸ ਦਿਆ ਕਰੋ ਕਿ ਕੋਈ ਸਵਾਲ ਹੈਗਾ ਤੇ ਔਨ योर बिहाफ में पूछ सकता है अगर जो तुम कॉल करो तो बैटर है क्योंकि डॉक्टर ने थोड़े बहुत गल्लां पूछनी होंगी मैं सारा तो नहीं पता जो तुम पूछोगे पर एटलीस्ट तुम थोड़ा बहुत वो बारे दस सकते हो डॉक्टर जी जरा अनीमिया हैगा हुण वो बंदा कहता कि मेरी डाइट बड़ी चंगी है कि मैं लगता सी मैं बड़ा फिट आदमी हाँ प्रॉपर डाइट उन्हें जो भी ग्रीन फ्रूट वैजीटेबल जो खाना खाते है ने ਤੇ ਉਹਨੇ ਬਲੱਡ ਟੈਸਟ ਹੋਏ ਤੇ ਉਹਨੂੰ ਦੱਸਿਆ ਕਿ ਉਹਦੇ ਨਾਲ ਹੀ ਸਫਰਿੰਗ ਫਰਮ ਅਨੀਮੀਆ ਹਾਂਜੀ ਹਾਂਜੀ ਇਹ ਪਹਿਲਾਂ ਕੀ ਚੀਜ਼ ਹੈਗੀ ਹੈ ਵਾਟ ਇਜ਼ ਇਟ ਹਾਂਜੀ ਸੋ ਅਨੀਮੀਆ ਦਾ ਮਤਲਬ ਹੋ ਸਕਦਾ ਵੀ ਜਿਹੜੇ ਰੈੱਡ ਬਲੱਡ ਸੈਲਸ ਆ ਉਹਨਾਂ ਦੀ ਘਾਟ ਆ ਹਾਂਜੀ ਸੋ ਉਹ ਫਿਰ ਖੂਨ ਘੱਟ ਬਣਦਾ ਆ ਤੇ ਇਸ ਕਰਕੇ ਤੁਹਾਡਾ ਰੰਗ ਵੀ ਥੋੜਾ ਜਿਹਾ ਪੀਲਾ ਜਿਹਾ ਹੋ ਸਕਦਾ ਆ ਫਿੱਕਾ ਜਿਹਾ ਹੋ ਸਕਦਾ ਹੈ ਤੇ ਥਕਾਵਟ ਮਹਿਸੂਸ ਕਰਦਾ ਬੰਦਾ ਅੱਛਾ ਦੈਟਸ ਅ ਸਿੰਪਟਮ ਹਾਂ ਖਾਸ ਕਰਕੇ ਇਹ ਹੁੰਦਾ ਪਈ ਟਾਇਰਡਨੈਸ ਥਕਾਵਟ ਤੇ ਦਿਲ ਨਹੀਂ ਕਰਦਾ ਕੁਝ ਕਰਨੇ ਨੂੰ ਤੇ ਇੱਦਾਂ ਵੀ ਚੱਕਰ ਵੀ ਆ ਸਕਦਾ ਹੈ ਕਰਕੇ ਬਲੱਡ ਪ੍ਰੈਸ਼ਰ ਵੀ ਘੱਟ ਸਕਦਾ ਨਾਲ ਕਿ ਪੂਰੀ ਆਕਸੀਜਨ ਨਹੀਂ ਪਹੁੰਚਦੀ ਹੈਗੀ ਤੇ ਉਹ ਫਿਰ ਥੋੜ੍ਹਾ ਜਿਹਾ ਡਿਜ਼ੀਨੈਸ ਵੀ ਹੋ ਸਕਦਾ ਹੈ ਤੇ ਇਹਦੀ ਵਜ੍ਹਾ ਕਈ ਵਜ੍ਹਾ ਹੋ ਸਕਦੀਆਂ ਅਨੀਮੀਆ ਦੀਆਂ ਇੱਕ ਵਜ੍ਹਾ ਨਹੀਂ ਹੈਗੀ ਤੇ ਉਹ ਤਾਂ ਜਦੋਂ ਬਲੱਡ ਟੈਸਟ ਤੁਸੀਂ ਕਰਾਉਂਦੇ ਆ ਤੇ ਉਹਦੇ ਵਿੱਚ ਅਨੀਮੀਆ ਆਉਂਦੀ ਆ ਤੇ ਫਿਰ ਉਹ ਹੋਰ ਟੈਸਟ ਕਰਨਗੇ ਤੇ ਲੋਕੇਟ ਕਰਨਾ ਵੀ ਐਗਜ਼ੈਕਟਲੀ ਕੀ ਪ੍ਰੋਬਲਮ ਹੈ ਚੀਜ਼ ਹੈ ਪਹਿਲਾਂ ਤਾਂ ਪਤਾ ਲੱਗਦਾ ਕਿ ਉਹ ਅਨੀਮੀਆ ਹਾਂਜੀ ਦੈਟਸ ਰਾਈਟ ਫਿਰ ਉਹਦੀ ਵਜ੍ਹਾ ਲੱਭਣਗੇ ਉਸ ਤੋਂ ਬਾਅਦ ਤੇ ਮੋਸਟਲੀ ਜਿਹੜਾ ਸਭ ਤੋਂ ਕਾਮਨ ਆ ਉਹ ਸਿਰਫ ਇਹੀ ਹੁੰਦਾ ਵੀ ਆਇਰਨ ਦੀ ਘਾਟ ਹੁੰਦੀ ਆ ਹਾਂਜੀ ਮੋਸਟਲੀ ਇਹ ਖਾਸ ਕਰਕੇ ਜਿਹੜੇ ਵੈਜੀਟੇਰੀਅਨਸ ਉਹਨਾਂ ਨੂੰ ਇਹ ਪ੍ਰੋਬਲਮ ਆਉਂਦਾ ਵੀ ਆਇਰਨ ਦੀ ਘਾਟ ਹੁੰਦੀ ਆ ਤੇ ਜਦੋਂ ਆਇਰਨ ਘੱਟ ਜਾਂਦਾ ਹੈ ਫਿਰ ਆਇਰਨ ਜ਼ਰੂਰੀ ਆ ਰੈੱਡ ਬਲੱਡ ਸੈੱਲ ਬਣਨ ਲਈ ਹੈ ਨਾ ਤੇ ਜੇ ਰੈੱਡ ਬਲੱਡ ਸੈੱਲ ਇਨਫ ਨਹੀਂ ਬਣਦੇ ਹੈਗੇ ਫਿਰ ਤੁਹਾਡੀ ਆਕਸੀਜਨ ਘੱਟ ਜਾਂਦੀ ਆ ਕਿਉਂਕਿ ਰੈੱਡ ਬਲੱਡ ਸੈਲਸ ਆਕਸੀਜਨ ਪਹੁੰਚਾਉਂਦੇ ਹਰੇਕ ਸੈੱਲ ਨੂੰ ਅਤੇ ਉਹ ਫਿਰ ਜਦੋਂ ਆਕਸੀਜਨ ਘੱਟ ਜਾਂਦੀ ਫਿਰ ਉਹੀ ਅਨੀਮੀਆ ਦੇ ਜਿੱਦਾਂ ਸਿੰਪਟਮ ਆਪਾਂ ਦੱਸੇ ਆ ਉਹ ਆਉਣ ਲੱਗ ਪੈਂਦੇ ਆ ਪਰ ਵਜ੍ਹਾ ਦੀ ਕਈ ਹੋਰ ਵਜ੍ਹਾ ਹੋ ਸਕਦੀਆਂ ਪਰ ਡਾਕਟਰ ਜੀ ਆਪਣੇ ਹਿਸਾਬ ਨਾਲ ਬੰਦੇ ਨੂੰ ਲੱਗਦਾ ਕਿ ਮੈਂ ਬੜਾ ਰਿਸਪੋਂਸੀਬਲ ਹਾਂ ਡਾਈਟ ਵਾਈਜ਼ ਅਤੇ ਮੈਨੂੰ ਉਹਨੂੰ ਸ਼ੌਕ ਲੱਗਿਆ ਇੱਕਦਮ ਕਿ ਕਿੱਦਾਂ ਹੋ ਸਕਦਾ ਹਾਂਜੀ ਹਾਂਜੀ ਦੈਟਸ ਰਾਈਟ ਸੋ ਇਹਦਾ ਮਤਲਬ ਜੇ ਉਹਨਾਂ ਨੂੰ ਨਹੀਂ ਪਤਾ ਲੱਗਾ ਕੋਈ ਸਿੰਪਟਮ ਸਾਈਨ ਆਏ ਹੈਗੇ ਉਹ ਇਹਦਾ ਮਤਲਬ ਵੈਰੀ ਮਾਈਲਡ ਆ ਉਹਨਾਂ ਦਾ ਅਨੀਮੀਆ ਬਹੁਤ ਮਾਈਲਡ ਆ ਦੈਟਸ ਰਾਈਟ ਯਾ ਅਤੇ ਇਹਦਾ ਚਾਹੀਦਾ ਵੀ ਉਹਨਾਂ ਨੂੰ ਹੋਰ ਟੈਸਟ ਕਰਾ ਕੇ ਪਤਾ ਕਰ ਲੈਣ ਵੀ ਐਗਜ਼ੈਕਟਲੀ ਕੀ ਵਜ੍ਹਾ ਆ ਅਤੇ ਫਿਰ ਉਹ ਤੋਂ ਟਰੀਟਮੈਂਟ ਸ਼ੁਰੂ ਹੋ ਸਕਦੀ ਹੈ ਡਾਕਟਰ ਜੀ ਇਹਦਾ ਹੁਣ ਮੈਨੂੰ ਦੱਸੋ ਤੁਸੀਂ ਕੋਈ ਹਿੰਟ ਕੋਈ ਬੰਦਿਆਂ ਦਾ ਮੈਂ ਹਮੇਸ਼ਾ ਗੱਲ ਕਰਦੇ ਕਿਉਂਕਿ ਤਰ੍ਹਾਂ ਦਾ ਹੁੰਦਾ ਹੈ ਕਿ ਕਿਸੇ ਨੂੰ ਕੋਈ ਸੂਟ ਕਰੇਗਾ ਨਹੀਂ ਕਰੇਗਾ ਜਨਰਲੀ ਲੋਕਾਂ ਨੂੰ ਨਾ ਉਹਨੂੰ ਮੁਸੀਬਤ ਹੋਵੇ ਇਹਦੀ ਅਨੀਮੀਆ ਦੀ ਕੀ ਕਰਨਾ ਚਾਹੀਦਾ ਹਾਂਜੀ ਜਿੱਦਾਂ ਆਪਾਂ ਡਾਇਟ ਦਾ ਕਹਿੰਦੇ ਹਾਂ ਵੀ ਡਾਇਟ ਵਧੀਆ ਹੋਣੀ ਚਾਹੀਦੀ ਆ ਪਰ ਕਈ ਲੋਕੀ ਕੋਈ ਸਪਲੀਮੈਂਟਸ ਨਹੀਂ ਲੈਂਦੇ ਹੈਗੇ ਵਿਟਾਮਿਨਸ ਨਹੀਂ ਲੈਂਦੇ ਹੈਗੇ ਮਿਨਰਲਸ ਨਹੀਂ ਲੈਂਦੇ ਹੈਗੇ ਅਤੇ ਉਹਨਾਂ ਦੀ ਘਾਟ ਨਾਲ ਵੀ ਹੋ ਸਕਦਾ ਜਿੱਦਾਂ ਵਿਟਾਮਿਨ B12 ਆ ਉਹਦੀ ਘਾਟ ਹੋ ਜਾਂਦੀ ਹੈ ਅਤੇ ਉਹਦੇ ਨਾਲ ਵੀ ਅਨੀਮਿਕ ਬੰਦਾ ਫੀਲ ਕਰ ਸਕਦਾ ਹੈ ਕਿਉਂਕਿ B12 ਜਿਹੜਾ ਇਹ ਵੈਜੀਟੇਰੀਅਨ ਖਾਣੇ ਵਿੱਚ ਘੱਟ ਹੁੰਦਾ ਆ ਸੋ ਇਹ ਜੇ ਤੁਸੀਂ ਕੋਈ ਵਿਟਾਮਿਨ ਮਿਨਰਲ ਸਪਲੀਮੈਂਟ ਲੈਂਦੇ ਆ ਉਹਦੇ ਵਿੱਚ ਜ਼ਰੂਰੀ B12 ਹੋਣਾ ਚਾਹੀਦਾ ਹੈ ਹਾਂਜੀ ਸੋ ਹੋਰ ਫੋਲਿਕ ਐਸਿਡ ਆ ਉਹ ਵੀ ਜਿਹੜੀਆਂ ਹਰੀਆਂ ਸਬਜ਼ੀਆਂ ਹਰੀਆਂ ਚੀਜ਼ਾਂ ਆ ਉਹਨਾਂ ਵਿੱਚ ਜ਼ਿਆਦਾ ਹੁੰਦਾ ਫੋਲਿਕ ਐਸਿਡ
ਤੇ ਉਹ ਵੀ ਘਟ ਜੇ ਬਈ ਉਹਦੇ ਨਾਲ ਵੀ ਐਨੀਮਿਕ ਹੋ ਸਕਦਾ ਬੰਦਾ। ਸੋ ਕਈ ਕਾਜ਼ਸ ਹੈਗੇ ਐਨੀਵੇ, ਇੱਕ ਕਾਜ਼ ਨਹੀਂ ਹੈਗਾ। ਤੇ ਡਾਕਟਰ ਜੀ ਇੱਕ ਗੱਲ ਮੇਰੇ ਹੁਣ ਦਿਮਾਗ 'ਚ ਆ ਰਹੀ, ਇੱਕ ਹੋਰ ਸਵਾਲ ਮੈਂ ਤੁਹਾਨੂੰ ਪੁੱਛਣਾ, ਲੇਕਿਨ ਇਹਦੇ ਨਾਲ ਹੀ ਨਾਲ ਟੌਪਿਕ 'ਚ ਹੈਗਾ। ਕਈ ਬਿਮਾਰੀਆਂ ਹੈਗੀਆਂ ਕਿ ਬਾਰੇ ਦੱਸਿਆ ਜਾ ਰਿਹਾ ਐਥਨਿਕ ਗਰੁੱਪ ਦੇ ਵਿੱਚ ਜ਼ਿਆਦਾ ਹੈਗੀਆਂ, ਡਾਇਬੀਟੀਜ਼ ਦੀ ਤੁਸੀਂ ਗੱਲ ਕਰ ਲਓ, ਕਿਉਂਕਿ ਲਾਈਫ ਸਟਾਈਲ ਤੇ ਪਾ ਦਿੰਦੇ ਨੇ ਇਹ, ਬਲੱਡ ਪ੍ਰੈਸ਼ਰ ਦੀ ਗੱਲ ਕਰ ਲਓ ਤੁਸੀਂ, ਇਹਦੀ ਗੱਲ ਕਰ ਲਓ ਤੁਸੀਂ, ਅਨੀਮੀਆ ਹੋਣਾ, ਤੁਸੀਂ ਫਿਰ ਉਹਦੀ ਦੂਸਰਾ ਵਿਟਾਮਿਨ D12। ਹਾਂਜੀ, ਦੈਟਸ ਰਾਈਟ। ਅਸੀਂ ਕਿਉਂਕਿ ਜਿੱਦਾਂ ਹੁਣ ਸਾਡਾ ਇਮਿਊਨ ਸਿਸਟਮ ਵੀਕ ਹੁੰਦਾ, ਕਿਉਂਕਿ ਜਿੱਦਾਂ ਤੁਸੀਂ ਕਿਹਾ ਸਪਲੀਮੈਂਟ ਨਹੀਂ ਲੈਂਦੇ, ਜਦੋਂ ਉਮਰ ਦੇ ਮੁਤਾਬਿਕ ਉਹ ਚੀਜ਼ਾਂ ਨੂੰ ਸਪਲੀਮੈਂਟ ਲੈਣ ਦੀ ਲੋੜ ਹੈਗੀ ਆ ਆਪਣਾ ਇਮਿਊਨ ਸਿਸਟਮ ਵਧਾਉਣ ਲਈ। ਅਸੀਂ ਧੁੱਪੇ ਨਹੀਂ ਬੈਠਦੇ ਤੇ ਉਹਦੇ ਕਰਕੇ ਉਹ ਵੀ ਗੋਲੀਆਂ ਖਾਣੀਆਂ ਪੈਂਦੀਆਂ। ਹਾਂਜੀ, ਵਿਟਾਮਿਨ D ਜ਼ਰੂਰੀ ਚਾਹੀਦੀ ਆ, ਕਿਉਂਕਿ ਇਸ ਮੁਲਕ ਵਿੱਚ ਧੁੱਪ ਬਹੁਤ ਥੋੜ੍ਹੀ ਆ, ਤੇ ਜਿਹੜੀ ਹੈਗੀ ਵੀ ਉਹ ਅਸੀਂ ਬਾਹਰ ਘੱਟ ਨਿਕਲਦੇ ਆ, ਅੰਦਰ ਜ਼ਿਆਦਾ ਰਹਿੰਦੇ ਆ, ਤੇ ਉਹ ਵਿਟਾਮਿਨ D ਦੀ ਘਾਟ ਪੈ ਜਾਂਦੀ ਆ। ਕਰਕੇ ਵਿਟਾਮਿਨ D ਬਣਦੀ ਹੈਗੀ ਸਨਲਾਈਟ ਦੇ ਨਾਲ, ਜਦੋਂ ਸਕਿਨ ਤੇ ਪੈਂਦੀ ਆ ਤੇ ਸਕਿਨ ਵਿੱਚ ਵੀ ਪੈਦਾ ਹੁੰਦੀ ਵਿਟਾਮਿਨ D, ਤੇ ਉਹ ਸਪਲੀਮੈਂਟ ਇੱਥੇ ਲੈਣਾ ਪੈਂਦਾ ਇਸ ਮੁਲਕ ਵਿੱਚ। ਤੇ ਈਵਨ ਜਿਹੜੇ ਗੋਰੇ ਲੋਕ ਆ ਉਹਨਾਂ ਦਾ ਸਕਿਨ ਫੇਅਰ ਆ, ਤੇ ਫਿਰ ਵੀ ਉਹਨਾਂ ਦੀ ਵੀ ਘਾਟ ਹੋ ਜਾਂਦੀ ਆ। ਸਾਡੀ ਤਾਂ ਹੋਣੀ ਕਰਕੇ ਸਾਡਾ ਸਕਿਨ ਬਰਾਊਨ ਆ। ਅੱਛਾ, ਹੋ ਜਾਂਦੀ ਹੈ ਇਹਨਾਂ ਦੀ ਵੀ ਹੋ ਜਾਂਦੀ ਹੈ। ਦੈਟਸ ਰਾਈਟ। ਡਾਕਟਰ ਜੀ ਐਕਸਟ੍ਰੀਮ ਕੇਸ ਕੀ ਹੋ ਸਕਦਾ, ਬੁਰਾ ਕੀ ਹੋ ਸਕਦਾ? ਇਹ ਬੁਰਾ ਤਾਂ ਆਪਾਂ ਨਾ ਹੀ ਸੋਚੀਏ ਕੀ ਹੋ ਸਕਦਾ। ਹਾਂਜੀ, ਸੋ ਐਵੇਂ ਲੋਕ ਵੀ ਡਰ ਜਾਣ ਕੇ ਘਰ ਬੈਠੇ ਕੇ ਗੱਲਾਂ ਕਰਦੇ ਨੇ, ਬੁਰਾ ਕੁਝ ਨਹੀਂ ਹੋਣਾ। ਹਾਂਜੀ, ਤੇ ਥੋੜੇ ਬਹੁਤੇ ਡਾਕਟਰ ਜੀ ਇੱਕ ਮੈਂ ਜ਼ਰੂਰ ਕਮੈਂਟ ਕਰਾਂਗਾ, ਤੁਸੀਂ ਮੈਨੂੰ ਹਾਂ ਨਾ 'ਚ ਜਵਾਬ ਦੇਣਾ। ਸਾਲ 'ਚ ਇੱਕ ਅੱਧੀ ਦਫਾ ਤਾਂ ਬਲੱਡ ਟੈਸਟ ਕਰਾ ਲੈਣਾ ਚਾਹੀਦਾ। ਦੈਟਸ ਰਾਈਟ, ਕਰਾਉਣਾ ਚਾਹੀਦਾ ਚਾਹੇ ਤੁਹਾਡੀ ਮੁਸੀਬਤ ਹੈ ਜਾਂ ਨਹੀਂ। ਹਾਂਜੀ, ਐਵਰੀ ਫਿਊ ਈਅਰਸ ਐਟਲੀਸਟ ਚੈੱਕ ਕਰਾਉਣਾ ਚਾਹੀਦਾ। ਹਾਂਜੀ, ਦੈਟਸ ਰਾਈਟ, ਐਵਰੀ ਫਿਊ ਈਅਰਸ। ਹਾਂਜੀ, ਜ਼ਰੂਰੀ ਨਹੀਂ ਹੈ, ਪਰ ਹਰੇਕ ਸਾਲ ਉਹਨਾਂ ਨੂੰ ਕਰਾਉਣਾ ਪੈਂਦਾ ਜਿਨ੍ਹਾਂ ਨੂੰ ਕੋਈ ਆਲਰੇਡੀ ਹੈਗੀ ਕੋਈ ਹੈਲਥ ਪ੍ਰੋਬਲਮ, ਤੇ ਉਹਨਾਂ ਦਾ ਚੈੱਕ ਕਰਦੇ ਤਾਂ ਤਕਰੀਬਨ ਜਿਹਨਾਂ ਥਾਇਰੋਇਡ ਪ੍ਰੋਬਲਮ ਉਹਨਾਂ ਦਾ 6 ਮਹੀਨਿਆਂ ਬਾਅਦ ਚੈੱਕ ਕਰਦੇ ਆ, ਤੇ ਜਿਹੜੇ ਐਨੀਮਿਕ ਰਹਿੰਦੇ ਉਹਨਾਂ ਦਾ ਵੀ ਚੈੱਕ ਕਰਦੇ ਰਹਿੰਦੇ ਆ। ਤੇ ਪਰ ਐਵਰੀ ਫਿਊ ਈਅਰਸ ਫਿਰ ਵੀ ਚੈੱਕ ਕਰਾ ਲੈਣਾ ਚਾਹੀਦਾ ਹੈ। ਤੇ ਜਿੱਦਾਂ ਆਪਾਂ ਕਹਿੰਦੇ ਵੀ ਬਲੱਡ ਪ੍ਰੈਸ਼ਰ ਵੀ ਐਵਰੀ ਫਿਊ ਮੰਥਸ ਚੈੱਕ ਕਰਨਾ ਚਾਹੀਦਾ ਹੈ। ਪਤਾ ਹੀ ਨਹੀਂ ਲੱਗਦਾ ਹੈਗਾ ਕਿ ਕਈਆਂ ਨੂੰ ਇਹ ਕਾਰਾਂ ਵਾਲਾ ਹਿਸਾਬ ਹੋ ਗਿਆ। ਹੁਣ ਤੁਸੀਂ ਕਾਰ ਜਾਂਦੇ ਹੋ, ਉਹਦਾ ਟਾਇਰ ਪ੍ਰੈਸ਼ਰ ਚੈੱਕ ਕਰਦੇ ਹੋ, ਤੁਸੀਂ ਫਿਊਲ ਦੇਖਦੇ ਹੋ, ਆਇਲ ਦੇਖਦੇ ਹੋ। ਹੁਣ ਤੁਸੀਂ ਘਰੋਂ ਨਿਕਲ ਆਪਣੀ ਬੋਡੀ ਦਾ ਵੀ ਚੈੱਕ ਕਰਕੇ ਜਾਓ ਸਾਰਾ। ਦੈਟਸ ਰਾਈਟ, ਕਾਰ ਦੀ MOT ਹਰੇਕ ਸਾਲ ਕਰਾਉਣੀ ਪੈਂਦੀ ਆ, ਇੱਦਾਂ ਹੀ ਆਪਣੇ ਸਰੀਰ ਦੀ ਵੀ MOT ਚਾਹੀਦੀ ਹੈ, ਟੈਸਟ ਚੈੱਕਅਪ ਕਰਾਉਣੀ ਚਾਹੀਦੀ ਹੈ। ਨਹੀਂ ਵੈਸੇ ਇਹ ਮਜ਼ਾਕ ਨਹੀਂ ਹੈਗਾ। ਜਦੋਂ ਤੁਸੀਂ ਘਰੋਂ ਜਾਂਦੇ ਹੋ ਨਾ, ਮੇਕ ਸ਼ੋਰ ਤੁਸੀਂ ਭੁੱਖੇ ਤੇ ਥਿਆਈ ਨਾ ਜਾਓ ਬਾਹਰ, ਹੈ ਮੇਕ ਸ਼ੋਰ ਤੁਸੀਂ ਪਾਣੀ ਦਾ ਇਨਟੇਕ ਲਿੱਤਾ, ਤੁਸੀਂ ਕੁਝ ਖਾਣਾ ਖਾਧਾ ਹੈਗਾ। ਕਿਉਂਕਿ ਜਦੋਂ ਤੁਸੀਂ ਬਿਲਕੁਲ ਇੱਕ ਐਮਟੀ ਸਟਮਕ ਜਾਂਦੇ ਹੋ, ਨਾ ਕੋਈ ਪਾਣੀ ਪੀਤਾ, ਉੱਥੋਂ ਦੀ ਬੋਡੀ ਨੇ ਐਨਰਜੀ ਯੂਜ਼ ਕਰਨੀ ਹੈ। ਤੁਸੀਂ ਵੱਡੀ ਉਮਰ ਦੇ ਹੈਗੇ ਹੋ, ਉਹ ਛੇਤੀ ਕੰਜ਼ਿਊਮ ਹੋ ਜਾਂਦੀ ਹੈ, ਡੀਹਾਈਡਰੇਸ਼ਨ ਹੋ ਜਾਂਦੀ ਹੈ। ਸਿਆਣਿਆਂ ਦੀ ਜ਼ਿਆਦਾ ਡੀਹਾਈਡਰੇਸ਼ਨ ਜਲਦੀ ਹੋ ਜਾਂਦੀ ਹੈ। ਦੈਟਸ ਰਾਈਟ। ਹਾਂਜੀ, ਤੇ ਪਰ ਇੱਦਾਂ ਵੀ ਜਿੱਦਾਂ ਆਪਾਂ ਕਿਹਾ ਆਪਣੇ ਡਾਇਬੀਟੀਜ਼, ਸ਼ੂਗਰ ਡਾਇਬੀਟੀਜ਼ ਆ, ਇਹ ਸਾਡੀ ਕੌਮ ਵਿੱਚ ਕਾਫੀ ਮੈਂ ਕਹਿੰਦਾ ਪਹਿਲਾਂ ਤੁਹਾਨੂੰ। ਸੋ ਇਸ ਕਰਕੇ ਇਹ ਵੀ ਚੈੱਕ ਕਰਾਉਣਾ ਚਾਹੀਦਾ, ਕਿਉਂਕਿ ਇਹਦਾ ਈਜ਼ੀ ਨਹੀਂ ਪਤਾ ਲੱਗਦਾ ਹੈ। ਜਦੋਂ ਸ਼ੁਰੂ ਹੁੰਦੀ ਹੈ ਨਾ, ਮਾਈਲਡ ਹੁੰਦੀ ਆ, ਤੇ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਮੈਨੂੰ ਸ਼ੂਗਰ ਡਾਇਬੀਟੀਜ਼ ਆ, ਤੇ ਉਹ ਪਰ ਤੁਹਾਡੇ ਔਰਗਨਸ ਨੂੰ ਅੰਦਰ ਡੈਮੇਜ ਕਰਦੀ ਰਹਿੰਦੀ ਹੌਲੀ ਹੌਲੀ। ਹਾਂਜੀ, ਸੋ ਤੁਹਾਡਾ ਕਾਰਡੀਓਵੈਸਕੂਲਰ ਸਿਸਟਮ ਡੈਮੇਜ ਹੋ ਸਕਦਾ, ਕਿਡਨੀਜ਼ ਡੈਮੇਜ ਹੋ ਸਕਦੀਆਂ, ਅੱਖਾਂ ਡੈਮੇਜ ਹੋ ਸਕਦੀਆਂ, ਪੈਰਾਂ ਦੀਆਂ ਨਾੜਾਂ। ਤੇ ਸੋ ਇੱਦਾਂ ਦੇ ਚੈੱਕ ਕਰਾਉਣਾ ਚਾਹੀਦਾ ਹੈ ਐਵਰੀ ਨਾਓ ਐਂਡ ਦੈਨ। ਹਾਂਜੀ, ਸ਼ੂਗਰ ਦੀ। ਡਾਕਟਰ ਜੀ ਮੈਂ ਅੱਗੇ ਵੀ ਸਵਾਲ ਕਰਦਾ, ਮੈਨੂੰ ਨਾਲ ਹੋਰ ਹੀ ਗੱਲਾਂ ਆ ਜਾਂਦੀਆਂ। ਜਿਹੜੇ ਡਾਇਬੀਟਿਕ ਹੁੰਦੇ ਨੇ ਬੰਦੇ, ਉਹ ਕਿਉਂ ਉਹਨਾਂ ਨੂੰ ਕ੍ਰੇਵਿੰਗ ਹੁੰਦੀ ਹੈ ਮਿੱਠਾ ਖਾਣ ਦੀ? ਹਾਲੇ ਦੂਜਾ ਬੰਦਾ ਪਰਹੇਜ਼ ਕਰ ਲੈਂਦਾ ਹੈ। ਹਾਂਜੀ, ਇੱਦਾਂ ਫਿਰ ਉਹ ਇੱਕਦਮ ਚੜ੍ਹਦੀ ਹੈ ਸ਼ੂਗਰ ਉਹਨਾਂ ਦੀ, ਇੱਕਦਮ ਘਟਦੀ ਆ। ਇੱਦਾਂ ਹੁੰਦਾ ਨਾ, ਦਿਲ ਕਰਦਾ ਕਿ ਸਟੈਡੀ ਨਹੀਂ ਰਹਿੰਦੀ ਹੈਗੀ ਉਹਨਾਂ ਸ਼ੂਗਰ ਲੈਵਲ ਜਿਹੜੀ ਆ, ਤੇ ਉਹ ਅਪ ਐਂਡ ਡਾਊਨ ਸਪਾਈਕਸ ਹੁੰਦੇ ਰਹਿੰਦੇ ਆ। ਜਦੋਂ ਇੱਕਦਮ ਘਟਦੀ ਫਿਰ ਦਿਲ ਕਰਦਾ ਵੀ ਖਾਣੀ ਪੈਣਾ ਹੁਣ ਕੁਛ, ਸੋ ਦੇ ਈਟ ਇਟ। ਉਹ ਪਰ ਜਦੋਂ ਜ਼ਿਆਦਾ ਸ਼ੂਗਰ ਖਾ ਲੈਂਦੇ ਫਿਰ ਇੱਕਦਮ ਚੜ੍ਹ ਜਾਂਦੀ ਉਹਨਾਂ ਦੀ ਸ਼ੂਗਰ ਬਲੱਡ ਵਿੱਚ, ਉਹ ਫਿਰ ਬੋਡੀ ਇਨਸੂਲਿਨ ਰਿਲੀਜ਼ ਕਰਦੀ, ਇੱਕਦਮ ਥੱਲੇ ਸੁੱਟ ਦਿੰਦੀ ਆ। ਫਿਰ ਉਹਨਾਂ ਦਿਲ ਕਰਦਾ ਵੀ ਕੁਛ ਖਾਵਾਂ। ਪਰ ਬੋਡੀ ਕਮਾਲ ਦੀ ਹੈ। ਬੰਦੇ ਨੂੰ ਜੇ ਆਪਣੀ ਬੋਡੀ ਦਾ ਨਹੀਂ ਪਤਾ ਤੇ ਕੀ ਪਤਾ ਹੋਏਗਾ ਉਹਨੂੰ। ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਥੋੜੀ ਸ਼ੂਗਰ ਖਾ ਲਾਂ, ਜਾਂ ਅੱਜ ਜ਼ਿਆਦਾ ਹੋ ਗਈ ਮੈਂ ਨਾ 2-4 ਦਿਨ ਨਾ ਖਾਵਾਂ, ਤੁਸੀਂ ਉਹਨੂੰ ਕੰਟਰੋਲ ਕਰ ਸਕਦੇ ਹੋ। ਸਰੀਰ ਥੋੜੇ ਬਹੁਤੇ ਸਾਇੰਸ ਦਿੰਦਾ ਤਾਂ ਹੈਗਾ, ਪਰ ਅਸੀਂ ਇਗਨੋਰ ਕਰ ਦਈਦਾ। ਬਿਲਕੁਲ। ਬਾਅਦ ਵਿੱਚ ਮੈਂ ਹੁਣੇ ਕਾਲਰ 'ਚ ਗੱਲ ਕੀਤੀ ਸੀ ਕਿ ਜਦੋਂ ਨਾ ਅਸੀਂ ਵੀ ਗੋਇੰ ਟੂ ਟਰਾਈ ਸਮਥਿੰਗ ਡਿਫਰੈਂਟ, ਜਦੋਂ ਤੁਸੀਂ ਕਾਲ ਕਰਦੇ ਹੋ ਸਾਡੇ ਕਾਲ ਸੈਂਟਰ ਨੂੰ, ਤੁਸੀਂ ਪਹਿਲਾਂ ਆਪਣਾ ਨਾਮ ਦੱਸ ਦਿਓ, ਫਿਰ ਮੈਨੂੰ ਤੁਹਾਡੇ ਨਾਮ ਪੁੱਛਣ ਦੀ ਲੋੜ ਨਹੀਂ ਪਏਗੀ। ਇਟ ਲੁਕਸ ਮੋਰ ਡੀਸੈਂਟ, ਮੋਰ ਪ੍ਰੋਫੈਸ਼ਨਲ ਕਿ ਅਸੀਂ ਗੋਇੰ ਟੂ ਟਰਾਈ ਅ ਡਿਫਰੈਂਟ ਵੇ। ਅਗਰ ਤੁਸੀਂ ਨਹੀਂ ਚਾਹੋਗੇ ਤੁਹਾਡਾ ਨਾਮ ਦੱਸਣਾ, ਤੇ ਉਹਦੇ ਕੋਈ ਪ੍ਰੋਬਲਮ ਨਹੀਂ ਹੈਗੀ। ਜੇ ਦੱਸ ਦੋਗੇ ਤਾਂ ਬੈਟਰ ਲੱਗੇਗਾ, ਜ਼ਰਾ ਪੋਲਾਈਟਨੈਸ ਹੁੰਦੀ ਹੈ ਕਿ ਮੈਂ ਤੁਹਾਡਾ ਨਾਮ ਲੈ ਕੇ ਗੱਲ ਕਰਾਂ। ਡਾਕਟਰ ਜੀ, ਇੱਕ ਹੋਰ ਹੈਗਾ ਬੰਦੇ ਦਾ, ਉਹਨਾਂ ਦਾ ਨਾ ਹੈਡ ਜਿੱਦਾਂ ਨਹੀਂ ਕਿ ਪੱਟੀ ਬੰਨੀ ਹੁੰਦੀ ਹੈ ਸਿਰ ਦੇ ਉੱਪਰ। ਆਪਾਂ ਪਹਿਲਾਂ ਕਾਲ ਲੈ ਲਈਏ, ਫਿਰ ਗੱਲ ਕਰ ਲਈਏ। ਹੈਲੋ ਜੀ, ਸਤਿ ਸ਼੍ਰੀ ਅਕਾਲ। ਆਈ ਥਿੰਕ ਸਾਡਾ ਕਾਲ ਹਰਬੰਸ ਜੀ ਹੈਗੇ।
ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਡਾਕਟਰ ਸਾਹਿਬ ਨਾਲ ਗੱਲ ਕਰਨੀ ਸੀ। ਬਿਲਕੁਲ ਕਰੋ, ਹੁਣ ਜਦੋਂ ਤੁਸੀਂ ਬੋਲੋਗੇ ਡਾਕਟਰ ਜੀ ਤੁਹਾਡਾ ਜਵਾਬ ਦੇਣਗੇ। ਬੋਲੋ ਜੀ। ਹਾਂਜੀ ਡਾਕਟਰ ਸਾਹਿਬ, ਮੇਰਾ ਕਈ ਵੀਕਾਂ ਹੋ ਗਏ ਸਿਰ ਨਹੀਂ ਦੁਖਣ ਹਟਦਾ, ਉਹਦੇ ਨਾਲ ਅੱਖਾਂ 'ਤੇ ਵੀ ਬਹੁਤ ਭਾਰ ਪੈਂਦਾ ਤੇ ਨੋਜ਼ ਵੀ ਬਲੌਕਡ ਅਪ ਹੋਇਆ ਰਹਿੰਦਾ ਆ। ਸਾਹ ਰਾਤ ਨੂੰ ਸਾਹ ਨਹੀਂ ਆਉਂਦਾ, ਨੱਕ ਥਾਣੀ ਜਿੱਦਾਂ ਨਾ, ਹਾਂਜੀ ਹਾਂਜੀ ਤੇ ਕਾਫੀ ਜਿੱਦਾਂ ਹੈਡੇਕਸ ਹੁੰਦੀਆਂ ਰਹਿੰਦੀਆਂ। ਹਾਂਜੀ, ਇਹ ਸਿਰ ਜਿਹੜਾ ਉੱਤੋਂ ਦੁਖਦਾ ਜਾਂ ਕਿ ਮੱਥਾ ਦੁਖਦਾ ਜੀ? ਹਾਂਜੀ, ਮੱਥਾ ਦੁਖਦਾ ਆ, ਮੱਥੇ ਤੋਂ ਤੇ ਅੱਖਾਂ 'ਤੇ ਪ੍ਰੈਸ਼ਰ ਪੈਂਦਾ ਬਹੁਤ, ਹਾਂਜੀ ਤੇ ਫਿਰ ਸੋ ਥਰੋਟ, ਨੋਜ਼ ਬਲੌਕਡ ਅਪ ਜਿੱਦਾਂ ਇਦਾਂ ਹੀ ਰਹਿੰਦਾ, ਜੱਜ ਰਹਿੰਦਾ। ਹਾਂਜੀ, ਸੋ ਇਹ ਤੁਹਾਨੂੰ ਸਾਈਨਸ ਪ੍ਰੋਬਲਮ ਹੋ ਗਿਆ ਜੀ। ਅੱਛਾ ਜੀ। ਹਾਂਜੀ, ਸਾਈਨਸ ਇੱਥੇ ਇਹ ਮੱਥੇ ਵਿੱਚ ਹੁੰਦੇ ਤੇ ਨੱਕ ਦੇ ਸਾਈਡਾਂ ਤੇ ਸਾਈਨਸ ਹੁੰਦੇ ਆ, ਤੇ ਇਹਨਾਂ ਵਿੱਚ ਕਈ ਵਾਰੀ ਇਨਫੈਕਸ਼ਨ ਹੋ ਜਾਂਦਾ ਆ। ਤੇ ਜਾਂ ਤੁਸੀਂ ਜੇ ਰੇਸ਼ਾ ਵਾਲੀਆਂ ਚੀਜ਼ਾਂ ਖਾਈ ਜਾਂਦੇ, ਜਿੱਦਾਂ ਖਾਸ ਕਰਕੇ ਗਾਂ ਦੇ ਦੁੱਧ ਵਾਲੀਆਂ ਚੀਜ਼ਾਂ, ਤੇ ਉੱਥੇ ਰੇਸ਼ਾ ਜਮ੍ਹਾਂ ਹੋ ਜਾਂਦੀ ਆ, ਹਾਂਜੀ ਹਾਂਜੀ ਹਾਂਜੀ। ਤੇ ਉਹ ਰੇਸ਼ਾ ਦੇ ਨਾਲ ਫਿਰ ਅੰਦਰ ਸੋਜ ਪੈ ਜਾਂਦੀ ਹੈ, ਫਿਰ ਭਾਰਾ ਭਾਰਾ ਰਹਿਣ ਲੱਗ ਪੈਂਦਾ ਹੈ, ਤੇ ਸਿਰ ਵੀ ਦੁਖਦਾ ਆ। ਹਾਂਜੀ ਡਾਕਟਰ ਸਾਹਿਬ, ਮੇਰੇ 3-4 ਵੀਕਾਂ ਹੋ ਗਈਆਂ, ਕੋਵਿਡ ਪੋਜ਼ਿਟਿਵ ਵੀ ਮੈਂ ਹੋ ਗਿਆ ਸੀਗਾ। ਹਾਂਜੀ ਤੇ ਵੈਸੇ ਉਹਦਾ ਹਫ਼ਤੇ ਕੁ ਬਾਅਦ ਉਹਦਾ ਕਲੀਅਰ ਹੋ ਗਿਆ ਸੀ। ਹੂੰ ਉਹ ਤੋਂ ਬਾਅਦ ਜਿਹੜਾ ਜ਼ਿਆਦਾ ਹੋਣ ਲੱਗਾ, ਹਾਂ ਠੀਕ ਹੈ। ਦਾ ਮੇਕ ਐਨੀ ਡਿਫਰੈਂਸ? ਹਾਂ, ਇਟ ਡਜ਼ ਮੇਕ ਅ ਡਿਫਰੈਂਸ। ਹਾਂਜੀ, ਇਹਦਾ ਮਤਲਬ ਜਿਹੜੇ ਵਾਇਰਸ ਦੇ ਆਫਟਰ ਇਫੈਕਟਸ ਆ ਨਾ, ਤੇ ਉਹਦੇ ਕਰਕੇ ਤੁਹਾਡੇ ਪ੍ਰੋਬਲਮ ਆ ਰਹੇ ਆ। ਸੋ ਨੋਰਮਲੀ ਤਾਂ ਜਿਹੜੇ ਹੁੰਦਾ ਵੀ ਡਾਈਟ ਪ੍ਰੋਬਲਮ ਹੁੰਦਾ ਹੈ, ਡਾਈਟ ਦਾ ਜ਼ਿਆਦਾ ਪ੍ਰੋਬਲਮ ਹੁੰਦਾ ਹੈ, ਓਕੇ। ਤੇ ਹੁਣ ਹੋ ਸਕਦਾ ਵੀ ਤੁਹਾਡੇ ਕੋਵਿਡ ਦਾ ਆਫਟਰ ਇਫੈਕਟਸ ਆ ਇਹ। ਹਾਂਜੀ, ਸੋ ਇਹਦੇ ਲਈ ਖਾਸ ਦਵਾਈ ਅਸੀਂ ਬਣਾਈ ਹੈ, ਜਿਹੜੇ ਵੀ ਆਫਟਰ ਇਫੈਕਟਸ ਹੁੰਦੇ ਕੋਵਿਡ ਦੇ, ਹਾਂਜੀ ਤੇ ਉਹ ਨਾਲ ਕਲੀਅਰ ਕਰ ਦੇਵਾਂਗੇ, ਤੇ ਨਾਲੇ ਸਾਈਨਸ ਦੀ ਦਵਾਈ ਵੀ ਦੇ ਦੇਵਾਂਗੇ ਤੁਹਾਨੂੰ। ਹਾਂਜੀ, ਫਿਰ ਕਿੱਦਾਂ ਦਵਾਈ, ਫਿਰ ਕਿੱਦਾਂ ਆਰਡਰ ਕਰਾਂਗੇ ਆਪਾਂ? ਹਾਂਜੀ ਹਾਂਜੀ, ਸੋ ਤੁਸੀਂ ਅਕਾਲ ਚੈਨਲ ਨੂੰ ਕੰਟੈਕਟ ਕਰਕੇ ਸਾਡਾ ਨੰਬਰ ਲੈ ਲਿਓ, ਤੇ ਫਿਰ ਤੁਸੀਂ ਸਾਨੂੰ ਕੰਟੈਕਟ ਕਰਿਓ, ਫਿਰ ਤੁਹਾਨੂੰ ਪੋਸਟ ਕਰ ਦੇਵਾਂਗੇ ਦਵਾਈ। ਥੈਂਕ ਯੂ ਜੀ। ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ। ਸਾਡੇ ਕਾਲ ਸੈਂਟਰ ਤੋਂ ਨੰਬਰ ਲੈ ਕੇ ਮੰਡੇ ਵੈਨਸਡੇ ਫਰਾਈਡੇ ਡਾਕਟਰ ਨੂੰ ਕਾਲ ਕਰ ਲਿਓ, ਐਂਡ ਫਿਰ ਤੁਹਾਨੂੰ ਦੱਸ ਦੇਣਗੇ। ਜਿੱਦਾਂ ਮੈਂ ਹਮੇਸ਼ਾ ਕਹਿੰਦਾ, ਥੋੜ੍ਹੇ ਬਹੁਤੇ ਸਵਾਲ ਪੁੱਛਣਗੇ, ਤੇ ਮੈਡੀਸਿਨ ਹੈ ਹੋਮਿਓਪੈਥ ਵਿੱਚ, ਤੇ ਆਮ ਸ਼ੋਰ ਕੋਈ ਨਾ ਕੋਈ ਉਹਦਾ ਹੀਲਾ ਹੋਏਗਾ। ਬਾਕੀ ਤੁਸੀਂ ਬੜੇ ਲੱਕੀ, ਬੜੇ ਟਾਈਮ 'ਚ ਤੁਸੀਂ ਕਾਲ ਕੀਤਾ, ਬਿਕੋਜ਼ ਅਸੀਂ ਸਿਰ ਬਾਰੇ ਮੈਂ ਹੁਣ ਸਵਾਲ ਦੂਜਾ ਮੇਰਾ ਉਹੀ ਸੀਗਾ, ਤੇ ਮੇ ਵੀ ਉਹ ਵੀ ਤੁਹਾਡਾ ਇੱਕ ਤਰ੍ਹਾਂ ਦਾ ਆਨਸਰ ਹੋ ਜਾਣਾ। ਹਾਂਜੀ ਜੀ ਡਾਕਟਰ ਜੀ, ਉਹਨਾਂ ਦਾ ਸਵਾਲ ਸੀਗਾ ਕਿ ਉਹਨਾਂ ਦਾ ਸਿਰ ਨਾ ਬੜਾ ਟਾਈਟ ਰਹਿੰਦਾ, ਕਿ ਜਿੱਦਾਂ ਪੱਟੀ ਬੰਨੀ ਹੋਈ ਹੈ ਮੱਥੇ ਤੋਂ ਲੈ ਕੇ ਪਿੱਛੇ ਤੱਕ। ਹਾਂਜੀ ਹਾਂਜੀ, ਉਹ ਕੀ ਕਾਰਨ ਹੋ ਹਾਂ, ਸਕਦਾ? ਸੋ ਜੁਕੜਾ ਜਿਹਾ ਹਾਂ, ਰਹਿੰਦਾ, ਉਹਦਾ ਲੱਗਦਾ ਜਿੱਦਾਂ ਟਾਈਟ ਬੈਂਡ ਹੁੰਦੀ ਹੈ। ਟਾਈਟ ਬੈਂਡ ਹੁੰਦੀ ਹਾਂਜੀ, ਹੈ, ਸਿਰ ਦੇ ਦੁਆਲੇ, ਤੇ ਮੋਸਟਲੀ ਇਹ ਹੁੰਦਾ ਟੈਨਸ਼ਨ ਹੈਡੇਕ ਹੁੰਦਾ ਜੀ। ਟੈਨਸ਼ਨ ਹੈ। ਦੈਟਸ ਰਾਈਟ, ਯਾ। ਸੋ ਜਦੋਂ ਤੁਸੀਂ ਕੋਈ ਸਟ੍ਰੈਸ ਲੈਂਦੇ ਆ, ਟੈਨਸ਼ਨ ਲੈਂਦੇ ਆ, ਤੁਹਾਡਾ ਕੰਮ ਇਦਾਂ ਦਾ ਆ, ਤੇ ਉਹ ਫਿਰ ਤੁਹਾਨੂੰ ਸਿਰ ਦੁਖਣ ਲੱਗ ਪੈਂਦਾ, ਤੇ ਬਹੁਤ ਟਾਈਟ ਫੀਲ ਕਰਦਾ ਆ, ਤੇ ਇਹ ਟੈਨਸ਼ਨ ਕਰਕੇ ਹੁੰਦਾ ਹੈ। ਤੇ ਉਹਨਾਂ ਦੇ ਜੇ ਇਹ ਸਿੰਪਟਮ ਆਉਂਦਾ, ਤਾਂ ਹੋ ਸਕਦਾ ਉਹਨਾਂ ਦੀ ਨੈਕ ਵੀ ਕਾਫੀ ਟਾਈਟ ਰਹਿੰਦੀ ਹੋਵੇ, ਕਿਉਂਕਿ ਜਦੋਂ ਤੁਸੀਂ ਟੈਨਸ਼ਨ ਲੈਂਦੇ ਆ ਤੇ ਧੌਣ ਆਕੜ ਜਾਂਦੀ ਆ, ਮੁੰਡੇ ਵੀ ਸਟਿਫ ਜਿਹੇ ਹੋ ਜਾਂਦੇ ਆ, ਤੇ ਸਿਰ ਦੁਖਣ ਲੱਗ ਪੈਂਦਾ ਹੈ। ਸੋ ਇਹਦਾ ਇਹੀ ਕਾਜ਼ ਹੈ ਵੀ ਟੈਨਸ਼ਨ ਆਪਣਾ ਘਟਾਉਣ, ਸਟ੍ਰੈਸ ਘਟਾਉਣ। ਹਾਂਜੀ, ਤੇ ਉਹ ਰੈਕਗਨਾਈਜ਼ ਵੀ ਕਰ ਸਕਦੇ ਆ ਜਦੋਂ ਉਹਨਾਂ ਦੇ ਹੋਣ ਲੱਗਦਾ ਹੈ ਨਾ ਇੱਦਾਂ ਟਾਈਟਨੈਸ ਸਿੰਪਟਮਸ, ਤੇ ਉਹ ਆਪਣੇ ਆਪ ਨੂੰ ਕੌਨਸ਼ੀਅਸਲੀ ਰਿਲੈਕਸ ਕਰ ਸਕਦੇ ਆ। ਸੋ ਦੇ ਹੈਵ ਟੂ ਰੈਕਗਨਾਈਜ਼ ਵੀ ਹੁਣ ਮੇਰੇ ਸਿੰਪਟਮ ਆ ਰਹੇ ਆ, ਤੇ ਮੈਨੂੰ ਸਟ੍ਰੈਸ ਜਿਹੜਾ, ਜਾਂ ਮੈਂ ਟੈਨਸ਼ਨ, ਜਾਂ ਮੈਂ ਆਪਣੇ ਮਸਲਸ ਨੂੰ ਟਾਈਟ ਕਰੀ ਜਾਂਦਾ, ਕਿਉਂਕਿ ਸਿਰ ਦੇ ਦੁਆਲੇ ਵੀ ਮਸਲਸ ਹੁੰਦੇ ਆ, ਤੇ ਉਹ ਵੀ ਟੈਂਸ ਹੋ ਜਾਂਦੇ ਆ। ਸੋ ਟਾਈਟ ਫੀਲਿੰਗ ਇਸ ਕਰਕੇ ਆਉਂਦਾ ਜੀ। ਪਰ ਡਾਕਟਰ ਦੇਖੋ, ਟੈਨਸ਼ਨ ਇੱਕ ਕੋਈ ਇੱਦਾਂ ਦੀ ਚੀਜ਼ ਨਹੀਂ ਕਿ ਤੁਹਾਡੇ ਸੱਟ ਲੱਗੀ ਜਾਂ ਕੁਛ ਹੈਗਾ, ਉਹ ਕਿੰਨੀ ਤਕਲੀਫ ਪਹੁੰਚਾਉਂਦਾ ਬੋਡੀ ਨੂੰ। ਬਹੁਤ ਜੀ, ਬਹੁਤ ਹੈ ਬਹੁਤ ਜੀ। ਤੁਸੀਂ ਦੱਸਿਆ ਹੁਣ, ਪਹਿਲਾਂ ਤਾਂ ਹੈਡ ਆਲੇ ਦੁਆਲੇ ਸਾਰਾ ਟਾਈਟ ਹੋ ਜਾਂਦਾ, ਬ੍ਰੇਨ ਨੂੰ ਇਫੈਕਟ ਹੁੰਦਾ, ਉਹਦੇ ਨਾਲ ਨਿਗਾਹ ਨੂੰ ਵੀ ਫਰਕ ਪੈਂਦਾ ਹੈਗਾ ਥੋੜਾ, ਆਈ ਸਾਈਡ ਦੇ ਵਿੱਚ। ਤੇ ਜਿਹੜੇ ਤੁਸੀਂ ਆਪਣੇ ਕਰਦੇ ਹੋ ਹੋਰ ਗੱਲਾਂ, ਕਿ ਨੈਕ ਨੂੰ ਵੀ ਹੋ ਜਾਂਦਾ। ਆਪਾਂ ਪਹਿਲਾਂ ਕਾਲ ਲੈ ਲੈਂਦੇ ਹਾਂ, ਮੈਨੂੰ ਲੱਗਦਾ ਸਾਡੇ ਪਾਸ ਸਰਦਾਰ ਅਵਤਾਰ ਸਿੰਘ ਹੈਗੇ ਨੇ। ਭਾਜੀ ਸਵਾਗਤ ਕਰਦੇ ਹਾਂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂ ਭਾਜੀ, ਕਿੱਥੋਂ ਬੋਲਦੇ ਹੋ? ਮੈਂ ਕੁਇੰਟਰੀ ਤੋਂ ਬੋਲਦਾ। ਥੈਂਕ ਯੂ ਭਾਜੀ, ਬਹੁਤ ਅੱਛਾ ਸਵਾਗਤ ਕਰਦੇ। ਹੁਣ ਤੁਸੀਂ ਗੱਲ ਕਰੋ ਡਾਕਟਰ ਜੀ ਨਾਲ। ਹੈਲੋ ਡਾਕਟਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਅਵਤਾਰ ਬੋਲਦਾ ਕੁਇੰਟਰੀ ਤੋਂ। ਹਾਂਜੀ, ਮੇਰੀ ਵਾਈਫ ਦੇ ਹੈ ਨਾ ਪੋਟਾਸ਼ੀਅਮ ਵਧਿਆ ਆ। ਅੱਛਾ ਜੀ। ਤੇ ਉਹਦਾ ਕੁਝ ਕੀ ਉਹਨਾਂ ਨੂੰ ਪਰਹੇਜ਼ ਕਰਨਾ ਚਾਹੀਦਾ, ਜਾਂ ਕਿਹੜਾ ਸੈਪਲੀਮੈਂਟ ਲੈਣਾ ਚਾਹੀਦਾ ਜਦੋਂ ਪੋਟਾਸ਼ੀਅਮ ਡਾਊਨ ਹੋਵੇ, ਜਾਂ ਕੀ ਨਹੀਂ ਖਾਣਾ ਚਾਹੀਦਾ? ਹਾਂਜੀ ਹਾਂਜੀ, ਸੋ ਕਈ ਫਰੂਟਸ ਹੈਗੇ ਜਾਂ ਸਬਜ਼ੀਆਂ ਹੈਗੀਆਂ ਜਿਨ੍ਹਾਂ ਵਿੱਚ ਕੁਝ ਪੋਟਾਸ਼ੀਅਮ ਜ਼ਿਆਦਾ ਹੁੰਦਾ ਹੈ। ਹਾਂਜੀ, ਤੇ ਉਹ ਤੋਂ ਅਸੀਂ ਘਟਾ ਦੇਣੀਆਂ, ਤੇ ਪੋਟਾਸ਼ੀਅਮ ਲੈਵਲ ਠੀਕ ਹੋ ਜਾਏਗਾ। ਹਾਂਜੀ, ਠੀਕ ਹੈ ਜੀ। ਤੇ ਉਹ ਤੁਸੀਂ ਸਾਨੂੰ ਕੰਟੈਕਟ ਕਰਿਓ, ਤੇ ਲਿਸਟ ਤੁਹਾਨੂੰ ਭੇਜ ਦੇਵਾਂਗੇ। ਹਾਂਜੀ, ਠੀਕ ਹੈ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਅਵਤਾਰ ਜੀ, ਥੈਂਕ ਯੂ ਕਾਲ ਕਰਨ ਦਾ। ਔਰ ਪਲੀਜ਼ ਸਟੇ ਟਿਊਨਡ, ਸ਼ੋ ਦੇਖੋ ਕਿ ਕਾਫੀ ਇੰਟਰਸਟਿੰਗ ਗੱਲਾਂ ਹੁੰਦੀਆਂ। ਡਾਕਟਰ ਜੀ, ਪੋਟਾਸ਼ੀਅਮ ਬਨਾਨਾ ਸਾਰਿਆਂ ਨੂੰ ਭੈੜੀ ਚੀਜ਼ ਹੈ ਕਿ? ਹਾਂ, ਬਨਾਨਾ 'ਚ ਕਾਫੀ ਜ਼ਿਆਦਾ ਹੁੰਦਾ। ਹਾਂਜੀ, ਪੋਟਾਸ਼ੀਅਮ ਕਈ ਮੇਰੇ ਵਰਗੇ ਤਾਂ ਬੜਾ ਫੇਵਰੇਟ ਹੈ ਸਾਰਿਆਂ ਨੂੰ ਫਰੂਟ ਉਹ।
ਹਾਂਜੀ ਚਲੋ ਰੋਜ਼ ਨਾ ਖਾਇਆ ਕਰੋ, ਕਦੇ ਕਦੇ ਖਾ ਲਿਆ ਕਰੋ। ਕਿਉਂਕਿ ਬੜਾ ਹਾਈ ਹੈ, ਕਿਉਂਕਿ ਤੁਸੀਂ ਦੇਖਦੇ ਹੋ ਵੈਰੀ ਹਾਈ ਜਿਹੜੇ ਪੋਟੈਸ਼ੀਅਮ। ਹਾਂਜੀ ਸਪੈਸ਼ਲੀ ਸਪੋਰਟਸਮੈਨ, ਜੇ ਤੁਸੀਂ ਟੈਨਿਸ ਦੀ ਗੱਲ ਕਰੋ, ਹਾਂਜੀ, ਹਾਂਜੀ। ਦੇ ਆਲਵੇਜ਼ ਈਟ ਅ ਬਨਾਨਾ ਜਦੋਂ ਥੋੜਾ ਬਹੁਤਾ ਬ੍ਰੇਕ ਕਰਦੇ ਨੇ ਨਾ, ਯਾ ਹੈ ਐਨਰਜੀ ਕੁਇਕ ਮਿਲ ਜਾਂਦੀ ਹੈ ਇੱਕ ਕੁਇਕ ਦਿੰਦੇ ਨਾ ਉਹਦੇ ਨਾਲ, ਇਸ ਲਾਈਕ ਐਨਰਜੀ ਡਰਿੰਕ ਹੋ ਗਿਆ ਮੈਨੂੰ ਲੱਗਦਾ। ਹਾਂ ਇਸੇ ਤਰ੍ਹਾਂ ਹੀ ਆ, ਇਸੇ ਤਰ੍ਹਾਂ ਕੁਇਕ ਐਨਰਜੀ ਮਿਲ ਜਾਂਦੀ। ਹਾਂ ਡਾਕਟਰ ਜੀ, ਆਪਾਂ ਗੱਲ ਕਰਦੇ ਸੀ ਟੈਨਸ਼ਨ ਦੀ, ਹੁਣ ਬੰਦਾ ਮੈਂ ਹਮੇਸ਼ਾ ਕਹਿੰਦਾ ਹੁੰਦਾ ਸੀਗਾ, ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀਗੀ ਭਾਜੀ, ਮੈਂ ਹਮੇਸ਼ਾ ਕਹਿੰਦਾ ਕਿ ਅਸੀਂ ਜਦੋਂ ਗੱਲਾਂ ਕਰਦੇ ਹਾਂ ਬੰਦਾ ਕਹਿਣਾ ਬੜਾ ਸਖਾਲਾ ਹੁੰਦਾ, ਲੇਕਿਨ ਉਹਦੀ ਕੋਈ ਚੌਸ਼ਨੀ ਤੁਹਾਨੂੰ ਕਰਨੀ ਪੈਂਦੀ ਹੈ। ਔਰ ਵੱਡੀ ਗੱਲ ਹੈ, ਜਦੋਂ ਤੁਸੀਂ ਵਿਹਲੇ ਹੁੰਦੇ ਨਾ, ਟੈਨਸ਼ਨ ਉਦੋਂ ਜ਼ਿਆਦਾ ਹੁੰਦੀ ਹੈ, ਕਿਉਂਕਿ ਤੁਸੀਂ ਸੋਚਦੇ ਨਹੀਂ ਕੁਛ ਹੈਗੇ, ਖਾਲੀ ਦਿਮਾਗ ਕਹਿੰਦੇ ਸ਼ੈਤਾਨ ਦਾ ਘਰ ਹੁੰਦਾ ਉਹ, ਹਾਂਜੀ ਹਾਂਜੀ। ਤੇ ਤੁਸੀਂ ਗਲਤ ਸੋਚ ਕੇ ਜਦੋਂ ਸੌਣ ਲੱਗਦੇ ਹੋ ਉਦੋਂ ਟੈਨਸ਼ਨ ਜ਼ਿਆਦਾ ਹੁੰਦੀ ਹੈ, ਉਹ ਜ਼ਿਆਦਾ ਹੋ ਜਾਂਦਾ ਕਰਕੇ ਤੁਸੀਂ ਉਦੋਂ ਵਿਹਲੇ ਹੋ ਜਾਂਦੇ ਆ। ਵਿਹਲੇ ਹੋ ਜਾਂਦੇ। ਹਾਂਜੀ, ਫਿਰ ਉਦਾਂ ਦੇ ਸੋਚ ਸਟ੍ਰੈਸ ਵਾਲੇ ਆਉਂਦੇ ਰਹਿੰਦੇ ਆ। ਤੇ ਇਦਾਂ ਹੈਗਾ ਭਈ ਜਿਹੜੀ ਵੀ ਤੁਹਾਨੂੰ ਕੋਈ ਪਹਿਲਾਂ ਬਿਮਾਰੀ ਹੈਗੀ ਆ, ਉਹ ਜਦੋਂ ਤੁਸੀਂ ਸਟ੍ਰੈਸ ਲੈਂਦੇ ਹੋ ਉਹ ਵੱਧਦੀ ਆ। ਵੱਧਦੀ ਹੈ, ਬਿਲਕੁਲ ਰਾਈਟ। ਹੁਣ ਸਾਹ ਵਾਲੇ ਆ ਜਿਨ੍ਹਾਂ ਨੂੰ ਐਸਥਮਾ ਰਹਿੰਦਾ ਆ, ਤੇ ਉਹ ਨੋਟ ਕਰਦੇ ਵੀ ਜਦੋਂ ਸਟ੍ਰੈਸ ਹੁੰਦੀ ਉਹ ਜ਼ਿਆਦਾ ਚੈਸਟ ਉਹਨਾਂ ਦੀ ਟਾਈਟ ਹੋ ਜਾਂਦੀ ਆ। ਦੈਟਸ ਰਾਈਟ। ਜਿਹਨੂੰ ਮਾਈਗ੍ਰੇਨ ਦਾ ਪ੍ਰੋਬਲਮ ਰਹਿੰਦਾ ਆ, ਜਦੋਂ ਕੋਈ ਸਟ੍ਰੈਸ ਹੁੰਦੀ ਉਹ ਮਾਈਗ੍ਰੇਨ ਹੋ ਜਾਂਦਾ ਉਹਨਾਂ ਨੂੰ। ਸੋ ਇਸੇ ਗੱਲ ਤੇ ਆਪਾਂ ਧਿਆਨ ਦੇਣਾ ਜੀ ਵੀ ਜਿਹੜੇ ਇਮੋਸ਼ਨਸ ਆ ਉਹ ਬਹੁਤ ਜ਼ਿਆਦਾ ਇਫੈਕਟ ਕਰਦੇ ਬੋਡੀ ਨੂੰ। ਆਈ ਥਿੰਕ ਸਾਡੇ ਪਾਸ ਕਾਲਰ ਹੈਗੇ ਨੇ, ਗੁਰਬੀਤ ਕੌਰ ਜੀ, ਪਹਿਲੇ ਸਵਾਗਤ ਕਰਦੇ ਹਾਂ ਤੁਹਾਡਾ। ਹੈਲੋ ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਕੌਰ ਬੋਲਦੀ ਹਾਂ। ਮੈਂ ਦੱਸ ਦਿੱਤਾ ਪਹਿਲਾਂ, ਮੈਂ ਕਾਲ ਸੈਂਟਰ ਦਾ ਜਿਹੜਾ ਸਿਸਟਮ ਹੈ ਵਰਕਆਊਟ ਹੋ ਰਿਹਾ, ਬੜਾ ਅੱਛਾ ਲੱਗਦਾ ਹੈ। ਕਿੱਥੋਂ ਕਾਲ ਕਰ ਰਹੇ ਹੋ ਭੈਣ ਜੀ? ਮੈਂ ਲੈਸਟਰ ਤੋਂ ਕਰਦੀ ਹਾਂ। ਡਾਕਟਰ ਸਾਹਿਬ ਮੈਨੂੰ ਜਾਣਦੇ ਆ, ਹਾਂ ਤੇ ਇਹਨਾਂ ਨੇ ਮੈਨੂੰ ਦਵਾਈ ਭੇਜੀ ਆ, ਤੇ ਉਸ ਦਵਾਈ ਨੇ ਮੈਨੂੰ ਨਾ ਬਹੁਤ ਹੀ ਫਰਕ ਦਿੱਤਾ ਆ। ਹੁਣ ਸਿਰਫ ਇੰਨਾ ਕਿ ਰਹਿ ਗਿਆ ਕਿ ਜਦੋਂ ਮੇਰੇ ਨਾ ਗੋਡੇ ਦੇ ਮੂਹਰੇ 2 ਇੰਚ ਦੀ ਜਗ੍ਹਾ 'ਚ ਦਰਦ ਹੁੰਦਾ ਆ, ਬਾਕੀ ਜਿੱਦਾਂ ਮੈਂ ਉੱਠਦੀ ਬੈਠਦੀ ਉਹਦੇ ਵਿੱਚ ਮੈਨੂੰ ਕੋਈ ਫਰਕ ਨਹੀਂ ਹੈਗਾ। ਉਹ ਮੈਂ ਜਿੱਦਾਂ ਪਹਿਲਾਂ ਠੀਕ ਸੀਗੀ ਉਦਾਂ ਹੀ ਠੀਕ ਆ, ਹਨਾ। ਪਰ ਪ੍ਰੋਬਲਮ ਇਹ ਆ ਕਿ ਜਦੋਂ ਉਹ ਥੋੜਾ ਜਿਹਾ 2 ਇੰਚ 'ਚ ਦਰਦ ਹੁੰਦਾ ਨਾ, ਉਹ ਫਿਰ ਮੈਨੂੰ ਥੋੜਾ ਫੀਲ ਹੁੰਦਾ ਆ ਕਿ ਇਹ ਨਹੀਂ ਹਟਿਆ। ਮੈਂ ਜਾਣਾ ਸੀਗਾ ਹੌਲੀਡੇ ਕਰਨ, ਉਹ ਮੇਰਾ ਕੈਂਸਲ ਕਰ ਦਿੱਤਾ। ਦੈਟਸ ਵਾਈ ਅਤੇ ਮੇਰਾ ਭਰਾ ਹਸਪੀਟਲ 'ਚ ਉਹ ਕਹਿੰਦੇ ਆਈ ਨਾ ਕਿ ਤੈਨੂੰ ਫਾਇਦਾ ਨਹੀਂ ਹੈਗਾ, ਕਿਉਂਕਿ ਉਹ ਤੇ ਉੱਥੇ ਆ ਤੇ ਤੁਸੀਂ ਜਾ ਨਹੀਂ ਸਕਦੇ, ਕਿ ਉਹਨਾਂ ਨੇ ਕਈ ਕੁਛ ਤੁਹਾਨੂੰ ਪੁੱਛਣਾ ਕੋਵਿਡ ਬਾਰੇ, ਤੁਹਾਡੇ ਕੱਪੜੇ ਚੇਂਜ ਕਰਨੇ, ਜੇ ਉਹ ਵੀ, ਇਸ ਕਰਕੇ ਤੁਸੀਂ ਭੂਆ ਜੀ ਆਇਓ ਨਾ ਤੇ ਥੋੜਾ ਠਹਿਰ ਕੇ ਆ ਜਿਓ, ਹਨਾ। ਤੇ ਉਦੋਂ ਦੀ ਫਿਰ ਆਪਸ ਵਿੱਚ ਫਿਰ ਮੈਂ ਬਾਅਦ ਵਿੱਚ ਦਵਾਈ ਸ਼ੁਰੂ ਕਰ ਦਿੱਤੀ ਆ, ਤੇ ਦਵਾਈ ਦੇ ਨਾਲ ਮੈਨੂੰ ਬਹੁਤ ਹੀ ਫਰਕ ਆ ਕਿ ਮੈਂ ਰਾਤ ਨੂੰ ਸਾਰੀ ਰਾਤ ਨਹੀਂ ਸੀ ਜਗ ਸਕਦੀ। ਹੁਣ ਮੈਨੂੰ ਪਤਾ ਨਹੀਂ ਲੱਗਦਾ ਮੈਂ ਰਾਤ ਕਿੱਥੇ ਮੁੱਕ ਜਾਂਦੀ ਆ। ਤੇ ਹੁਣ ਇੰਨਾ ਕਿਹਾ ਜਿੰਨਾ ਮੇਰੇ 2 ਇੰਚ ਮੂਹਰੇ ਗੋਡੇ ਦੇ ਦਰਦ ਹੁੰਦਾ, ਉੱਦਾਂ ਮੈਂ ਬਿਲਕੁਲ ਠੀਕ ਆ, ਤੇ ਦਵਾਈਆਂ ਮੈਂ ਆਪਣੀਆਂ ਚਾਲੂ ਰੱਖੀਆਂ ਆ। ਥੈਂਕ ਯੂ ਤੁਹਾਡਾ। ਤੁਸੀਂ ਉਹ ਵੀ ਮੈਨੂੰ ਦੱਸ ਦਿਓ ਕਿ ਉਹ ਕਿੱਦਾਂ ਹਟੂਗਾ। ਹਾਂਜੀ, ਤੁਹਾਨੂੰ ਕਿੰਨੀ ਦੇਰ ਹੋ ਗਈ ਦਵਾ ਖਾਂਦੇ ਨੂੰ? ਇਹ ਮੈਨੂੰ 15 ਦਿਨ ਤਾਂ ਹੋ ਗਏ ਨਾ ਦਵਾਈ ਖਾਂਦੀ ਨੂੰ। ਬੜੀ ਠੀਕ ਹੈ, ਬਹੁਤ ਚੰਗਾ ਡਾਕਟਰ ਜੀ, ਵੈਰੀ ਨਾਈਸ ਹੈ। ਹਾਂਜੀ ਹਾਂਜੀ, ਬਹੁਤ ਵਧੀਆ ਰਿਜ਼ਲਟ ਆਇਆ ਜੀ। ਪਹਿਲਾਂ ਤੇ ਮੇਰੇ ਲੱਤ ਦੇ ਪਿੱਛੇ ਵੀ ਦਰਦ ਹੁੰਦਾ ਸੀ, ਸਾਈਡ ਤੇ ਵੀ ਦਰਦ ਹੁੰਦਾ ਸੀ, ਜੇ ਮੈਂ ਤੁਰਦੀ ਸੀ ਮੇਰੇ ਕੋਲ ਤੁਰ ਨਹੀਂ ਸੀ ਹੁੰਦਾ। ਫਿਰ ਹੁਣ ਮੈਂ ਸੋਚਦੀ ਸੀ ਇੰਡੀਆ ਨੂੰ ਜਾਊਂਗੀ, ਉੱਥੇ ਕਿਸੇ ਕੋ ਕਰਾ ਕੇ ਲਿਆਉਂਗੀ, ਕਿਉਂਕਿ ਆਪਰੇਸ਼ਨ ਤੋਂ ਮੈਨੂੰ ਬਹੁਤ ਡਰ ਲੱਗਦਾ ਆ। ਕਿੰਨੇ ਨਾਈ ਲੇਡੀਜ਼ ਨੇ ਡਾਕਟਰ ਆਪਰੇਸ਼ਨ ਕਰਾਏ, ਪਰ ਉਹ ਬਿਲਕੁਲ ਹੀ ਬੈਠ ਗਈਆਂ, ਹਨਾ। ਤਾਂ ਮੈਂ ਕਿਹਾ ਸੀ ਮੈਂ ਕਰਾਉਣਾ ਨਹੀਂ। ਤੇ ਹੁਣ ਵੀ ਮੈਂ ਤੁਹਾਡੀਆਂ ਦਵਾਈਆਂ ਹੈਗੀਆਂ ਥੋੜੀਆਂ ਜ਼ਿਆਦਾ, ਤੇ 8-6 ਗੋਲੀਆਂ ਹੈਗੀਆਂ, ਪਰ ਮੈਂ ਖਾਂਦੀ ਹੈਗੀ ਆ। ਤੇ ਜਿਹੜਾ 2 ਇੰਚ ਦਾ ਦਰਦ ਆ ਉਹ ਵੀ ਹਟ ਜਾਵੇ ਤਾਂ ਮੈਂ ਤੁਹਾਡਾ ਬਹੁਤ ਥੈਂਕ ਯੂ ਕਰਦੀ ਹਾਂ। ਕੋਈ ਨਹੀਂ ਭੈਣ ਜੀ, ਜ਼ਰੂਰ ਹਟ ਜਾਊਗਾ। ਹਾਂਜੀ ਹਾਂਜੀ, ਜਿੱਥੇ ਇੰਨਾ ਫਰਕ ਪੈ ਗਿਆ ਤੇ ਹਾਂਜੀ, ਮੈਨੂੰ ਏਦਾਂ ਲੱਗਦਾ ਸੀ ਮੈਂ ਆਪਣੀ ਟੁੱਟੀ ਲੱਤ ਨੂੰ ਨਾਲ ਜੋੜ ਕੇ ਤੁਰਦੀ ਹਾਂ, ਹੈ। ਹਾਂਜੀ ਹਾਂਜੀ। ਤੇ ਹੁਣ ਮੈਂ ਜਿੱਦਾਂ ਨਾਰਮਲ ਉੱਠ ਖੜ ਕੇ ਆਪਣਾ ਕੰਮ ਕਰਕੇ ਬੈਠ ਜਾਂਦੀ ਹਾਂ, ਪਰ ਜਦੋਂ ਇਹ ਰਾਤ ਨੂੰ ਵੀ ਮੈਂ ਬਹੁਤ ਗੁੱਡ ਸੌਂਦੀ ਹਾਂ। ਤੇ ਉਹ 2 ਇੰਚ ਦੀ ਆ ਗੱਲ। ਬਾਕੀ ਜਦੋਂ ਮੇਰੀ ਦਵਾਈ ਮੁੱਕੂਗੀ ਫਿਰ ਮੈਂ ਤੁਹਾਨੂੰ ਫੋਨ ਕਰੂੰਗੀ। ਮੈਂ ਤੁਹਾਨੂੰ ਇਸ ਕਰਕੇ ਫੋਨ ਕੀਤਾ ਆ ਕਿ ਤੁਹਾਡਾ ਬਹੁਤ ਥੈਂਕ ਯੂ। ਜਿਹੜੀਆਂ ਭੈਣਾਂ ਨੂੰ ਇਹ ਬਿਮਾਰੀ ਆ, ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰਕੇ ਇਹ ਹਟਾਵੋ, ਕਿਉਂਕਿ ਇਹ ਲੇਡੀਜ਼ ਲਈ ਬਹੁਤ ਔਖਾ ਆ। ਔਰ ਭੈਣ ਜੀ, ਭੈਣਾਂ ਨੂੰ ਇਹ ਵੀ ਕਿਹਾ ਕਰੋ ਕਿ ਕਾਲ ਚੱਲਣ ਦੇਖਿਆ ਕਰੋ, ਤਾਂ ਹੀ ਪਤਾ ਲੱਗੇਗਾ ਕਿ ਕੀ ਹੋ ਰਿਹਾ। ਹਾਂਜੀ, ਮੈਂ ਬਹੁਤ ਇੱਥੇ ਆਪਣੀਆਂ ਲੇਡੀਜ਼ ਨੂੰ ਦੱਸਦੀ ਹਾਂ ਜਿਨ੍ਹਾਂ ਦੇ ਗੋਡਿਆਂ ਦੇ ਵਿੱਚ ਏਡੀ ਵੱਡੀ ਸੋਜ ਉਤਰੀ ਆ
ਕਿ ਉਹ ਕਹਿੰਦੀਆਂ ਅਸੀਂ ਤਾਂ ਤਿਲਾਂ ਦਾ ਤੇਲ ਮਲਦੇ ਹਾਂ, ਅਸੀਂ ਤਾਂ ਲੌਂਗਾਂ ਦਾ ਤੇਲ ਮਲਦੇ ਹਾਂ, ਅਸੀਂ ਤਾਂ ਸਰੋਂ ਦਾ ਤੇਲ। ਮੈਂ ਕਿਹਾ ਮਲਣ ਨਾਲ ਕੁਛ ਨਹੀਂ ਹੋਣਾ, ਜੋ ਤੁਹਾਡੇ ਢਿੱਡ ਵਿੱਚ ਕੁਛ ਜਾਊਗਾ ਉਹ ਤੁਹਾਡੀ ਥੋੜੀ ਜਿਹੀ ਹੀ ਮਦਦ ਕਰੂਗਾ। ਸਹੀ ਗੱਲ ਹੈ, ਸਹੀ ਗੱਲ ਹੈ। ਹਾਂਜੀ ਤੇ ਏਦਾਂ ਥੋੜੀ ਕਿ ਤੁਸੀਂ ਉੱਤੇ ਹੁਣ ਲੇਪ ਕਰੀ ਜਾਓ, ਉਹਦਾ ਕੋਈ ਫਰਕ ਨਹੀਂ। ਕੋਈ ਕਹਿੰਦੀ ਸੁੰਡ ਮਿਲ ਲਾ, ਕੋਈ ਕਹਿੰਦੀ ਅਦਰਕ ਮਿਲ ਲਾ, ਏਦਾਂ ਨਹੀਂ ਕੋਈ ਫਰਕ ਪੈਣਾ। ਤੁਹਾਡੀ ਦਵਾਈ ਨੇ ਮੈਨੂੰ ਬਹੁਤ ਫਰਕ ਦਿੱਤਾ। ਜਿਹੜੇ ਮੇਰੇ ਕਹਿੰਦੇ ਹੁੰਦੇ ਆ ਮੇਰੇ ਸਾਰਾ ਕੁਝ ਕਵਰੇਜ ਹੋ ਗਿਆ। ਜਦ ਮੇਰੀ ਦਵਾਈ ਮੁੱਕ ਗਈ ਫਿਰ ਮੈਂ ਤੁਹਾਨੂੰ ਫਿਰ ਫੋਨ ਕਰੂੰਗੀ। ਥੈਂਕ ਯੂ। ਮੈਂ ਆਪਣੀਆਂ ਉਹਨਾਂ ਭੈਣਾਂ ਨੂੰ ਕਹਿਣਾ ਚਾਹੁੰਦੀ ਹਾਂ, ਤਦ ਮੈਨੇ ਫੋਨ ਕੀਤਾ ਕਿ ਜਿਹੜੀਆਂ ਭੈਣਾਂ ਦੇ ਗੋਡੇ ਬਹੁਤ ਜ਼ਿਆਦਾ ਦੁਖਦੇ ਆ ਤੇ ਉਹ ਗੋਡੇ ਡਾਕਟਰ ਸਾਹਿਬ ਤੋਂ ਦਵਾਈ ਲੈਣ। ਥੈਂਕ ਯੂ ਭੈਣ ਜੀ, ਥੈਂਕ ਯੂ ਭੈਣ ਜੀ, ਥੈਂਕ ਯੂ ਵੈਰੀ ਮਚ। ਬਹੁਤ ਅੱਛਾ ਲੱਗਿਆ। ਇਸੇ ਤਰ੍ਹਾਂ ਪ੍ਰੋਗਰਾਮ ਦੇਖਦੇ ਰਹੋ, ਬਹੁਤ ਅੱਛਾ ਲੱਗਦਾ ਜਦੋਂ ਤੁਸੀਂ ਕਾਲ ਕਰਕੇ ਜਦੋਂ ਡਾਕਟਰ ਜੀ ਦਵਾ ਦਿੰਦੇ ਤੁਹਾਨੂੰ ਫਰਕ ਪੈਂਦਾ। ਬੜੀ ਅੱਛੀ ਨਿਊਜ਼ ਹੁੰਦੀ ਹੈ, ਐਟਲੀਸਟ ਲੋਕੀ ਇਨਕਰੇਜ ਹੁੰਦੇ ਨੇ। ਅਸੀਂ ਹਮੇਸ਼ਾ ਕਹਿੰਦੇ ਨੇ ਡਾਕਟਰ ਜੀ ਉਹ ਗੱਲ ਹੋ ਜਾਂਦੀ ਹੈ, ਇਹ ਜਿਹੜੇ ਫਰਕ ਪੈਂਦਾ ਕਿਸੇ ਨੂੰ ਪਏਗਾ ਕਿਸੇ ਨੂੰ ਨਹੀਂ ਪਏਗਾ, ਬੜਾ ਡਿਪੈਂਡ ਕਰਦਾ ਤੁਸੀਂ ਦਵਾ ਕਿਸ ਤਰ੍ਹਾਂ ਖਾਂਦੇ ਹੋ। ਹਾਂਜੀ ਦੈਟਸ ਰਾਈਟ। ਜਿਹੜੇ ਰੈਗੂਲਰ ਦਵਾਈ ਰੱਖਦੇ ਉਹਨਾਂ ਨੂੰ ਤਾਂ ਫਰਕ ਪੈ ਜਾਂਦਾ ਆ। ਬਿਲਕੁਲ। ਜਿਹੜੇ 1-3 ਹਫ਼ਤੇ ਖਾ ਕੇ ਬੰਦ ਕਰ ਦਿੰਦੇ ਫਿਰ ਉਹਨਾਂ ਨੂੰ ਨਹੀਂ ਫਰਕ ਪੈਣਾ, ਕਿਉਂਕਿ ਜਿਹੜੀਆਂ ਬਿਮਾਰੀਆਂ ਲੰਮੇ ਚਿਰ ਦੀਆਂ ਹੋ ਜਾਂਦੀਆਂ ਤੇ ਫਿਰ ਜੇ ਤੁਸੀਂ ਸੋਚਦੇ ਪਏ ਤੇ 3 ਹਫ਼ਤੇ 'ਚ ਮੈਂ ਫਿੱਟ ਹੋ ਜਾਊਂਗਾ ਦਵਾਈ ਖਾ ਕੇ, ਉਹ ਤਾਂ ਹੁਣ ਨਹੀਂ ਲੱਗਾ। ਤੇ ਪਰ ਜੇ ਲਗਾਤਾਰ ਦਵਾਈ ਰੱਖਣਗੇ ਨਾ ਤਾਂ ਹੀ ਉਹਨਾਂ ਨੂੰ ਫਰਕ ਪਏਗਾ। ਡਾਕਟਰ ਜੀ ਕਮਿੰਗ ਬੈਕ ਟੂ ਦ ਟੈਂਸ਼ਨ ਨਾਓ, ਬੜਾ ਇੰਪੋਰਟੈਂਟ ਸਬਜੈਕਟ ਹੈ। ਸਾਰੀ ਬਿਮਾਰੀਆਂ ਇੰਪੋਰਟੈਂਟ ਹੈ। ਮੈਂ ਜੇ ਮੇਰੇ ਵੱਲੋਂ ਐਡਵਾਈਸ ਦਊਂਗਾ ਆਪਣਾ ਦਿਮਾਗ ਨੂੰ ਵਿਹਲਾ ਨਾ ਰੱਖੋ, ਬਿਜ਼ੀ ਰੱਖੋ ਐਵਰੀ ਟਾਈਮ। ਦੈਟਸ ਰਾਈਟ। ਹੈ ਗੱਲਾਂ ਕਰਦੇ ਬਿਜ਼ੀ ਰੱਖਦੇ ਤੁਹਾਨੂੰ ਅੱਖ ਆ ਜਾਣੀ ਚਾਹੀਦੀ ਹੈ। ਅਗਰ ਤੁਸੀਂ 2 ਮਿੰਟ ਬੈਠੇ ਕਿ ਮੈਨੂੰ ਸੋਚਣ ਦਾ ਟਾਈਮ ਲੱਗ ਗਿਆ, ਉਹ ਕੰਮ ਖਰਾਬ ਹੁੰਦਾ। ਹਾਂ ਦੈਟਸ ਰਾਈਟ, ਕਿਉਂਕਿ ਉਹ ਆਟੋਮੈਟਿਕਲੀ ਸਾਡਾ ਦਿਮਾਗ ਇੱਦਾਂ ਦਾ ਨੈਗੇਟਿਵ ਚੀਜ਼ਾਂ ਵੱਲ ਜਾਣ ਲੱਗ ਪੈਂਦਾ ਆ। ਹਾਂਜੀ ਨੈਗੇਟਿਵ ਸੋਚਦੇ ਆ ਉਹ ਫਿਰ ਤੁਹਾਨੂੰ ਕੋਈ ਨਾ ਕੋਈ ਫਿਕਰ ਹੋ ਜਾਂਦਾ ਹੈ। ਫਿਕਰ ਹੋ ਜਾਂਦਾ ਉਹ ਫਿਰ ਤੁਹਾਡੇ ਮਾਈਂਡ 'ਤੇ ਅਸਰ ਕਰਦਾ, ਨਾਲ ਹੀ ਬੋਡੀ 'ਤੇ ਅਸਰ ਕਰਦਾ ਹੈ। ਸੋ ਦੈਟਸ ਕੋਜ਼ ਕੋਈ ਨਾ ਕੋਈ ਸਿੰਪਟਮ ਆ ਜਾਂਦਾ ਹੈ। ਜਿਹਨੂੰ ਕੋਈ ਪੇਟ ਦਾ ਪ੍ਰੋਬਲਮ ਆ, ਤੁਸੀਂ ਫਿਕਰ ਕਰੀ ਜਾਂਦੇ, ਉਹ ਪੇਟ ਦੇ ਹੋਰ ਦਰਦ ਪੈਣ ਲੱਗ ਪੈਂਦਾ ਜਾਂ ਹੋਰ ਲੂਸ ਮੋਸ਼ਨਸ ਹੋ ਜਾਂਦੇ ਕੁਝ ਨਾ ਕੁਝ। ਸੋ ਜ਼ਰੂਰੀ ਆ ਵੀ ਤੁਸੀਂ ਆਪਣੇ ਆਪ ਨੂੰ ਰੋਕੋ। ਜਦੋਂ ਨੈਗੇਟਿਵ ਥੋਟਸ ਆਉਂਦੇ ਰੋਕ ਸਕਦੇ, ਤੁਸੀਂ ਕਹਿ ਸਕਦੇ ਵੀ ਨਹੀਂ ਮੈਂ ਸੋਚਣਾ ਹੈਗਾ। ਕਿਉਂਕਿ ਟਾਈਮ ਬੜਾ ਥੋੜ੍ਹਾ ਅੰਦਰ ਬ੍ਰੇਕ ਲੈਣ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਨਾ ਭੈਣ ਜੀ ਦੀ ਗੱਲ ਕਰਦੇ ਹਾਂ ਗੋਡਿਆਂ ਦੀ। ਇਹ ਵੀ ਬੜੀ ਕਾਮਨ ਬਿਮਾਰੀ ਹੈ ਆਪਣੇ 'ਚ, ਬਹੁਤ ਜ਼ਿਆਦਾ ਹੈਗੀ, ਬਹੁਤ ਜ਼ਿਆਦਾ ਭਾਜੀ। ਜਿਹਦੀ ਤੁਸੀਂ ਗੱਲ ਦੇਖ ਲਓ ਨਾ, ਥੋੜੇ ਬੰਦੇ ਦੀ ਉਮਰ ਹੋ ਜਾਂਦੀ ਹੈ ਤੇ ਆਪਾਂ ਗੱਲ ਕਰਨ ਤੋਂ ਪਹਿਲਾਂ ਨਾ ਆਪਾਂ ਕਾਲ ਲੈ ਲੈਂਦੇ ਹਾਂ। ਸਾਡੇ ਨਾਲ ਜਗਜੀਤ ਕੌਰ ਜੁੜੇ ਨੇ ਕਾਲ ਤੇ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਕਿੱਥੋਂ ਬੋਲਦੇ ਹੋ ਭੈਣ ਜੀ? ਅਸੀਂ ਜੀ ਲੰਡਨ ਤੋਂ ਬੋਲਦੇ ਹਾਂ। ਮੈਂ ਦਵਾ 2 ਦਿਨ ਖਾਧੀ, 3 ਦਿਨ ਤੇ ਮੇਰੀ ਨਾ ਢੂਹੀ ਸਿੱਧੀ ਹੋ ਚੱਲੀ। ਮੇਰੇ ਗੋਡੇ ਬਹੁਤ ਦੁਖਦੇ ਸੀਗੇ। ਹਾਂਜੀ। ਤੇ ਗੋਡੇ ਬਹੁਤ ਦੁਖਦੇ ਸੀ। ਮੈਨੂੰ 2 ਦਿਨਾਂ 'ਚ ਮਹਿਸੂਸ ਹੋਣ ਲੱਗ ਗਿਆ ਕਿ ਮੈਂ ਸਿੱਧੀ ਹੋ ਕੇ ਤੁਰਨ ਲੱਗ ਗਈ। ਕੀ ਬਾਤ ਹੈ, ਵੈਰੀ ਨਾਈਸ। ਅੱਛਾ ਹੁਣ 2 ਦਿਨ ਹੋਏ ਤੇ ਦਵਾ ਖਾਂਦੇ ਨੂੰ? ਹਾਂਜੀ ਮੈਨੂੰ ਫਰਾਈਡੇ ਦਵਾ ਮਿਲੀ ਸੀਗੀ। ਸੈਟਰਡੇ ਮੈਂ ਇੱਕ ਉਹਨਾਂ ਨੇ ਬੋਤਲ ਦਿੱਤੀ ਸੀ ਪਹਿਲਾਂ ਪੀਣ ਨੂੰ, ਫਿਰ ਸੈਟਰਡੇ ਮੈਂ ਸੈਟਰਡੇ ਸ਼ੁਰੂ ਕੀਤੀ ਤੇ ਸੈਟਰਡੇ ਸੰਡੇ ਕੱਲ ਮੈਂ ਨਿਤੋਂ ਰਜਾਈ ਨਹੀਂ ਸੀ ਲੈ ਹੁੰਦੀ ਪੈਰ ਨਾਲ, ਜਿਹੜੀ ਮੇਰੇ ਖੱਬੀ ਲੱਤ ਦੁਖਦੀ ਸੀ ਗੋਡਾ। ਤੇ ਕੱਲ ਮੇਰੇ ਆਪੇ ਮੇਰਾ ਪੈਰ ਉੱਠ ਕੇ ਮੇਰੀ ਰਜਾਈ ਮੁੱਕ ਗਈ। ਤੇ ਕਿੰਨੇ ਦਿਨ ਹੋ ਗਏ ਤੁਹਾਡੇ ਦੁਖਦੇ ਨੂੰ ਵੈਸੇ? ਉਹ ਮੈਨੂੰ ਦੁੱਖ ਹੋ ਗਏ 2-3 ਸਾਲ ਹੋ ਗਏ। ਰੀਅਲੀ 2 ਸਾਲ? ਡਾਕਟਰ ਤੇ ਏਡੀ ਛੇਤੀ ਆਰਾਮ ਆ ਗਿਆ? ਦੇਖੋ ਜੀ ਮੈਂ ਕਿਹਾ ਮੈਂ ਥੈਂਕਸ ਕਹਾਂ। ਹਾਂਜੀ ਥੈਂਕ ਯੂ ਭੈਣ ਜੀ, ਥੈਂਕ ਯੂ ਫੋਨ ਕਰਨ ਦਾ। ਪਰ ਮੈਂ ਹੁਣੇ ਕਹਿ ਕੇ ਹਟਿਆ, ਦੇਖੋ ਜੀ ਟਾਈਮ ਲੱਗ ਜਾਂਦਾ ਦਵਾਈਆਂ ਨੂੰ। ਕਈ ਵਾਰੀ ਹੋਮਿਓਪੈਥੀ ਦਵਾਈ ਏਦਾਂ ਜਾਦੂ ਵਾਂਗਰ ਵੀ ਕੰਮ ਕਰ ਜਾਂਦੀ ਹੈ। ਹਾਂਜੀ ਇਹਨਾਂ ਦੇ ਹੁਣ 2 ਦਿਨਾਂ 'ਚ ਇੰਨਾ ਫਰਕ ਪੈ ਗਿਆ। ਥੈਂਕ ਯੂ ਭੈਣ ਜੀ ਤੁਹਾਡੇ ਕਾਲ ਕਰਨ ਦਾ। ਥੈਂਕ ਯੂ ਸੋ ਮਚ। ਥੈਂਕ ਯੂ। ਬਸ ਇਸੇ ਤਰ੍ਹਾਂ ਪ੍ਰੋਗਰਾਮ ਦੇਖਦੇ ਰਹੋ, ਬੜਾ ਅੱਛਾ ਲੱਗਦਾ ਜਦੋਂ ਤੁਸੀਂ ਕਾਲ ਕਰਦੇ ਹੋ। ਡਾਕਟਰ ਜੀ ਜਦੋਂ ਹੁਣ ਅਸੀਂ ਦੇਖੋ ਬੜੀ ਨਾ ਕਮਾਲ ਦੀ ਗੱਲ ਹੈਗੀ ਆ, ਜਦੋਂ ਕਿਸੇ ਦੀ ਦਵਾ ਕੰਮ ਨਹੀਂ ਨਾ ਕਰਦੀ ਉਹਦਾ ਕੋਈ ਮਤਲਬ ਰੀਜ਼ਨ ਜ਼ਰੂਰ ਹੋ ਸਕਦਾ ਹੈ। ਕਿਉਂਕਿ ਅਸੀਂ ਡਾਕਟਰ ਨੂੰ, ਮੈਂ ਡਾਕਟਰ ਦੀ ਫੇਵਰ ਨਹੀਂ ਕਰਦਾ, ਮੈਂ ਜਨਰਲੀ ਗੱਲ ਕਰ ਰਿਹਾ, ਕੋਈ ਵੀ ਤੁਹਾਡਾ ਡਾਕਟਰ ਹੋਵੇ, ਸਾਡੇ ਆਪਣੇ ਰਾਜ ਬੈਂਸ ਹੋਣ, ਅਗਰ ਤੁਹਾਡੇ ਦਵਾ ਨਹੀਂ ਕੰਮ ਕਰਦੀ ਤੁਹਾਨੂੰ ਨਹੀਂ ਭਾਜੀ ਕੋਈ ਨਾ ਕੋਈ ਉਹਦਾ ਰੀਜ਼ਨ ਹੋ ਸਕਦਾ। ਨਹੀਂ ਕਈ ਰੀਜ਼ਨ ਹੋ ਸਕਦੇ ਭਾਜੀ। ਸੋ ਇੱਕ ਹੋ ਸਕਦਾ ਭਈ ਆਪਣਾ ਪਰਹੇਜ਼ ਨਹੀਂ ਕੀਤਾ, ਉਹਨੇ ਡਾਇਟ ਨਹੀਂ ਚੇਂਜ ਕੀਤੀ ਜਿੱਦਾਂ ਅਸੀਂ ਦੱਸਿਆ। ਤੇ ਹੋਰ ਵੀ ਹੋ ਸਕਦਾ ਭਈ ਉਹ ਡੂੰਘੀ ਵਾਲੀ ਬਿਮਾਰੀ ਪਈ, ਉਹਨੂੰ ਟਾਈਮ ਲੱਗਣਾ ਆ। ਹਾਂਜੀ ਤੇ ਬਾਕੀ ਹੋ ਸਕਦਾ ਪਈ ਅਸੀਂ ਡਾਕਟਰ ਨੇ ਉਹ ਸਿਲੈਕਸ਼ਨ ਹਾਲੇ ਨਹੀਂ ਸਹੀ ਕੀਤੀ ਦਵਾਈ ਦੀ। ਨਹੀਂ ਸਹੀ ਕੀਤੀ, ਬਿਲਕੁਲ ਸਹੀ, ਉਹ ਵੀ ਗੱਲ ਹੋ ਸਕਦਾ। ਸੋ ਉਹ ਵੀ ਹੋ ਸਕਦਾ ਹੈ ਵੀ ਅਸੀਂ ਹਰੇਕ 100% ਤਾਂ ਨਹੀਂ ਅਸੀਂ ਠੀਕ ਹੀ ਦਵਾਈ ਦੇਈਦੀ ਹੈ ਹਰ ਵੇਲੇ। ਕਈ ਵਾਰੀ ਸਭ ਤੋਂ ਨਹੀਂ ਸਿਲੈਕਟ ਹੁੰਦੀ ਹੈਗੀ ਜਿਹੜੀ ਦਵਾਈ ਉਹਨਾਂ ਨੂੰ ਫਿੱਟ ਬੈਠਦੀ। ਪਰ ਡਾਕਟਰ ਤੁਸੀਂ ਕਹਿੰਦੇ ਕੋਲ ਸਿਲੈਕਟ ਨਹੀਂ ਹੁੰਦੀ, ਇਹ ਸਿਲੈਕਟ ਤਾਂ ਨਹੀਂ ਹੁੰਦੀ ਕਿਉਂਕਿ ਤੁਹਾਨੂੰ ਸਹੀ ਨਹੀਂ ਦੱਸਿਆ ਗਿਆ।
ਹਾਂਜੀ ਹਾਂਜੀ, ਸੋ ਕਈ ਵਾਰੀ ਅਸੀਂ ਇਨਫੋਰਮੇਸ਼ਨ ਲਈਦੀ ਆ ਤੇ ਉਹ ਸਹੀ ਇਨਫੋਰਮੇਸ਼ਨ ਨਹੀਂ ਮਿਲਦੀ ਹੈਗੀ। ਹਾਂਜੀ, ਹੁਣ ਕਈ ਪਾਸਟ ਹਿਸਟਰੀ ਵਿੱਚ ਕੋਈ ਪ੍ਰੋਬਲਮ ਹੁੰਦਾ, ਉਹ ਕਹਿੰਦੇ ਵੀ ਇੱਕ ਵਾਰੀ ਮੈਨੂੰ ਨਿਮੋਨੀਆ ਹੋਇਆ ਸੀਗਾ ਤੇ ਉਦੋਂ ਦਾ ਮੈਂ ਬਿਮਾਰ, ਉਹ ਨਹੀਂ ਦੱਸਦੇ ਹੈਗੇ ਪਾਸਟ ਹਿਸਟਰੀ ਵਿੱਚ। ਬੜੀ ਵੱਡੀ ਗੱਲ ਹੈ ਦੱਸਣਾ ਦੈਟਸ ਰਾਈਟ, ਕਿਸੇ ਨੂੰ ਟੀਬੀ ਹੋਈ ਸੀ ਪਹਿਲਾਂ, ਉਹਨੇ ਦੱਸਿਆ ਨਹੀਂ ਵੀ ਮੈਨੂੰ ਪਹਿਲਾਂ ਟੀਬੀ ਹੋਈ ਸੀਗੀ। ਸੋ ਪਾਸਟ ਹਿਸਟਰੀ ਵੀ ਇੰਪੋਰਟੈਂਟ ਆ, ਫੈਮਿਲੀ ਹਿਸਟਰੀ ਵੀ ਇੰਪੋਰਟੈਂਟ ਆ, ਵੀ ਉਹ ਨਹੀਂ ਦੱਸਦੇ ਉਹਨਾਂ ਦੀ ਫੈਮਿਲੀ 'ਚ ਕਿਸੇ ਨੂੰ ਕੈਂਸਰ ਹੋਇਆ ਸੀ। ਸੋ ਇੱਦਾਂ ਦੀ ਸਾਰੀਆਂ ਚੀਜ਼ਾਂ ਸਾਨੂੰ ਇਕੱਠੀਆਂ ਕਰਕੇ, ਉਹ ਜਿੱਦਾਂ ਜਿਗਸੋ ਪਜ਼ਲ ਇਕੱਠਾ ਕਰੀਦਾ ਹੈ ਨਾ, ਪਜ਼ਲ ਬਣਾਈਦਾ, ਇੱਦਾਂ ਫਿੱਟ ਕਰਨੇ ਹੀ ਪੈਂਦੇ ਪੀਸਿਸ, ਤਾਂ ਸਹੀ ਦਵਾਈ ਬਣਦੀ ਹੈ। ਪਰ ਇਹ ਵੀ 2 ਸਾਲ ਕਾਫੀ ਲੰਮਾ ਅਰਸਾ ਹੈ ਤੇ ਦੇਖੋ 2 ਦਿਨਾਂ 'ਚ ਫਰਕ ਪੈ ਗਿਆ। 2 ਦਿਨਾਂ 'ਚ ਫਰਕ ਪੈ ਗਿਆ। ਕਈ ਵਾਰੀ ਇੱਦਾਂ ਅਮੇਜ਼ਿੰਗ ਰਿਜ਼ਲਟ ਮਿਲਦਾ ਹੋਮਿਓਪੈਥੀ ਨਾਲ ਭਾਜੀ, ਜਾਂ ਕਰਕੇ ਉਹ ਬਾਡੀ ਨੂੰ ਸਟਿਮੂਲੇਟ ਕਰਦੀ ਹੈ ਵੀ ਆਪਣੇ ਆਪ ਨੂੰ ਹੀਲ ਕਰ। ਹਾਂਜੀ, ਜਿੱਦਾਂ ਤੁਸੀਂ ਪੇਨ ਕਿਲਰ ਖਾਂਦੇ ਆ, ਉਹ ਤਾਂ ਸਿਰਫ ਉਹਨੇ 3-4 ਘੰਟੇ ਸਿੰਪਟਮ ਨੂੰ ਦਬਾਉਣਾ ਹੀ ਆ। ਬਿਲਕੁਲ, ਹੋਮਿਓਪੈਥਿਕ ਦਵਾਈ ਨੇ ਇੱਕ ਹੋਰ ਤਰੀਕੇ ਨਾਲ ਠੀਕ ਕਰਨਾ। ਡਾਕਟਰ ਜੀ ਮਾਫੀ ਚਾਹਨਾ, ਬ੍ਰੇਕ ਵੱਲ ਟਾਈਮ ਜਾ ਰਿਹਾ, ਪਲੀਜ਼ ਤੁਸੀਂ ਕਾਲ ਕਰਨਾ ਜੋ ਸ਼ੋਅ ਦੇ ਦਰਮਿਆਨ ਕਰਿਆ ਕਰੋ। ਟੈਲੀਫੋਨ ਨੰਬਰ ਮੈਂ ਅੱਜ ਰਿਪੀਟ ਨਹੀਂ ਕਰਦਾ, ਮੈਂ ਲੋਕੀ ਕਹਿੰਦੇ ਮੈਂ ਕਿ ਬਹੁਤ ਦਫਾ ਕਰਦਾ ਹੁੰਦਾ, ਅੱਜ ਮਿਸ ਹੋ ਗਿਆ। 0121551101। ਜਦੋਂ ਵੀ ਕਾਲ ਕਰੋਗੇ ਪਲੀਜ਼ ਸਾਡੇ ਕਾਲ ਸੈਂਟਰ ਨੂੰ ਆਪਣਾ ਨਾਮ ਦੱਸ ਦਿਓ, ਤੇ ਫਿਰ ਮੈਂ ਤੁਹਾਡਾ ਨਾਮ ਨਹੀਂ ਪੁੱਛਾਂਗਾ। ਅੱਛਾ ਲੱਗਦਾ ਕਿ ਮੈਨੂੰ ਪਤਾ ਲੱਗ ਜਾਂਦਾ ਕਿ ਕੌਣ ਕਾਲ ਕਰਦਾ ਔਰ ਕਿੱਥੋਂ ਤੁਸੀਂ ਕਾਲ ਕਰਦੇ ਹੋ। ਡਾਕਟਰ ਜੀ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। ਪਲੀਜ਼ ਡੋਂਟ ਗੋ ਟੂ ਫਾਰ। ਸਤਿ ਸ਼੍ਰੀ ਅਕਾਲ ਜੀ। ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਕਰਦੇ ਹੋ ਪਲੀਜ਼ ਆਪਣਾ ਫੀਡਬੈਕ ਦਿਆ ਕਰੋ, ਹਮੇਸ਼ਾ ਹੀ ਸ਼ੋਅ ਬਾਰੇ ਫੀਡਬੈਕ ਦਿਆ ਕਰੋ। ਆਪਣੀ ਬਿਮਾਰੀ ਦਾ ਅਗਰ ਤੁਸੀਂ ਇਲਾਜ ਕਰਾ ਰਹੇ ਹੋ ਉਹਦਾ ਵੀ ਫੀਡਬੈਕ ਦਿਆ ਕਰੋ। ਬੇਸ਼ੱਕ ਤੁਹਾਨੂੰ ਨਹੀਂ ਫਰਕ ਪਿਆ, ਉਹ ਵੀ ਡਾਕਟਰ ਜੀ ਨੂੰ ਪਤਾ ਲੱਗਣਾ ਚਾਹੀਦਾ, ਤਾਂ ਕਿ ਜਿੱਦਾਂ ਹੁਣੇ ਡਾਕਟਰ ਜੀ ਨੇ ਦੱਸਿਆ ਕਿ ਮੇਬੀ ਜੋ ਉਹਨਾਂ ਨੇ ਪੜ੍ਹਾਈ ਦਵਾਈ ਉਹ ਪ੍ਰੋਪਰ ਨਹੀਂ ਬਣੀ, ਕਿਉਂਕਿ ਕਮਿਊਨੀਕੇਸ਼ਨਸ ਤੁਹਾਨੂੰ ਗੱਲਾਂ ਰਹਿ ਗਈਆਂ ਵਿੱਚ ਥੋੜ੍ਹੀਆਂ ਬਹੁਤੀਆਂ ਜੋ ਡਾਕਟਰ ਪੁੱਛ ਰਹੇ ਨੇ। ਇਹੀ ਮੈਂ ਹਰ ਦਫਾ TV ਦੇ ਉੱਪਰ ਕਹਿੰਦਾ, ਜਿਹੜੇ ਜਦੋਂ ਲਾਈਵ ਸ਼ੋਅ ਕਰਦੇ ਨਾ ਤੁਹਾਡੇ ਨਾਲ ਡਾਕਟਰ ਜੀ ਤੁਹਾਨੂੰ ਪਰਸਨਲ ਸਵਾਲ ਪੁੱਛਣੇ ਹੁੰਦੇ ਆ, ਉਹ ਅਸੀਂ ਹੁਣ ਇਹ ਨਹੀਂ ਪੁੱਛ ਸਕਦੇ ਕਿਉਂਕਿ ਥੋੜਾ ਪਰਸਨਲ ਮੈਟਰ ਹੁੰਦਾ। ਦਿਸ ਇਜ਼ 1-to-1 ਤੁਹਾਡੀ ਕੰਸਲਟੇਸ਼ਨ ਕਰਦੇ ਨੇ ਡਾਕਟਰ, ਤੇ ਉਹਦੇ ਨਾਲ ਤੁਹਾਡੇ ਦਵਾ ਬਣਾ ਕੇ ਦਿੰਦੇ ਨੇ। ਚਲੋ ਆਪਾਂ ਸ਼ੋਅ ਅੱਗੇ ਲੈ ਕੇ ਚੱਲਦੇ ਹਾਂ। ਡਾਕਟਰ ਜੀ ਇਹ ਜਿਹੜਾ ਨਾ ਆਪਾਂ ਗੋਡਿਆਂ ਦੀ ਗੱਲ ਕਰਦੇ ਸੀਗੇ ਕਿ ਬੜਾ ਬਹੁਤ ਕਾਮਨ ਹੈ, ਬਹੁਤ ਜ਼ਿਆਦਾ ਕਾਮਨ ਹੈ, ਇਹਦਾ ਕੀ ਰੀਜ਼ਨ ਹੋ ਸਕਦਾ ਹੁਣ? ਹਾਂਜੀ, ਸੋ ਇੱਕ ਤਾਂ ਰੀਜ਼ਨ ਭਾਜੀ ਇਹਦਾ ਜਿਹੜਾ ਮੁਲਕ ਆ ਇਹ ਬਹੁਤ ਠੰਡਾ ਆ, ਇੱਥੇ ਤੇ ਮੀਂਹ ਬਹੁਤ ਪੈਂਦਾ ਹੈ, ਡੈਂਪ ਮੌਸਮ ਹੈ। ਹਾਂਜੀ, ਸੋ ਇਹਦਾ ਬਹੁਤ ਅਸਰ ਹੁੰਦਾ ਸਰੀਰ ਤੇ, ਡੈਂਪ ਮੌਸਮ ਤੇ ਬਿਮਾਰੀ ਜੋੜਾਂ ਨੂੰ ਲੱਭਦੀ ਹੈ, ਫਿਰ ਜੋੜਾਂ ਨੂੰ ਲੱਭਦੀ ਹੈ ਖਾਸ ਇਹ ਬਿਮਾਰੀ। ਦੈਟਸ ਰਾਈਟ। ਯਾ ਤੁਸੀਂ ਵੀ ਦੇਖਿਆ ਵੀ ਹੋਣਾ, ਜਦੋਂ ਸਿਆਲ ਹੁੰਦਾ ਨਾ ਤੇ ਤੁਹਾਡੇ ਜਿਹੜਾ ਮੂਵਮੈਂਟ ਹੈ, ਮੋਬਿਲਿਟੀ ਇੰਨੀ ਵਧੀਆ ਨਹੀਂ ਹੁੰਦੀ, ਨੈਚੁਰਲੀ ਬੰਦਾ ਸਟਿਫ ਹੋ ਜਾਂਦਾ ਥੋੜਾ। ਜਦੋਂ ਗਰਮੀ ਹੁੰਦੀ ਹੈ, ਸਮਰ ਟਾਈਮ ਹੁੰਦਾ, ਤੁਸੀਂ ਈਜ਼ੀ ਥੋੜ੍ਹਾ ਜਿਹਾ ਮੂਵਮੈਂਟ ਤੁਹਾਡੇ ਹੁੰਦੇ ਆ। ਸੋ ਇਹ ਜੋੜਾਂ ਨੂੰ ਕਾਫੀ ਮੌਸਮ ਦਾ ਅਸਰ ਹੁੰਦਾ ਹੈ। ਤੇ ਦੂਸਰਾ ਇੰਪੋਰਟੈਂਟ ਚੀਜ਼ ਹੈ ਡਾਇਟ। ਹਾਂਜੀ, ਜੋ ਤੁਸੀਂ ਖਾਂਦੇ ਆ ਉਹਦਾ ਤੁਹਾਡੀ ਬਾਡੀ ਤੇ ਕੋਈ ਨਾ ਕੋਈ ਅਸਰ ਹੋਣਾ ਹੀ ਆ। ਤੇ ਹੁਣ ਅਨਫੋਰਚੂਨੇਟ ਜਿਹੜੀਆਂ ਜ਼ਿਆਦਾ ਸਬਜ਼ੀਆਂ, ਉਹ ਬਾਈ ਵਾਲੀਆਂ ਸਬਜ਼ੀਆਂ ਜ਼ਿਆਦਾ ਮਿਲਦੀਆਂ ਇੱਥੇ। ਹਾਂਜੀ, ਤੇ ਇਹ ਹੁਣ ਇੰਡੀਆ 'ਚ ਫੋਨ ਕੀਤਾ, ਉਹ ਕਹਿੰਦੇ ਸਾਨੂੰ ਵੀ ਕਹਿੰਦੇ ਹੋਰ ਕੁਝ ਮਿਲਦਾ ਨਹੀਂ ਇੱਥੇ, ਜਾਂ ਗੋਭੀ ਮਿਲਦੀ ਜਾਂ ਗਾਜਰਾਂ ਮਿਲਦੀਆਂ। ਹਾਂਜੀ, ਸੋ ਇਹ ਦੋਨੇ ਬਾਈ ਠੰਡੀਆਂ ਚੀਜ਼ਾਂ ਆ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਜੋੜਾਂ 'ਤੇ ਬਹੁਤ ਅਸਰ ਕਰਦੀਆਂ ਆ। ਹਾਂਜੀ, ਪਰ ਡਾਕਟਰ ਜੀ ਇੱਕ ਹੋਰ ਗੱਲ ਹੈਗੀ ਹੈ, ਜਦੋਂ ਤੁਸੀਂ ਕਹਿੰਦੇ ਹੋ ਗੋਭੀ ਹੋਇਆ ਤੇ ਆਲੂ ਹੋਏ, ਇਹ ਤਾਂ ਬਗੈਰ ਗਾਉਂ ਤੋਂ ਵੀ ਆਪੇ ਉੱਗ ਜਾਂਦੇ ਨੇ, ਔਰ ਸਾਰਿਆਂ ਨੂੰ ਸਸਤੇ ਆਈਟਮ ਹੈਗੇ ਨੇ। ਤੇ ਕੋਸ਼ਿਸ਼ ਕਰਿਆ ਕਰੋ ਕੋਈ ਚੁਣ ਕੇ ਅੱਛੀ ਤਰ੍ਹਾਂ ਸਬਜ਼ੀ ਲਵੋ, ਕਿ ਬੜੀ ਅੱਛੀ ਚੀਜ਼ਾਂ ਹੈਗੀਆਂ। ਹੁਣ ਮੈਂ ਇੱਥੇ ਆਪਸੀ ਸਬਜ਼ੀਆਂ ਦੀ ਨਹੀਂ ਗੱਲ ਕਰਦੇ, ਨਾ ਮੈਨੂੰ ਬਹੁਤਾ ਪਤਾ ਹੈ। ਤੁਸੀਂ ਭਿੰਡੀਆਂ ਦੀ ਗੱਲ ਕਰਦੇ ਹੋ ਭਾਜੀ, ਕਿੰਨੀਆਂ ਮਹਿੰਗੀਆਂ ਮਿਲਦੀਆਂ ਨੇ ਇਸ ਕੰਟਰੀ ਦੇ ਵਿੱਚ। ਦੈਟਸ ਰਾਈਟ। ਹਾਂਜੀ, ਕਈ ਆਊਟ ਆਫ ਸੀਜ਼ਨ ਹੋ ਜਾਂਦੀ ਫਿਰ। ਤੁਸੀਂ ਕਰੇਲੇ ਦੀ ਭਿੰਡੀਆਂ ਖਾਣੀਆਂ ਚੰਗੀਆਂ ਨੇ, ਕਰੇਲੇ ਖਾਣੇ ਠੀਕ ਹੈਗੇ ਨੇ, ਕਰੇਲੇ ਤਾਂ ਬਹੁਤ ਅੱਛੇ ਖਾਣੇ। ਹਾਂਜੀ ਹਾਂਜੀ, ਕਹਿੰਦੇ ਡਾਇਬੀਟੀਜ਼ ਲਈ ਵੀ ਠੀਕ ਹੁੰਦੇ ਥੋੜੇ ਬਹੁਤੇ, ਉਦਾਂ ਵੀ ਗਰਮ ਹੁੰਦੇ ਆ ਤੇ ਸ਼ੂਗਰ ਲਈ ਵਧੀਆ ਹੁੰਦੇ ਆ। ਪਰ ਇਦਾਂ ਵੀ ਮਿਕਸਡ ਕਰਨਾ ਚਾਹੀਦਾ ਡਾਇਟ, ਜਿਹੜਾ ਸਬਜ਼ੀਆਂ ਚੇਂਜ ਕਰੀ ਜਾਓ, ਰੋਜ਼ ਹੀ ਉਹੀ ਸਬਜ਼ੀ ਨਾ ਖਾਈ ਜਾਓ। ਹਾਂਜੀ, ਤੇ ਹੋਰ ਕਈ ਆਈਟਮ ਹੈਗੇ, ਜਿੱਦਾਂ ਹੁਣ ਇੱਥੇ ਦੁੱਧ ਬਹੁਤ ਵਰਤਦੇ ਆ ਇਸ ਮੁਲਕ ਵਿੱਚ, ਤੇ ਗਾਂ ਦਾ ਦੁੱਧ ਆ ਉਹ ਵੀ ਬਾਈ ਬਹੁਤ ਕਰਦਾ ਆ। ਸੋ ਆਲ ਦਿਸ ਥਿੰਗਸ ਇੱਕ ਐਸਿਡਿਟੀ ਵੀ ਪੈਦਾ ਕਰਦੇ ਬੋਡੀ ਦੇ ਵਿੱਚ, ਤੇ ਇਹ ਵੀ ਜੋੜਾਂ ਲਈ ਮਾੜੀ ਆ। ਹਾਂਜੀ, ਦਿਸ ਕਾਈਂਡ ਆਫ ਥਿੰਗਸ। ਤੇ ਬਾਕੀ ਹੈਗਾ ਆਪਣਾ, ਜਿੱਦਾਂ ਆਪਾਂ ਗੱਲ ਕਰ ਰਹੇ ਸਟ੍ਰੈਸ। ਹਾਂਜੀ, ਹੁਣ ਹਰੇਕ ਫੈਮਿਲੀ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ। ਹਾਂਜੀ, ਉਹ ਫਿਰ ਕੋਈ ਸਟ੍ਰੈਸ ਜ਼ਿਆਦਾ ਲੈ ਲੈਂਦੇ ਆ, ਕਈ ਘੱਟ ਲੈਂਦੇ ਆ। ਜਿਨ੍ਹਾਂ ਤੇ ਬੋਝ ਰਹਿੰਦਾ ਸਟ੍ਰੈਸ ਦਾ ਮਨ ਤੇ, ਉਹਨਾਂ ਦੇ ਬੋਡੀ 'ਚ ਕੋਈ ਨਾ ਕੋਈ ਬਿਮਾਰੀ ਪੈਦਾ ਹੋ ਜਾਂਦੀ ਹੈ। ਸੋ ਦੈਟਸ ਬਿਮਾਰੀਆਂ ਵੀ ਬਹੁਤ ਵੱਧ ਗਈਆਂ ਨੇ, ਬਹੁਤ ਜ਼ਿਆਦਾ। ਔਰ ਦੂਸਰੀ ਗੱਲ, ਪਹਿਲਾਂ ਅਵੇਅਰਨੈਸ ਨਹੀਂ ਸੀ ਹੁੰਦੀ, ਬਿਕੋਜ਼ ਸਾਡੇ ਪਾਸ ਸੋਸ਼ਲ ਮੀਡੀਆ ਨਹੀਂ ਸੀਗਾ, ਟੈਲੀਵਿਜ਼ਨ ਨਹੀਂ ਸੀਗੀਆਂ, ਤੇ ਕੋਈ ਤੁਸੀਂ ਆਪਣੇ ਖਾਸ ਬੰਦੇ ਨਾਲ ਗੱਲ ਕਰਦੇ ਸੀ, ਆਮ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ। ਹੁਣ ਅਸੀਂ ਹੁਣ ਆਪਣਾ ਐਗਜ਼ਾਮਪਲ ਕਰ ਲਈ, ਅਸੀਂ ਗੱਲਾਂ ਕਰਦੇ ਹਾਂ ਕਿ ਲੱਖੋਂ ਤੋਂ ਉੱਪਰ ਬੰਦਾ ਦੇਖ ਰਿਹਾ ਪ੍ਰੋਗਰਾਮ ਨੂੰ, ਕਿਹੜੀ ਦੁਨੀਆ 'ਚ ਦੇਖਦੇ ਪਏ ਨੇ। ਸੋ ਉਹਦੀ ਅਵੇਅਰਨੈਸ ਹੁੰਦੀ ਪਈ ਹੈ, ਪਤਾ ਲੱਗਦਾ ਕਿ ਕਿਹੜੀਆਂ ਬਿਮਾਰੀਆਂ। ਪਰ ਦੂਸਰੀ ਗੱਲ ਹੈ ਕਿ ਅਸੀਂ ਬੜੀਆਂ ਪੋਜ਼ੀਟਿਵ ਵੀ ਗੱਲਾਂ ਕਰਦੇ ਹਾਂ, ਤੁਹਾਨੂੰ ਹਿੰਮਤ ਵੀ ਦਿੰਦੇ ਹਾਂ, ਆਪਣਾ ਸੋਚਣ ਦਾ ਢੰਗ ਵੀ ਦੱਸਦੇ ਹਾਂ,
ਬੇਸ਼ੱਕ ਅਸੀਂ ਮੈਂ ਖੁਦ ਨਾ ਕਰ ਦਵਾਂ ਲੇਕਿਨ ਐਡਵਾਈਸ ਆਪਣਾ ਤਾਂ ਮੂੰਹ ਹਿਲਾ ਕੇ ਐਡਵਾਈਸ ਜਿਹੜੀ ਹੁੰਦੀ ਹੈ ਭਾਜੀ। ਹਾਂਜੀ ਹਾਂਜੀ ਸਹੀ ਗੱਲ ਹੈ, ਦੈਟਸ ਰਾਈਟ, ਯੂ ਹੈਵ ਟੂ ਗਿਵ ਦੀ ਰਾਈਟ ਐਡਵਾਈਸ। ਬਿਲਕੁਲ ਹਾਂਜੀ, ਸੋ ਆਪਾਂ ਕੋਸ਼ਿਸ਼ ਇਹੀ ਕਰ ਰਹੇ ਕਿ ਹਰ ਇੱਕ ਨੂੰ ਸਹੀ ਐਡਵਾਈਸ ਦਈਏ, ਪਰ ਜਿੱਦਾਂ ਤੁਸੀਂ ਕਹਿੰਦੇ ਆਪਾਂ ਪੂਰੀ ਐਡਵਾਈਸ ਲਾਈਵ ਸ਼ੋਅ 'ਚ ਨਹੀਂ ਦੇ ਸਕਦੇ ਹੈਗੇ, ਪਰ ਫਿਰ ਵੀ ਥੋੜੇ ਬਹੁਤੇ ਆਪਾਂ ਇੰਡੀਕੇਸ਼ਨ ਦੇ ਸਕਦੇ ਹਾਂ ਜਿਹੜੇ ਉਹਨਾਂ ਦੀ ਮਦਦ ਕਰਨਗੇ। ਕਿਉਂਕਿ ਟੀਵੀ ਦੇ ਉੱਪਰ ਸਾਨੂੰ ਹਮੇਸ਼ਾ ਬੜੀ ਰਿਸਟ੍ਰਿਕਸ਼ਨ ਹੁੰਦੀ ਹੈ ਖੁੱਲ੍ਹ ਕੇ ਗੱਲ ਕਰਨ ਦੀ। ਤੇ ਚਲੋ ਪਹਿਲਾਂ ਕਾਲ ਲੈ ਲੈ ਆਈ ਥਿੰਕ ਰਵਿੰਦਰ ਕੌਰ ਰਾਏ ਫੋਨ ਉੱਪਰ ਹੈਗੇ। ਭੈਣ ਜੀ ਸਵਾਗਤ ਕਰਦੇ ਹਾਂ। ਹਾਂਜੀ ਹਾਂਜੀ ਭਾਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਕਿੱਥੋਂ ਬੋਲਦੇ ਹੋ? ਮੈਂ ਸਾਊਥ ਹਾਲ ਤੋਂ ਬੋਲਦੇ ਹਾਂ ਜੀ। ਅੱਛਾ, ਸਾਡੇ ਗੁਆਂਢੀ ਹੋਏ ਹੈ। ਹਾਂਜੀ ਹਾਂਜੀ, ਕੀ ਗੱਲ ਕਰਨਾ ਚਾਹੁੰਦੇ ਹੋ? ਮੈਂ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ ਵੀ ਜੇ ਕਿਸੇ ਦੀ ਕਿਡਨੀ ਘੱਟ ਕੰਮ ਕਰਦੀ ਤਾਂ ਕੀ ਖਾਣਾ ਚਾਹੀਦਾ? ਹਾਂਜੀ, ਕਿਡਨੀ ਪ੍ਰੋਬਲਮਸ ਬਾਰੇ ਸਪੈਸੀਫਿਕ ਡਾਈਟ ਹੁੰਦੀ ਆ, ਤੇ ਉਹ ਜਿੱਥੇ ਤੁਸੀਂ ਕਲੀਨਿਕ ਜਾਂਦੇ ਹੋ ਨਾ ਉਹ ਤੁਹਾਨੂੰ ਡੈਫੀਨਿਟਲੀ ਦੇਣਗੇ ਐਡਵਾਈਸ। ਹਾਂਜੀ ਹਾਂਜੀ, ਸੋ ਬਹੁਤ ਸਪੈਸ਼ਲਿਸਟ ਚੀਜ਼ ਆ ਇਹ, ਤੇ ਇਹਦੇ ਬਾਰੇ ਮੈਂ ਲਾਈਵ ਸ਼ੋਅ ਤੇ ਨਹੀਂ ਕਹਿ ਸਕਦਾ ਕੁਝ ਵੀ, ਤੇ ਪਰ ਉਹ ਤੁਹਾਨੂੰ ਡੈਫੀਨਿਟਲੀ ਲਿਸਟ ਦੇਣਗੇ ਕਿਹੜੀਆਂ ਚੀਜ਼ਾਂ ਖਾ ਸਕਦੇ ਕਿਹੜੀਆਂ ਨਹੀਂ ਖਾ ਸਕਦੇ। ਓਕੇ। ਹਾਂਜੀ, ਜੇ ਹੁਣ ਡਾਕਟਰ ਜੇ ਮੈਂ 30% ਕਹਿੰਦੇ ਆ ਕਿਡਨੀ ਖਾਣ ਨੂੰ, ਹਾਂਜੀ ਉਹ ਕਹਿੰਦੇ ਹੁਣ ਗੋਲੀ ਲਾਉਣੀ ਆ, ਫਿਰ ਉਹ ਗੋਲੀ ਮੈਂ ਉਹ ਖਾ ਸਕਦੀ ਹਾਂ? ਇਹ ਡਿਪੈਂਡ ਕਰਦਾ ਭੈਣ ਜੀ ਕਿਹੜੀ ਗੋਲੀ ਹੈ, ਕੀ ਨਾਂ ਹੈ ਦਵਾਈ ਦਾ। ਅੱਛਾ, ਅੱਜ ਜੇ ਲੈ ਕੇ ਆਉਣੀ ਆ, ਕੱਲੇ ਮੈਨੂੰ ਸੈਟਰਡੇ ਪਤਾ ਦੱਸਿਆ ਡਾਕਟਰ ਨੇ, ਮੈਂ ਬਲੱਡ ਟੈਸਟ ਕਰਾਇਆ ਸੀ। ਹਾਂਜੀ, ਤਾਂ ਉਹ ਕਹਿੰਦੇ ਵੀ ਅਸੀਂ ਗੋਲੀ ਲਾਉਣੀ ਆ ਤੈਨੂੰ, ਹਨਾ? ਹਾਂਜੀ ਹਾਂਜੀ 30% ਜਿਹੜੀ ਕਿਡਨੀ ਆ ਉਹ ਡੇਂਜਰਸ ਹੁੰਦੀ ਆ? ਇਹ 30% ਹਲੇ ਡੇਂਜਰਸ ਇੰਨੀ ਨਹੀਂ ਹੈਗੀ, ਪਰ ਕਾਫੀ ਲੋ ਆ ਫਿਰ ਵੀ। ਹਾਂਜੀ ਜਦੋਂ ਅਬਾਊਟ 15 ਤੋਂ ਘੱਟ ਹੋ ਜਾਵੇ ਹੈ ਨਾ, ਹਾਂਜੀ ਤੇ ਫਿਰ ਥੋੜ੍ਹਾ ਜਿਹਾ ਜ਼ਿਆਦਾ ਤੁਹਾਨੂੰ ਖਿਆਲ ਰੱਖਣਾ ਪੈਣਾ ਹੈ ਕਿ ਉਹ ਤੋਂ ਬਾਅਦ ਫਿਰ ਉਹ ਡਾਇਲਿਸਿਸ ਬਾਰੇ ਸੋਚਣ ਲੱਗ ਪੈਂਦੇ ਆ। ਹਾਂਜੀ ਹਾਂਜੀ, ਫਿਰ ਤੁਹਾਨੂੰ 3 ਵਾਰੀ ਹਫ਼ਤੇ 'ਚ ਜਾਣਾ ਪੈਂਦਾ ਹਸਪੀਟਲ, ਉੱਥੇ ਫਿਰ ਉਹ ਖੂਨ ਦੀ ਉਹ ਸਫਾਈ ਕਰਦੇ ਆ। ਅੱਛਾ ਜੀ। ਹਾਂਜੀ, ਪਰ ਤੁਸੀਂ ਇਹ ਤੋਂ ਜੇ ਨਾ ਘੱਟ ਹੋਏ ਵੀ ਤਾਂ ਬਿਹਤਰ ਆ। ਹਾਂਜੀ ਤੇ ਪਰ ਹੈਗੇ ਕੁਝ ਕਿਡਨੀ ਦੇ ਕੇਸ ਅਸੀਂ ਟ੍ਰੀਟਮੈਂਟ ਕੀਤੇ ਤੇ ਉਹਨਾਂ ਦਾ ਵਧੀਆ ਰਿਜ਼ਲਟ ਆਇਆ, ਕਿਡਨੀ ਫੰਕਸ਼ਨ ਵੱਧ ਗਿਆ ਉਹਨਾਂ ਦਾ। ਚਲੋ ਠੀਕ ਹੈ, ਫਿਰ ਮੈਂ ਤੁਹਾਨੂੰ ਦੁਬਾਰਾ ਕੰਟੈਕਟ, ਪਹਿਲਾਂ ਹੁਣ ਮੈਂ ਡਾਕਟਰ ਦੀ ਦੇਖਦਾ ਕਿਹੜੀ ਦਵਾਈ ਆ। ਹਾਂਜੀ ਠੀਕ ਹੈ ਜੀ। ਭੈਣ ਜੀ ਕਾਲ ਕਰ ਲਿਓ, ਜਦੋਂ ਮੈਂ ਕਿਹਾ ਤੁਸੀਂ ਸਾਡੇ ਕਾਲ ਸੈਂਟਰ ਤੋਂ ਨੰਬਰ ਲੈ ਲਿਓ, ਤੇ ਮੰਡੇ ਵੈਨਸਡੇ ਫਰਾਈਡੇ ਤੁਸੀਂ ਕਾਲ ਕਰ ਸਕਦੇ ਹੋ। ਮੇਕ ਸ਼ੋਰ ਤੁਸੀਂ ਜ਼ਰੂਰ ਕਰੋ, ਬਿਕੋਜ਼ ਅਗਰ ਜੇ ਤੁਸੀਂ ਹਾਲੇ ਇਨ ਟਾਈਮ ਹੈਗਾ ਤੇ ਬੜੀ ਚੰਗੀ ਗੱਲ ਹੈ ਕਿ ਉਹਨੂੰ ਉਹ ਜਿਹੜੀ ਬਿਮਾਰੀ ਉਹਨੂੰ ਪਹਿਲਾਂ ਪਕੜ ਲਵੋ। ਦੈਟਸ ਰਾਈਟ, ਜਿੰਨਾ ਅਰਲੀ ਪਕੜੋਗੇ ਉਨਾ ਬੈਟਰ ਆ। ਤੇ ਡਾਕਟਰ ਜੀ ਜਦੋਂ ਹੁਣ ਇਹਨਾਂ ਨੂੰ ਵੈਰੀ ਲੱਕੀ ਫੋਰਚੂਨੇਟ ਹੈ ਕਿ ਇਹਨਾਂ ਨੂੰ ਪਤਾ ਲੱਗ ਗਿਆ ਕਿ ਉਹਦੀ ਪਰਸੈਂਟੇਜ ਲੋ ਹੋ ਰਹੀ ਹੈ, ਸੋ ਸ਼ੀ ਇਜ਼ ਨਾਟ ਔਨ ਅ ਡੇਂਜਰ ਲਾਈਨ ਐਟ ਦ ਮੋਮੈਂਟ। ਨਹੀਂ, ਡੇਂਜਰ ਲਾਈਨ ਨਹੀਂ ਹੈਗੇ। ਦੈਟਸ ਰਾਈਟ, ਸੋ ਹਲੇ ਇਹਨਾਂ ਸਰੀਰ ਮੈਨੇਜ ਕਰੀ ਜਾਂਦਾ ਹੈ, ਪਰ ਚਾਂਸਸ ਹੈਗੇ ਜੇ ਹੁਣ 30 ਤੇ ਆ ਗਈ ਹੈਗੀਆਂ ਫਿਰ ਉਹ ਘਟੀ ਜਾਣਾ ਫੰਕਸ਼ਨ ਨੇ। ਬਿਲਕੁਲ ਨੈਚੁਰਲੀ, ਨੈਚੁਰਲੀ ਐਜ਼ ਟਾਈਮ ਗੋਜ਼ ਬਾਈ ਹੌਲੀ ਹੌਲੀ ਘਟੀ ਜਾਣਾ ਫੰਕਸ਼ਨ। ਡਾਕਟਰ ਜੀ ਇਹ ਕਿਉਂ ਹੋਇਆ? ਇਹ ਕੀ ਕਹਿ ਸਕਦੇ ਹੁਣ ਕਿਉਂ ਹੋਇਆ ਨਾ, ਇਟਸ ਵੈਰੀ ਡਿਫਿਕਲਟ। ਹਾਂਜੀ, ਨਹੀਂ ਇਹ ਕੋਈ ਡਾਈਟ ਕਰਕੇ ਕੁਝ ਡੈਮੇਜ ਹੁੰਦਾ? ਹਾਂਜੀ, ਐਗਜ਼ੈਕਟਲੀ ਪਤਾ ਨਹੀਂ ਇਹਦਾ ਕਾਜ਼ ਕੀ ਹੈ। ਹਾਂਜੀ, ਕਿਡਨੀ ਕਿਉਂ ਉਹ ਫੰਕਸ਼ਨ ਘਟ ਜਾਂਦਾ ਹੈ ਕਿਡਨੀ ਦਾ, ਕਿਸੇ ਨੂੰ ਪਤਾ ਨਹੀਂ ਹੈਗਾ। ਇੱਕ ਹੋ ਸਕਦਾ ਕੋਈ ਇਨਫੈਕਸ਼ਨ ਹੋਇਆ ਹੋਵੇ, ਹਾਂਜੀ, ਬੈਕਟੀਰੀਅਲ ਇਨਫੈਕਸ਼ਨ ਜਾਂ ਵਾਇਰਸ ਦਾ ਇਨਫੈਕਸ਼ਨ ਹੋਇਆ ਹੋਵੇ, ਉਹਦੇ ਨਾਲ ਹੋ ਸਕਦਾ ਹੈ। ਉਹ ਡੈਮੇਜ ਹੋ ਗਈ ਥੋੜੀ ਹੈ, ਥੋੜੀ ਜਿਹੀ ਡੈਮੇਜ ਹੋ ਜਾਂਦਾ, ਫਿਰ ਉਹ ਫੰਕਸ਼ਨ ਘਟਣ ਲੱਗ ਪੈਂਦਾ ਹੈ। ਪਰ 2-3 ਕੇਸ ਅਸੀਂ ਦੇਖੇ ਉਹਨਾਂ ਦਾ ਕਾਫੀ ਇੰਪਰੂਵਮੈਂਟ ਹੋ ਗਿਆ ਭਾਜੀ। ਅੱਛਾ, ਤੁਸੀਂ ਤਾਂ ਹੋਮਿਓਪੈਥ ਕੀਤਾ, ਮੈਡੀਸਿਨ ਵਰਕ ਹੋਈ ਹੈ? ਹਾਂ, ਵਰਕ ਹੋਈ ਆ। ਸੋ ਮੈਂ ਖੁਦ ਸਰਪ੍ਰਾਈਜ਼ ਸੀਗਾ, ਮੈਂ ਸੋਚਦਾ ਸੀ ਪੇ ਦਾ ਬਹੁਤ ਘੱਟ ਚਾਂਸ ਆ, ਪਰ ਮੈਂ ਦੇਖਿਆ ਦਵਾਈ ਸੀ ਦਿੱਤੀ, ਉਹਨਾਂ ਕਾਫੀ ਇੰਪਰੂਵਮੈਂਟ ਹੋ ਗਿਆ ਉਹਨਾਂ ਦਾ ਫੰਕਸ਼ਨ ਦਾ। ਸੋ ਵੈਰੀ ਸਰਪ੍ਰਾਈਜ਼ਿੰਗ ਰਿਜ਼ਲਟ ਆਇਆ ਸਾਡੇ। ਭੈਣ ਜੀ ਰਵਿੰਦਰ ਕੌਰ, ਤੁਹਾਨੂੰ ਪਤਾ ਲੱਗਿਆ, ਮੈਂ ਕਿਹਾ ਸੀਗਾ ਹੋਪ ਤੁਸੀਂ ਪ੍ਰੋਗਰਾਮ ਦੇਖਦੇ ਹੋ, ਇਟਸ ਅ ਗੁੱਡ ਨਿਊਜ਼। ਦੇਖੋ ਕੋਸ਼ਿਸ਼ ਹੈਗੀ ਕਿ ਬੰਦਿਆਂ ਦੇ ਕੰਮ ਕਰਦੇ ਆ, ਮੇ ਵੀ ਕਈਆਂ ਦੇ ਨਹੀਂ ਕਰੇਗੀ, ਪਰ ਜੇ ਉਹਨਾਂ ਨੇ ਟੈਸਟ ਕੀਤਾ 2-4 ਬੰਦਿਆਂ ਦੇ ਤੁਸੀਂ ਕੀਤਾ, ਉਹਨਾਂ ਦਾ ਵਰਕ ਹੋਇਆ ਜੀ। ਸੋ ਡਿਲੇ ਨਾ ਕਰਿਓ, ਜਿਹੜੀ ਬਿਮਾਰੀ ਹੁੰਦੀ ਹੈ ਕਦੇ ਵੀ ਉਹਨੂੰ ਤੁਸੀਂ ਇੱਦਾਂ ਨਾ ਸੋਚੋ ਮੈਨੂੰ ਟਾਈਮ ਨਹੀਂ। ਅਗਰ ਤੁਹਾਡੀ ਆਪਣੀ ਬਿਮਾਰੀ ਦਾ ਨਹੀਂ ਟਾਈਮ ਲੱਗਦਾ ਤੇ ਫਿਰ ਪਤਾ ਨਹੀਂ ਆਦਮ ਥੀ ਤੁਹਾਡੀ ਪ੍ਰਾਇਰਟੀਜ਼ ਰਾਈਟ ਕਰਦੇ ਹੋ ਲਾਈਫ ਦੇ ਵਿੱਚ। ਹਾਂਜੀ, ਦੈਟਸ ਰਾਈਟ, ਬਹੁਤ ਇੰਪੋਰਟੈਂਟ ਹੁੰਦੀ ਹੈ, ਵੈਰੀ ਇੰਪੋਰਟੈਂਟ। ਡਾਕਟਰ ਜੀ ਅਸੀਂ ਬੇਸ਼ੱਕ ਕੋਸ਼ਿਸ਼ ਕਰਦੇ ਹਾਂ ਕਿ ਕੋਈ ਨਾ ਕੋਈ ਮੁੱਦੇ 'ਤੇ ਵੀ ਗੱਲ ਕਰੀਏ, ਪਰ ਸਾਡੇ ਜਦੋਂ ਤੁਸੀਂ ਕਾਲ ਕਰਦੇ ਹੋ ਜ਼ਿਆਦਾ ਇੰਪੋਰਟੈਂਟ ਹੈ, ਬਿਕੋਜ਼ ਸ਼ੋ ਤੁਹਾਡੇ ਲਈ ਹੋ ਰਿਹਾ, ਉਹ ਤੁਹਾਡੇ ਬੈਨੀਫਿਟ ਲਈ ਤੁਹਾਡੀ ਸੇਵਾ ਕਰਦੇ ਪਏ। ਜਿੱਦਾਂ ਦੀ ਤੁਹਾਨੂੰ ਕੋਈ ਤਕਲੀਫ ਹੈਗੀ ਆ, ਪਲੀਜ਼ ਡਾਕਟਰ ਨਾਲ ਗੱਲ ਕਰੋ, ਖੁੱਲ੍ਹ ਕੇ ਗੱਲ ਕਰੋ, ਤੁਸੀਂ ਦੱਸੋ, ਜਿੰਨਾ ਕੁ ਜਵਾਬ ਦੇ ਸਕਣਗੇ ਡਾਕਟਰ ਤੁਹਾਨੂੰ ਦੇਣਗੇ। ਬਾਕੀ ਤੁਸੀਂ 1-to-1 ਡਾਕਟਰ ਜੀ ਨਾਲ ਕੰਸਲਟੇਸ਼ਨ ਕਰ ਸਕਦੇ ਹੋ। ਡਾਕਟਰ ਜੀ ਥੋੜ੍ਹਾ ਜਿਹਾ ਮੁੱਦੇ 'ਤੇ ਗੱਲ ਕਰ ਲਈਏ ਜੇ ਕੁਝ ਟਾਈਮ ਹੈਗਾ? ਹਾਂਜੀ ਹਾਂਜੀ, ਚਲੋ ਜੇ ਕਾਲ ਨਾ ਆ ਗਿਆ ਵਿੱਚੋਂ ਦੇ ਟਾਈਮ ਦੇ ਵਿੱਚ। ਹਾਂਜੀ, ਸੋ ਮੁੱਦਾ ਅੱਜ ਦਾ ਵੀ ਬਣਾਇਆ ਸੀ ਮੈਂ ਵੀ ਹੋਮਿਓਪੈਥਿਕ ਦਵਾਈ ਕੰਮ ਕਿੱਦਾਂ ਕਰਦੀ ਆ। ਹਾਂਜੀ, ਕਿਉਂਕਿ ਹੋਮਿਓਪੈਥਿਕ ਦਵਾਈ ਜਿਹੜੀ ਉਹ ਕਿ ਐਨਰਜੀ ਮੈਡੀਸਨ ਆ, ਜਿੱਦਾਂ ਤੁਸੀਂ। ਹਾਂਜੀ, ਆਪਾਂ ਪਹਿਲਾਂ ਨਾ ਮੈਨੂੰ ਲੱਗਦਾ ਜਗਦੀਸ਼ ਕੌਰ ਹੈਗੇ ਨੇ ਫੋਨ ਤੇ, ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ। ਹਾਂਜੀ ਭੈਣ ਜੀ, ਕਿੱਥੋਂ ਬੋਲਦੇ ਹੋ? ਮੈਂ ਇੱਥੇ ਬਰਮਿੰਘਮ ਤੋਂ ਬੋਲਦੀ ਹਾਂ। ਹਾਂਜੀ ਦੱਸੋ ਜੀ, ਕੀ ਕਹਿਣਾ ਚਾਹੁੰਦੇ ਹੋ? ਮੇਰਾ ਬੀਪੀ ਬਹੁਤ ਵੱਧਦਾ ਭਾਜੀ। ਬੀਪੀ? ਹਾਂ। ਅੱਛਾ, ਬਲੱਡ ਪ੍ਰੈਸ਼ਰ ਜ਼ਿਆਦਾ ਵੱਧਦਾ?
ਹਾਂਜੀ ਬਲੱਡ ਪ੍ਰੈਸ਼ਰ, ਮੈਨੂੰ ਸ਼ੂਗਰ ਵੀ ਆ ਹਨਾ। ਉਹ ਅੱਛਾ ਤੇ ਅੱਛਾ। ਬਲੱਡ ਪ੍ਰੈਸ਼ਰ ਕਿਸ ਤਰ੍ਹਾਂ ਕੰਟਰੋਲ ਹੋ ਸਕਦਾ ਗੋਲੀਆਂ ਕਿਸੇ ਨਾਲ? ਹਾਂਜੀ ਸੋ ਤੁਹਾਨੂੰ ਜੀਪੀ ਨੇ ਦਿੱਤੀਆਂ ਹੋਣੀਆਂ ਦਵਾਈਆਂ ਬਲੱਡ ਪ੍ਰੈਸ਼ਰ ਦੀਆਂ? ਦਵਾਈਆਂ ਦਿੱਤੀਆਂ ਆ ਮੈਨੂੰ, ਪਰ ਉਹਦੇ ਨਾਲ ਵੀ ਜਿੱਦਾਂ ਕੰਟਰੋਲ ਨਹੀਂ ਹੁੰਦਾ ਇੰਨਾ। ਅੱਛਾ ਅੱਛਾ ਜੀ। ਤੇ ਗਰਮ ਚੀਜ਼ਾਂ ਤਾਂ ਨਹੀਂ ਖਾਂਦੇ ਜੀ ਬਹੁਤੀਆਂ? ਗਰਮ ਚੀਜ਼ਾਂ ਕਈ ਵਾਰੀ ਖਾ ਲੈਂਦੇ ਆ ਉਦਾਂ ਜਿੱਦਾਂ। ਹਾਂ ਫਿਰ ਗਰਮ ਚੀਜ਼ਾਂ ਨਾਲ ਬਲੱਡ ਪ੍ਰੈਸ਼ਰ ਵੱਧਦਾ ਹੈ ਜੀ। ਹਾਂ ਸੋ ਪਰ ਗਰਮ ਪਤਾ ਨਹੀਂ ਮੈਨੂੰ ਇੱਕ ਵਾਰੀ ਡਾਕਟਰ ਨੇ ਦਵਾ ਦਿੱਤੀ ਸੀ ਕੋਈ, ਹੈ ਨਾ, ਮੇਰੇ ਡਾਊਟ ਜਿਹਾ ਹੋ ਗਿਆ ਸੀਗਾ, ਗਾਊਟ ਜਿੱਦਾਂ ਹੁੰਦੇ ਆ। ਹਾਂਜੀ ਉਹ ਜ਼ਿਆਦਾ ਸਟਰੋਂਗ ਸੀਗੀ। ਹਾਂਜੀ ਹਾਂਜੀ। ਉਹਦੇ ਨਾਲ ਮੈਨੂੰ ਜ਼ਿਆਦਾ ਮੇਰਾ ਇਦਾਂ ਹੋਣ ਲੱਗ ਪਿਆ। ਕਈ ਦਵਾਈਆਂ ਦੇ ਸਾਈਡ ਇਫੈਕਟ ਹੋ ਜਾਂਦੇ ਭੈਣ ਜੀ। ਹਾਂ ਹਾਂਜੀ ਸਾਈਡ ਇਫੈਕਟ ਹੋ ਜਾਂਦੇ, ਫਿਰ ਤੁਸੀਂ ਜੀਪੀ ਨੂੰ ਦੱਸੋ ਪਏ ਇਹ ਮੈਨੂੰ ਚੰਗੀ ਨਹੀਂ ਦਵਾਈ ਬੈਠੀ, ਫਿਰ ਉਹ ਬਦਲ ਸਕਦੇ। ਹੋਰ ਬਹੁਤ ਦਵਾਈਆਂ ਹੁੰਦੀਆਂ ਬਲੱਡ ਪ੍ਰੈਸ਼ਰ ਲਈ, ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਬਣਾਈਆਂ ਬਲੱਡ ਪ੍ਰੈਸ਼ਰ ਲਈ। ਜੇ ਇੱਕ ਨਾ ਸੂਟ ਕਰੇ ਉਹ ਬਦਲ ਸਕਦੇ, ਫਿਰ ਤੁਹਾਨੂੰ ਹੋਰ ਦੇ ਸਕਦੇ ਆ। ਠੀਕ ਹੈ ਜੀ। ਬਾਕੀ ਤੁਸੀਂ ਹਾਂਜੀ ਬਾਕੀ ਤੁਸੀਂ ਗਰਮ ਚੀਜ਼ਾਂ ਤੋਂ ਪਰਹੇਜ਼ ਰੱਖੋ, ਉਹ ਵੀ ਹੈਲਪ ਕਰਨਗੇ। ਤੇ ਤੁਸੀਂ ਸਟ੍ਰੈਸ ਨਾ ਲਿਓ। ਹਾਂਜੀ ਜਦੋਂ ਤੁਹਾਨੂੰ ਸਟ੍ਰੈਸ ਹੁੰਦਾ ਨਾ, ਟੈਨਸ਼ਨ ਹੁੰਦਾ, ਸਟ੍ਰੈਸ ਤਾਂ ਭਰਾਵਾ ਹੈਗਾ ਆ। ਜਿੱਦਾਂ ਮੇਰਾ ਹਸਬੈਂਡ ਘਰ ਆਇਆ, ਉਹ ਬੈੱਡ ਤੇ ਹੀ ਆ, ਜਿੱਦਾਂ ਉਹਨੂੰ ਵੀ ਸੰਭਾਲਦੀ ਆ ਮੈਂ। ਹਾਂਜੀ ਹਾਂਜੀ ਭੈਣ ਜੀ। ਸੋ ਇਦਾਂ ਦੀਆਂ ਚੀਜ਼ਾਂ ਦਾ ਨਾ ਜਿਹੜੇ ਪ੍ਰੈਸ਼ਰ ਰਹਿੰਦਾ ਦਿਮਾਗ ਤੇ, ਉਹਦੇ ਨਾਲ ਰਾਤੀ ਤਾਂ ਮੇਰਾ 210 ਹੋ ਗਿਆ ਸੀ। ਬਹੁਤ ਹਾਈ ਆ, ਬਹੁਤ ਹਾਈ ਆ, ਬਹੁਤ ਹਾਈ ਹੈ। ਹਾਂਜੀ ਇੰਨਾ ਹਾਈ ਨਹੀਂ ਹੋਣਾ ਚਾਹੀਦਾ। ਤੁਸੀਂ ਜ਼ਰੂਰ ਆਪਣੇ ਕਿੱਦਾਂ ਦਵਾ ਤੇ ਜਿਹੜੀ ਦੇਣੀ ਕਿੱਦਾਂ ਦੇਣੀ? ਹਾਂਜੀ ਅਸੀਂ ਹੋਮਿਓਪੈਥਿਕ ਦਵਾਈ ਦਿੰਨੇ ਆ। ਹਾਂ ਤੇ ਉਹ ਫਿਰ ਸਾਨੂੰ ਕਈ ਕੁਝ ਪੁੱਛਣਾ ਪੈਂਦਾ ਪਹਿਲਾਂ। ਹਾਂਜੀ ਅੱਛਾ। ਤਾਂ ਦਵਾਈ ਤੁਹਾਡੀ ਸਹੀ ਬਣਦੀ ਹੈ। ਕੋਈ ਨਹੀਂ ਤੁਸੀਂ ਫੋਨ ਕਰ ਲਿਓ, ਅਕਾਲ ਚੈਨਲ ਤੋਂ ਨੰਬਰ ਸਾਡਾ ਲੈ ਲਓ। ਪਰ ਜਿਹੜਾ ਤੁਹਾਡਾ ਐਟ ਦਾ ਮੋਮੈਂਟ ਕਾਫੀ ਹਾਈ ਆ ਬਲੱਡ ਪ੍ਰੈਸ਼ਰ, ਤੋਂ ਤੁਸੀਂ ਜੀਪੀ ਦਾ ਪਲੀਜ਼ ਜ਼ਰੂਰ। ਹੁਣੇ ਹੀ ਹੋਇਆ, ਥੋੜੇ ਦਿਨ ਹੋਏ। ਹਾਂਜੀ ਹਾਂਜੀ ਤੁਸੀਂ ਆਪਣੇ ਫੈਮਿਲੀ ਡਾਕਟਰ ਨੂੰ ਜ਼ਰੂਰ ਮਿਲੋ ਪਹਿਲਾਂ, ਤੇ ਉਹ ਤੋਂ ਪਹਿਲਾਂ ਦਵਾਈ ਆਪਣੀ ਬਦਲਾ ਲਓ ਵੀ ਇੰਨਾ ਹਾਈ ਨਹੀਂ ਹੋਣਾ ਚਾਹੀਦਾ। ਠੀਕ ਹੈ ਜੀ। ਫਿਰ ਤੁਹਾਨੂੰ ਇਦਾਂ ਖਤਰਾ ਰਹਿੰਦਾ ਵੀ ਹੋਰ ਕੁਝ ਹੋ ਸਕਦਾ ਨਹੀਂ ਹੈ। ਜਿੱਦਾਂ ਤੁਸੀਂ ਜਿਹੜੀ ਦਵਾ ਦੇਣੀ ਉਹਦੇ ਨਾਲ ਨਾ ਆਰਾਮ ਆਊਗਾ? ਉਹਦੇ ਨਾਲ ਵੀ ਆ ਜਾਊਗਾ, ਪਰ ਉਹ ਹੋਰ ਲੈਵਲ ਤੇ ਕੰਮ ਕਰਨੀ ਭੈਣ ਜੀ। ਅੱਛਾ ਹਾਂਜੀ ਉਹ ਹੌਲੀ ਹੌਲੀ ਕੰਮ ਕਰਨੀ ਆ, ਤੇ ਐਟ ਦਾ ਮੋਮੈਂਟ ਤੁਹਾਨੂੰ ਕੰਟਰੋਲ ਕਰਨਾ ਜ਼ਰੂਰੀ ਆ। ਨਹੀਂ ਤਾਂ ਤੁਹਾਨੂੰ ਡਾਕਟਰ ਨੂੰ ਦੱਸਾਂ ਮੈਂ? ਹਾਂ ਜੀਪੀ ਨੂੰ ਦੱਸੋ ਵੀ ਮੇਰਾ ਇੰਨਾ ਬਲੱਡ ਪ੍ਰੈਸ਼ਰ ਆ ਤੇ ਮੇਰੀ ਹੈਗਾ ਤਾਂ ਹੈ। ਉਦਾਂ ਮੈਂ ਬਣਾਈ ਸੀਗੀ ਗਜਾਂਜ, ਉਹਦੇ ਵਿੱਚ ਜਿੱਦਾਂ ਮੇਥੇ, ਆਲਸੀ। ਨਹੀਂ ਭੈਣ ਜੀ ਇਹ ਗਰਮ ਚੀਜ਼ਾਂ ਹੁੰਦੀਆਂ, ਇਹਦੇ ਨਾਲ ਬਲੱਡ ਪ੍ਰੈਸ਼ਰ ਵਧਣਾ ਤੁਹਾਡਾ। ਹਾਂ ਫਿਰ ਮੈਂ ਜੇ ਨਾ ਖਾਵਾਂ ਪਹਿਲੋਂ ਦੱਸਾਂ ਡਾਕਟਰ ਨੂੰ? ਹਾਂਜੀ ਪਹਿਲਾਂ ਤੁਸੀਂ ਡਾਕਟਰ ਨੂੰ ਦੱਸ ਲਓ ਤੇ ਆਪਣੀ ਦਵਾਈ ਬਦਲਾ ਲਓ, ਜਿਹਦੇ ਨਾਲ ਬਲੱਡ ਪ੍ਰੈਸ਼ਰ ਥੋੜੇ ਕੰਟਰੋਲ 'ਚ ਆ ਜਾਵੇ। ਠੀਕ ਹੈ ਜੀ। ਜਦੋਂ ਕੰਟਰੋਲ 'ਚ ਆ ਗਿਆ ਫਿਰ ਆਪਾਂ ਇਲਾਜ ਕਰਾਂਗੇ, ਨਾਲ ਡਾਈਟ ਤੁਹਾਨੂੰ ਦੱਸਾਂਗੇ ਕਿਹੜੀਆਂ ਚੀਜ਼ਾਂ ਖਾਣੀਆਂ। ਜਿੱਦਾਂ ਸ਼ੂਗਰ ਵੀ ਆ ਮੈਨੂੰ, ਥਾਇਰਾਇਡ ਵੀ ਆ। ਹਾਂਜੀ ਹਾਂਜੀ ਫਿਰ ਇਦਾਂ ਹੀ ਆ, ਤੁਹਾਡਾ ਕਈ ਕੁਝ ਮਿਕਸ ਅਪ ਹੋਇਆ ਨਾ। ਹਾਂਜੀ ਹੋਇਆ ਹੈ। ਹਾਂ ਫਿਰ ਉਹ ਡਿਫਿਕਲਟ ਹੋ ਜਾਂਦਾ ਹੈ, ਮੁਸ਼ਕਿਲ ਹੋ ਜਾਂਦਾ ਟ੍ਰੀਟਮੈਂਟ ਕਰਨਾ। ਪਰ ਬਲੱਡ ਪ੍ਰੈਸ਼ਰ ਜਿਹੜਾ ਉਹ ਕੰਟਰੋਲ ਕਰਨਾ ਜ਼ਰੂਰੀ ਹੈ ਬਹੁਤ, ਕਿਉਂਕਿ ਜੇ ਜ਼ਿਆਦਾ ਹਾਈ ਹੁੰਦਾ ਫਿਰ ਤੁਹਾਨੂੰ ਹੋਰ ਕੁਝ ਹੋ ਸਕਦਾ ਹੈ ਨਾ, ਤੁਹਾਨੂੰ ਸਟ੍ਰੋਕ ਹੋ ਸਕਦਾ। ਜਿੱਦਾਂ ਪਹਿਲਾਂ ਤਾਂ ਮੇਰਾ ਮਸੀਂ ਦੂਜਾ 120 100 ਇਦਾਂ ਸੀਗਾ। ਹਾਂ ਤੇ ਹੁਣ ਪਤਾ ਨਹੀਂ ਗਰਮ ਚੀਜ਼ਾਂ ਨਾ ਹੋਇਆ। ਹਾਂਜੀ ਨਹੀਂ ਤੁਸੀਂ ਜੀਪੀ ਨੂੰ ਜ਼ਰੂਰ ਮਿਲੋ ਪਲੀਜ਼। ਓਕੇ ਜੀ। ਚਲੋ ਓਕੇ। ਤਾਂ ਜੀ ਪ੍ਰੋਗਰਾਮ ਦੇਖਦੇ ਰਹੋ। ਮੈਂ ਬੇਸ਼ੱਕ ਕਹਿ ਦਿੰਦਾ ਜਦੋਂ ਤੁਸੀਂ ਫੋਨ ਕਰਦੇ ਹੋ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਤੁਸੀਂ ਆਪਣੀ ਬਿਮਾਰੀ ਦੀ ਗੱਲ ਕੀਤੀ, ਥੋੜ੍ਹੀ ਬਹੁਤੀ ਉਸ ਬਾਰੇ ਚਰਚਾ ਕੀਤੀ ਜਾਵੇ, ਥੋੜ੍ਹੀ ਡਿਸਕਸ਼ਨ ਕਰਾਂਗੇ। ਸਭ ਤੋਂ ਪਹਿਲਾਂ ਤਾਂ ਭਾਜੀ ਬਹੁਤ ਇੰਪੋਰਟੈਂਟ ਹੈ ਜਿਹੜਾ ਤੁਹਾਡਾ ਬਲੱਡ ਪ੍ਰੈਸ਼ਰ ਹੋਣਾ ਬਹੁਤ ਹਾਈ ਹੈਗਾ। ਜਿਹੜੇ ਡਾਕਟਰ ਰਾਜ ਹੁਣਾਂ ਦੀ ਹੋਮਿਓਪੈਥੀ ਮੈਡੀਸਨ ਹੈਗੀ ਨਾ, ਇਹ ਪਹਿਲਾਂ ਤੁਹਾਨੂੰ ਗੱਲ ਕਰਨਗੇ, ਫਿਰ ਥੋੜ੍ਹੀ ਸਿੰਪਟਮ ਲੱਭ ਕੇ ਥੋੜ੍ਹੀ ਦਵਾਈ ਬਣਾ ਕੇ ਭੇਜਣਗੇ, ਉਹ ਬੜਾ ਟਾਈਮ ਲੱਗ ਜਾਂਦਾ ਹੈਗਾ। ਇਹ ਜਿਹੜਾ ਇਲਾਜ ਹੈਗਾ ਇਹ ਸਲੋ ਹੁੰਦਾ, ਬੇਸ਼ੱਕ ਦੇ ਇਲਾਜ ਹੁੰਦਾ, ਲੇਕਿਨ ਤੁਸੀਂ ਪਹਿਲਾਂ ਜੀਪੀ ਨੂੰ ਦਿਖਾਓ, ਬਿਕੋਜ਼ ਡਾਕਟਰ ਜੀ ਕੋਈ ਵੀ ਹਾਦਸਾ ਹੋ ਸਕਦਾ। 210 ਦੇ ਉੱਪਰ ਤਾਂ ਬੜਾ ਡੇਂਜਰ ਹੈਗਾ। ਹਾਂਜੀ ਕਾਫੀ ਹਾਈ ਆ। ਚਲੋ ਡਰਾਉਂਦੇ ਨਹੀਂ ਹੈਗੇ, ਪਰ ਉਹ ਹੈਗਾ ਹਾਈ ਤੁਹਾਡਾ। ਪਲੀਜ਼ ਆਪਣੇ ਜੀਪੀ ਨੂੰ ਕੰਸਲਟ ਕਰੋ ਇਮੀਡੀਏਟਲੀ, ਜਿੱਦਾਂ ਵੀ ਹੈਗਾ। ਪਹਿਲਾਂ ਆਪਣਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੋ, ਫਿਰ ਬਾਅਦ ਵਿੱਚ ਤੁਸੀਂ ਡਾਕਟਰ ਨੂੰ ਕੰਟੈਕਟ ਕਰਿਓ। ਅਗਰ ਕੋਈ ਹੋਮਿਓਪੈਥੀ ਡਾਕਟਰ ਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਨੂੰ ਜੀਪੀ ਨੇ ਕਿਹੜੀ ਮੈਡੀਸਨ ਉੱਪਰ ਲਗਾਇਆ, ਬਹੁਤ ਇੰਪੋਰਟੈਂਟ ਉਹਦਾ ਵੀ। ਤੇ ਪਲੀਜ਼ ਆਪਣਾ ਡਿਲੇ ਨਾ ਕਰਿਓ, ਅੱਜ ਹੀ ਜਾ ਕੇ ਹੁਣੀ ਐਸੇ ਵਕਤ ਤੁਸੀਂ ਜੀਪੀ ਨੂੰ ਦਿਖਾਓ। ਕੱਲ ਤੇ ਨਹੀਂ ਗੱਲ ਛੱਡਣ ਵਾਲੀ ਹੁੰਦੀ, ਸਪੈਸ਼ਲੀ ਜੇ ਬਲੱਡ ਪ੍ਰੈਸ਼ਰ ਦੀ ਗੱਲ ਹੈਗੀ ਹੈ। ਇਟਸ ਕੁਆਇਟ ਕੋਈ ਵੀ ਹਾਦਸਾ ਹੋ ਸਕਦਾ ਕਿਸੇ ਵੀ ਤਰ੍ਹਾਂ ਦਾ। ਥੈਂਕ ਯੂ ਤੁਹਾਡੇ ਕਾਲ ਕਰਨ ਦਾ। ਡਾਕਟਰ ਜੀ ਜਦੋਂ ਹੁਣ ਮੈਂ ਥੋੜ੍ਹੀ ਜਿਹੀ ਦੀ ਗੱਲ ਕਰਾਂ, ਦੇਖੋ ਜਿੱਦਾਂ ਇੱਦਾਂ ਦੇ ਬੰਦੇ ਨੂੰ ਹੁਣ ਯਾਰ ਬੜਾ ਔਖਾ ਹੈਗਾ। ਉਹ ਕਹਿੰਦੇ ਬੱਚਾ ਬਿਮਾਰ ਹੈ, ਸਾਰਾ ਕੁਝ ਹੈਗਾ। ਹੁਣ ਜੇ ਕੋਈ ਬਿਮਾਰ ਹੈਗਾ ਘਰ, ਫਿਕਰ ਤੇ ਹੁੰਦਾ ਹੀ ਹੁੰਦਾ। ਤੁਸੀਂ ਨਹੀਂ ਕਹਿ ਸਕਦੇ ਕਿ ਮੈਂ ਫਿਕਰ ਨਾ ਲਵਾਂ। ਕਈ ਫਿਕਰ ਹੈਗੇ ਤੁਸੀਂ ਬੰਦ ਕਰ ਸਕਦੇ ਹੋ, ਪਰ ਕਈ ਨਹੀਂ ਬੰਦ ਹੁੰਦੇ ਨਾ। ਹਾਂਜੀ ਹਾਂਜੀ ਉਹ ਕਨਸਟੈਂਟ ਆ। ਹੁਣ ਮੋਰੇ ਆ ਚੀਜ਼ ਹੈ ਨਾ, ਤੁਹਾਡੇ ਜਿਹੜਾ ਫੈਮਿਲੀ ਸਿਚੁਏਸ਼ਨ ਉਹ ਤੁਹਾਡੇ ਸਾਹਮਣੇ ਰਹਿੰਦਾ। ਬਿਲਕੁਲ ਤੇ ਉਹਦਾ ਫਿਰ ਤੁਹਾਨੂੰ ਸਟ੍ਰੈਸ ਤਾਂ ਹੋਣਾ ਹੀ ਹੋਣਾ। ਸੋ ਵੈਰੀ ਡਿਫਿਕਲਟ ਸਿਚੁਏਸ਼ਨ। ਹਾਂਜੀ
ਪਰ ਡਾਕਟਰ ਜੀ ਹਿੰਮਤ ਕਰਨੀ ਪੈਂਦੀ ਹੈ ਹਿੰਮਤ ਕਰਨੀ because ਪੈਂਦੀ, ਹੋਰ ਕੀ ਕਰ ਸਕਦੇ ਅਗਰ ਤੁਸੀਂ ਆਪਣਾ ਨੇ ਤੁਹਾਡੀ ਸਿਹਤ ਠੀਕ ਹੋ ਗਈ, ਤੇਰਾ ਤੁਹਾਡੇ ਘਰ ਕੋਈ ਬਿਮਾਰ ਹੈ, ਤੁਸੀਂ ਉਹਦੀ ਸੇਵਾ ਨਹੀਂ ਕਰ ਪਾਓਗੇ। ਦੈਟਸ ਰਾਈਟ ਸਭ ਕੁਝ ਕੰਟਰੋਲ 'ਚ ਰੱਖਣਾ ਪੈਂਦਾ ਹੈ, ਕੰਟਰੋਲ ਰੱਖਣਾ ਪੈਂਦਾ ਹੈ, ਹਿੰਮਤ ਕਰਨੀ ਪੈਂਦੀ ਹੈ। ਦੈਟਸ ਰਾਈਟ। ਆਪਣਾ ਰੱਬ ਦਾ ਨਾਮ ਲੈ ਕੇ ਜੋ ਵੀ ਹੈ ਹਿੰਮਤ ਕਰਕੇ ਤੁਸੀਂ ਆਪਣੀ GP ਨੂੰ ਮਿਲ ਕੇ ਪਲੀਜ਼ ਆਪਣਾ ਤੁਸੀਂ ਚੈੱਕ ਕਰੋ। ਮੈਂ ਤੁਹਾਨੂੰ ਬਾਰ-ਬਾਰ ਕਹਾਂਗਾ ਅੱਜ ਹੀ ਹੁਣੇ ਐਸੇ ਵਕਤ ਜਾਓ, ਆਪਣੇ GP ਨੂੰ ਕੰਸਲਟ ਕਰੋ, ਬਹੁਤ ਇੰਪੋਰਟੈਂਟ ਹੈਗਾ। ਇੱਦਾਂ ਦੇ ਮੌਕੇ ਦੇ ਵਿੱਚ ਰਾਤ ਨਹੀਂ ਕੱਟਣੀ ਚਾਹੀਦੀ ਵਿਦਆਊਟ ਕੰਸਲਟੇਸ਼ਨ ਦੇ ਵਿੱਚ, ਜਾਂ ਜੇ ਹੋ ਸਕਦਾ ਜਿੰਨਾ ਜਲਦੀ ਹੋ ਸਕੇ। ਜੀ ਡਾਕਟਰ ਜੀ, ਹਾਂ ਆਪਾਂ ਹਾਂਜੀ, ਸੋ ਆਪਾਂ ਕਹਿ ਰਹੇ ਸੀ ਵੀ ਹੋਮਿਓਪੈਥੀ ਦਵਾਈ ਕਿੱਦਾਂ ਕੰਮ ਕਰਦੀ ਹੈ। ਹੋਮਿਓਪੈਥੀ ਦਵਾਈ ਜਿਹੜੀ ਇੱਕ ਐਨਰਜੀ ਮੈਡੀਸਨ ਆ। ਹਾਂਜੀ, ਤੇ ਜਿੱਦਾਂ ਤੁਸੀਂ ਹੁਣ ਦਵਾਈ ਲੈਂਦੇ ਪੈਰਾਸੀਟਾਮੋਲ ਲੈਂਦੇ ਉਹ 500 ਮਿਲੀਗ੍ਰਾਮ ਹੁੰਦੇ ਆ, ਕੈਮੀਕਲ ਹੁੰਦਾ ਇੱਕ ਜਿਹੜਾ ਲੈਬੋਰੇਟਰੀ 'ਚ ਬਣਾਇਆ ਜਾਂਦਾ। ਜਿਹੜੀ ਹੋਮਿਓਪੈਥੀ ਦਵਾਈ ਆ ਇਹ ਐਨਰਜੀ ਮੈਡੀਸਨ ਹੁੰਦੀ, ਮੋਸਟਲੀ ਬੂਟੀਆਂ ਤੋਂ ਬਣਾਈ ਹੁੰਦੀ ਆ। ਸੋ ਜਿਹੜੀ ਬੂਟੀ ਆ ਉਹਦੀ ਐਨਰਜੀ ਹੁੰਦੀ ਦਵਾਈ ਦੇ ਵਿੱਚ। ਹਾਂਜੀ, ਸੋ ਇੰਨੇ ਮਿਲੀਗ੍ਰਾਮ ਨਹੀਂ ਕਹਿ ਸਕਦੇ ਪਏ ਇੰਨੇ ਮਿਲੀਗ੍ਰਾਮ ਆ ਤੇ ਜਾਂ ਇਹ ਆ, ਉਹ ਸਿਰਫ ਐਨਰਜੀ ਰਹਿ ਜਾਂਦੀ ਪਲਾਂਟ ਦੀ। ਇਸ ਲਾਈਕ ਇੰਪ੍ਰਿੰਟ ਹੁੰਦਾ ਹੈ, ਉਹਦਾ ਐਨਰਜੀ ਦਾ ਥੱਪਾ ਲੱਗਾ ਹੁੰਦਾ ਹੈ। ਹਾਂਜੀ, ਸੋ ਜਿਹੜੀ ਬਿਮਾਰੀ ਆ ਉਹ ਜੇ ਸਮਝੀਏ ਤਾਂ ਬਿਮਾਰੀ ਵੀ ਉਹੀ ਚੀਜ਼ ਆ, ਉਹ ਵੀ ਇੱਕ ਐਨਰਜੀ ਲੈਵਲ 'ਤੇ ਹੁੰਦੀ ਬਿਮਾਰੀ। ਹਾਂਜੀ, ਪੈਦਾ ਕਿੱਦਾਂ ਹੁੰਦੀ ਬਿਮਾਰੀ? ਮੋਸਟਲੀ ਜ਼ਿਆਦਾ ਤਾਂ ਹੁੰਦੀ ਆ ਇਹ ਜੇ ਤੁਹਾਨੂੰ ਕੋਈ ਸ਼ੌਕ ਲੱਗਦਾ, ਇਮੋਸ਼ਨਲ ਪ੍ਰੋਬਲਮ ਆਉਂਦਾ ਆ, ਅਤੇ ਤੁਸੀਂ ਫਿਰ ਉਹਨਾਂ ਕਿੱਦਾਂ ਡੀਲ ਕਰਦੇ ਇਮੋਸ਼ਨਲ ਪ੍ਰੋਬਲਮ। ਹਾਂਜੀ, ਸੋ ਜੇ ਹੁਣ ਘਰ ਵਿੱਚ ਮੌਤ ਹਰੇਕ ਘਰ ਵਿੱਚ ਆਉਂਦੀ ਹੈ ਕਿਸੇ ਨਾ ਕਿਸੇ ਵੇਲੇ, ਅਤੇ ਜਦੋਂ ਮੌਤ ਆਉਂਦੀ ਹੈ ਅਤੇ ਹੁਣ ਗਮ ਹੁੰਦਾ ਹੈ, ਹਾਂਜੀ, ਗਰੀਫ ਹੁੰਦਾ ਹੈ ਹਰੇਕ ਨੂੰ। ਅਤੇ ਕਈ ਤਾਂ ਉਹ ਗੱਲਾਂ ਕਰ ਲੈਂਦੇ ਆ ਉਹਨਾਂ ਰਿਸ਼ਤੇਦਾਰਾਂ ਨਾਲ, ਦੋਸਤਾਂ ਨਾਲ, ਅਤੇ ਰੋ ਲੈਂਦੇ ਆ। ਉਹ ਫਿਰ ਹੌਲੀ ਹੌਲੀ ਮਨ ਹਲਕਾ ਹੋ ਜਾਂਦਾ ਹੈ। ਤਾਂ ਟਾਈਮ ਲੱਗ ਜਾਂਦਾ ਪਰ ਹੌਲੀ ਹੌਲੀ ਮਨ ਹਲਕਾ ਹੋ ਜਾਂਦਾ। ਕਈ ਉਹ ਗਰੀਫ ਨੂੰ ਨਹੀਂ ਕੱਢਦੇ ਹੈਗੇ, ਹਾਂਜੀ, ਅੰਦਰ ਹੀ ਰੱਖਦੇ, ਘੁੱਟ ਲੈਂਦੇ ਆ। ਹਾਂਜੀ, ਉਹ ਨੁਕਸਾਨ ਕਰਦਾ ਨਾ, ਫਿਰ ਉਹ ਨੁਕਸਾਨ ਕਰਦਾ ਕਿਉਂਕਿ ਪਹਿਲਾਂ ਸ਼ੌਕ ਹੁੰਦਾ ਹੈ, ਸ਼ੌਕ ਦੇ ਉਹਨੂੰ ਫਿਰ ਸਪਰੈਸ਼ਨ ਹੋ ਜਾਂਦਾ ਹੈ। ਹਾਂਜੀ, ਜੋ ਸਪਰੈਸ਼ਨ ਹੋ ਜਾਂਦਾ ਫਿਰ ਉਹ ਕਿੱਥੇ ਜਾਂਦਾ ਉਹ ਸ਼ੌਕ ਦਾ। ਬਹੁਤ ਇੰਟਰਸਟਿੰਗ ਡਾਕਟਰ, ਆਪਾਂ ਗੱਲ ਕਰਦੇ ਹਾਂ। ਪਹਿਲਾਂ ਆਪਾਂ ਕਾਲ ਲੈ ਲਈਏ। ਲਾਈਨ 'ਤੇ ਲੱਗੇ ਨੇ ਆਪਣੇ ਭੈਣ ਜੀ ਹਰਬੰਸ ਕੌਰ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ, ਮੈਂ ਹਰਬੰਸ ਕੌਰ ਬੋਲਦੀ ਹਾਂ। ਹਾਂਜੀ, ਮੈਂ ਕਹਿ ਦਿੱਤਾ ਪਹਿਲਾਂ ਨਾਮ ਮੈਨੂੰ ਪਤਾ ਲੱਗ ਜਾਂਦਾ, ਕਾਲ ਸੈਂਟਰ ਨੇ ਦੱਸਤਾ ਮੈਨੂੰ। ਤੇ ਕਿੱਥੋਂ ਬੋਲਦੇ ਹੋ ਭੈਣ ਜੀ? ਹਾਂਜੀ, ਮੈਂ ਸਪੇਨ ਤੋਂ ਬੋਲਦੀ ਹਾਂ। ਕਿਹੜੀ ਜਗ੍ਹਾ ਸਪੇਨ ਭੈਣ ਜੀ? ਸਟੇਨਸ। ਅੱਛਾ, ਸਟੇਨ, ਮੈਨੂੰ ਲੱਗਾ ਸਪੇਨ ਕਹਿੰਦੇ ਹੋ ਤੁਸੀਂ। ਮੈਂ ਕਿਹਾ ਇੱਥੇ ਸਪੇਨ ਦੇ ਦੇ। ਅੱਛਾ, ਸਪੇਨ ਤਾਂ ਸਾਡਾ ਗੁਆਂਢੀ ਹੈਗਾ। ਹਾਂਜੀ ਭੈਣ ਜੀ, ਕੀ ਕਹਿਣਾ ਚਾਹੁੰਦੇ ਹੋ? ਭਾਜੀ ਜਾਣਦੇ ਆ। ਹਾਂਜੀ, ਦੱਸੋ ਜੀ। ਹਾਂਜੀ, ਮੈਂ ਇਹ ਕਹਿੰਦੀ ਹਾਂ ਵੀ ਭਾਜੀ ਨੇ ਮੈਨੂੰ ਦੱਸਿਆ ਸੀਗਾ ਕਿ ਉਹ ਮਤਲਬ ਕਿੱਦਾਂ ਪੈਣਾ, ਮੇਰੀ ਬੈਕ ਦੀ ਪ੍ਰੋਬਲਮ ਸੀਗੀ, ਤੇ ਮੈਂ ਉਹ ਉਸੇ ਤਰ੍ਹਾਂ ਪੈਂਦੀ ਆ। ਹਾਂਜੀ, ਜਿੱਦਾਂ ਭਾਜੀ ਨੇ ਦੱਸਿਆ ਸੀ, ਪਰ ਹੁਣ ਕਾਫੀ ਥੋੜਾ ਜਿਹਾ ਠੀਕ ਹੋਈ ਆ। ਅੱਛਾ ਜੀ। ਤੇ ਮੈਂ ਇਹਦੇ ਬਾਰੇ ਵੀ ਸੋਚਦੀ ਆ ਵੀ ਮਤਲਬ ਮੈਨੂੰ ਲੱਗਦਾ ਵੀ ਠੀਕ ਹੋ ਜੂਗੀ। ਸੌਰੀ, ਕੀ ਇੱਕ ਵਾਰ ਫਿਰ ਕੀ ਭੈਣ ਜੀ? ਹਾਂਜੀ, ਥੋੜਾ ਉੱਚੀ ਬੋਲਿਓ ਭੈਣ ਜੀ, ਥੋੜੀ ਆਵਾਜ਼ ਘੱਟ ਆਉਂਦੀ ਹੈ। ਅੱਛਾ, ਮੈਂ ਭਾਜੀ ਨੇ ਮੈਂ ਦੱਸਿਆ ਸੀ ਜੀ ਬੈਕ ਤੋਂ ਪੁੱਠੇ ਪਾਸੇ ਪੈਣਾ, ਮਤਲਬ ਤੂੰ ਚਲੋ ਠੀਕ ਥੋੜੀ ਹੋ ਜੂਗੀ। ਪਰ ਮੈਂ 100 ਦੇ ਵਿੱਚੋਂ 5% ਕਹਿੰਦੀ ਆ ਵੀ ਮੈਂ ਥੋੜਾ 2 ਦਿਨ ਹੋਏ ਆ ਕਰਦੀ ਨੂੰ ਵੀ ਠੀਕ ਆ ਥੋੜਾ ਜਿਹਾ, ਹੈਨਾ। ਜਦੋਂ ਮੈਂ ਪੈਂਦੀ ਆ ਫਿਰ ਮੇਰੀ ਉਹ ਜਿਹੜੀ ਲੱਤ ਹੈਗੀ ਆ ਕੰਬਦੀ ਨਹੀਂ। ਅੱਛਾ ਜੀ, ਉੱਠੀ ਪੈਂਦੀ ਆ। ਹਾਂਜੀ, ਤੇ ਪਰ ਮੈਂ ਲੱਗਦੀ ਆ ਠੀਕ ਹੋ ਜੂਗੀ, ਹੈਨਾ। ਹਾਂਜੀ, ਤਾਂ ਫਿਰ ਮੈਂ ਦੂਜਾ ਮੈਂ ਪੁੱਛਣਾ ਸੀਗਾ, ਜਿਹੜੀ ਉਹ ਮੇਰੀ ਪੋਤੀ ਜया ਕੌਰ ਨੂੰ ਦਿੱਤੀ ਸੀ ਦਵਾਈ, ਉਹ ਉਹਨਾਂ ਦੀ ਫਿਨਿਸ਼ ਹੋ ਗਈ ਆ। ਹਾਂਜੀ, ਪਰ ਉਹ ਕਹਿੰਦੇ ਵੀ ਸਾਨੂੰ ਆਰਾਮ ਨਹੀਂ ਆਇਆ, ਹਨਾ। ਹਾਂਜੀ, ਮੇਰੇ ਮੁੰਡਾ ਵੀ ਵਿੱਚ ਨੋ ਹੈ। ਮੈਂ ਕਿਹਾ ਕੋਈ ਨਹੀਂ ਬਈ ਤੁਸੀਂ ਦਵਾਈ ਲੈ ਲਓ, 1 ਮਹੀਨਾ ਹੋਰ ਲੈ ਲਓ, ਫਿਰ ਠੀਕ ਹੋਊਗੀ, ਹਨਾ। ਹਾਂਜੀ, ਠੀਕ ਹੈ ਜੀ। ਤੇ ਫਿਰ ਉਹ ਹਲੇ ਉਹ ਤੁਹਾਡੇ ਐਡਵਰਟ ਸੀ। ਮੈਂ ਕਿਹਾ ਨਹੀਂ, ਮੈਂ ਕਿਹਾ ਮੈਂ ਕਹਿ ਦੂੰਗੀ ਭਾਜੀ ਨੂੰ ਵੀ ਦਵਾਈ ਭੇਜ ਦਿਓ, ਤੇ ਫਿਰ ਮੈਂ ਤੁਹਾਡੇ ਨਾਲ ਗੱਲ ਚੰਗੀ ਤਰ੍ਹਾਂ ਕਰ ਲੂੰਗੀ। ਫਿਰ ਤੁਸੀਂ ਅੱਜ ਤਾਂ ਫੋਨ ਚੱਕਣਾ ਨੀਗਾ। ਹਾਂਜੀ, ਅੱਜ ਤਾਂ ਇੱਥੇ ਬਿਜ਼ੀ ਆ ਜੀ। ਹਾਂਜੀ, ਤਾਂ ਫਿਰ ਮੈਂ ਕੱਲ ਸਵੇਰੇ ਫੋਨ ਕਰ ਲੂੰਗੀ। ਹਾਂਜੀ, ਫਿਰ ਮੈਂ ਸਾਰਾ ਕੁਝ ਦੱਸ ਦੂੰਗੀ ਆਪਣੇ ਬਾਰੇ ਵੀ, ਤੇ ਉਹ ਠੀਕ ਹੈ ਜੀ, ਕੁੜੀ ਜया ਬਾਰੇ ਵੀ, ਤੇ ਨਾਲੇ ਉਹ ਮੇਰੀ ਦੋਹਤੀ ਬਾਰੇ ਵੀ। ਠੀਕ ਹੈ ਜੀ, ਕੋਈ ਨਹੀਂ, ਕੱਲ ਫੋਨ। ਥੈਂਕ ਯੂ ਭਾਈ ਜੀ, ਤੁਹਾਡੇ ਕਾਲ ਕਰਨਾ ਤੁਹਾਨੂੰ ਆਪੇ ਪਤਾ ਲੱਗ ਗਿਆ। ਮੰਡੇ, ਵੈਨਸਡੇ, ਫਰਾਈਡੇ 10 ਤੋਂ 11 ਕਾਲ ਕਰਨਾ, ਨੰਬਰ ਤੁਹਾਡੇ ਕੋਲ ਹੋਣਾ ਕਿਉਂਕਿ ਤੁਸੀਂ ਇਲਾਜ ਕਰਾ ਰਹੇ ਹੋ। ਥੈਂਕ ਯੂ ਤੁਹਾਡੇ ਕਾਲ ਕਰਨ ਭੈਣ ਜੀ, ਬਹੁਤ ਮਿਹਰਬਾਨੀ। ਓਕੇ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਜੀ ਡਾਕਟਰ ਜੀ। ਹਾਂਜੀ, ਸੋ ਉਹ ਜਿਹੜਾ ਇਮੋਸ਼ਨ ਹੈ ਜੋ ਉਹ ਦਬਾਅ ਹੋ ਗਿਆ, ਸਪਰੈਸ ਹੋ ਗਿਆ, ਫਿਰ ਕਿੱਥੇ ਜਾਣਾ ਉਹਨੇ? ਹਾਂਜੀ, ਸੋ ਉਹ ਤੁਹਾਡੀ ਐਨਰਜੀ ਬਾਡੀ ਵਿੱਚ ਜਾਣਾ। ਹਾਂਜੀ, ਅਤੇ ਐਨਰਜੀ ਬਾਡੀ ਦਾ ਮੈਂ ਇੱਕ ਡਾਇਗਰਾਮ ਬਣਾਇਆ ਜੇ ਆਪਾਂ ਦੇਖ ਸਕੀਏ ਸਕਰੀਨ 'ਤੇ। ਅਤੇ ਇੱਕ ਐਨਰਜੀ ਬਾਡੀ ਜਿਹੜੀ ਆ ਇਹ ਤੁਹਾਡੇ
ਨਾਲ ਦੀ ਨਾਲ ਜਿੱਦਾਂ ਫਿਜ਼ੀਕਲ ਬਾਡੀ ਆ ਐਗਜ਼ੈਕਟ ਕਾਪੀ ਆ ਐਨਰਜੀ ਬਾਡੀ ਦੀ, ਹਾਂਜੀ। ਤੇ ਜਿੱਦਾਂ ਆਪਾਂ ਕਹਿ ਸਕਦੇ ਹਾਂ ਆ ਚੱਕਰਿਆਂ ਦੀ ਆ ਪਿਕਚਰ, ਜਿਹੜੇ ਚੱਕਰੇ ਹੁੰਦੇ ਆ ਐਨਰਜੀ ਸੈਂਟਰ, ਤੇ ਜਿੱਦਾਂ ਹੁਣ ਐਨਰਜੀ ਬਾਡੀ ਤੁਸੀਂ ਦੇਖਦੇ ਆ ਆਲੇ ਦੁਆਲੇ ਕਲਰ ਲਾਏ ਵਾ, ਤੇ ਐਕਚੁਅਲੀ ਇਹ ਇਦਾਂ ਹੁੰਦੀ ਵੀ ਜਿੱਦਾਂ ਤੁਹਾਡੇ ਕੋਟ ਦੇ ਅੰਦਰ ਲਾਈਨਿੰਗ ਨਹੀਂ ਲੱਗੀ ਹੋਈ, ਹਾਂਜੀ, ਇਸੇ ਤਰ੍ਹਾਂ ਤੁਹਾਡੀ ਐਨਰਜੀ ਬਾਡੀ ਜਿਹੜੀ ਆ ਉਹ ਵੀ ਤੁਹਾਡੇ ਫਿਜ਼ੀਕਲ ਬਾਡੀ ਦੇ ਨਾਲ ਜੁੜੀ ਹੋਈ ਆ, ਹਾਂਜੀ। ਸੋ ਇਹ ਨਾ ਸਮਝਣਾ ਪਈ ਜਿਹੜੀ ਫਿਜ਼ੀਕਲ ਬਾਡੀ ਆ ਇਹਦੇ ਅੰਦਰ ਆ ਜਿਹੜੀ ਐਨਰਜੀ ਬਾਡੀ ਸਮਾਂ ਕਿ ਜਿਹੜੀ ਫਿਜ਼ੀਕਲ ਬਾਡੀ ਉਹ ਐਨਰਜੀ ਬਾਡੀ ਦੇ ਅੰਦਰ ਆ, ਹਾਂਜੀ। You understand? ਸਮਝ ਗਿਆ That's right, yeah. So energy body exact copy ਹੈ, ਲਾਈਨਿੰਗ ਹੋ ਗਈ ਨਾ ਇੱਕ ਤਰ੍ਹਾਂ ਦੀ। That's right. So it's like a exact copy ਹੈ ਇਹਦੀ ਫਿਜ਼ੀਕਲ ਬਾਡੀ ਦੀ, ਹਾਂਜੀ। ਸਾਰੇ ਆਰਗਨ ਇਹਦੇ ਵਿੱਚ ਹੈਗੇ ਆ, ਤੇ ਜਿਹੜੇ ਮਹਾਪੁਰਸ਼ ਉਹਨਾਂ ਨੂੰ ਦੀਦੀ ਵੀ ਹੈ, ਕਲੈਰਵੋਇੰਸ ਹੁੰਦੀ ਜਿਹਨਾਂ ਨੂੰ, ਉਹਨਾਂ ਨੂੰ ਦੀਦੀ ਵੀ ਹੈ। That's right. They can see the aura, ਤੇ aura ਹੁੰਦੀ ਆ ਵੀ ਜਿੱਦਾਂ ਤੁਹਾਡੀ ਐਨਰਜੀ ਆ, ਜਿਹੜੇ ਲੋਕੀ ਨਾਮ ਜਪਦੇ ਆ ਜਾਂ ਮਹਾਪੁਰਸ਼ ਆ, ਉਹਨਾਂ ਦਾ aura ਜਿਹੜਾ ਐਨਰਜੀ ਬਾਡੀ ਬਹੁਤ ਵੱਧ ਜਾਂਦੀ ਆ, ਬਹੁਤ ਸਟਰੋਂਗ ਹੋ ਜਾਂਦੀ ਆ, ਹਾਂਜੀ। ਤੇ ਜਿਹੜੇ ਐਨਰਜੀ ਸੈਂਟਰ ਆ ਜਿਹਨਾਂ ਨੂੰ ਚੱਕਰੇ ਕਹਿੰਦੇ ਆ, ਉਹ ਐਕਚੁਅਲੀ ਹੈਗੇ ਜਿਹੜੇ ਲਿੰਕ ਆ, ਉਹ ਜਿੱਦਾਂ ਫਿਜ਼ੀਕਲ ਬਾਡੀ ਦੇ ਐਨਰਜੀ ਬਾਡੀ ਦੇ ਲਿੰਕ ਆ ਉੱਥੇ ਉਸ ਥਾਂ ਤੇ ਉਹ ਚੱਕਰੇ ਜਿਹੜੇ ਆ ਉੱਥੇ ਤੁਹਾਡੇ ਜਿਹੜੇ ਇਮੋਸ਼ਨਸ ਜਾ ਕੇ ਉੱਥੇ ਰੁਕ ਜਾਂਦੇ ਆ, ਹਾਂਜੀ। ਇਟਸ ਲਾਈਕ ਐਨਰਜੀ ਇੰਪ੍ਰਿੰਟ ਜਿੱਦਾਂ, ਹਾਂਜੀ, ਉੱਥੇ ਥੱਪਾ ਲੱਗ ਜਾਂਦਾ ਜਾ ਕੇ। ਤੇ ਜਿਹੜੀ ਹੋਮਿਓਪੈਥਿਕ ਦਵਾਈ ਆ ਉਹ ਬੀਇੰਗ ਐਨਰਜੀ ਮੈਡੀਸਨ, ਉਹਦੀ ਆਪਣੀ ਇੰਪ੍ਰਿੰਟ ਆ, ਹਾਂਜੀ। ਉਹ ਜਾ ਕੇ ਫਿਰ ਉੱਥੇ ਉਹ ਇਮੋਸ਼ਨਸ ਨੂੰ ਕੈਂਸਲ ਕਰਦੀ ਆ, ਹਾਂਜੀ। ਕਿਉਂਕਿ ਜਦੋਂ ਇਮੋਸ਼ਨਸ ਉੱਥੇ ਅੜ ਜਾਂਦੇ ਆ ਤੇ ਉਹ ਫਿਰ ਐਨਰਜੀ ਬਾਡੀ ਵਿੱਚ ਡਿਸਟਰਬੈਂਸ ਆ ਜਾਂਦੀ ਹੈ ਇੱਕ, ਹਾਂਜੀ, ਗੜਬੜ ਹੋ ਜਾਂਦੀ ਹੈ, ਤੇ ਫਿਰ ਜਿਹੜੀ ਐਨਰਜੀ ਆ ਉਹ ਸਹੀ ਨਹੀਂ ਚੱਲਦੀ ਬਾਡੀ ਦੇ ਵਿੱਚ, ਕਿਉਂਕਿ ਜਿਹੜੀ ਐਨਰਜੀ ਉਹ ਸਾਰੀ ਐਨਰਜੀ ਬਾਡੀ ਵਿੱਚ ਘੁੰਮ ਰਹੀ ਆ, ਹਾਂ, ਦਾ ਸਰਕੂਲੇਸ਼ਨ ਹੁੰਦੀ ਆ, ਉਹਦੀ ਇੱਕ ਫਰੀਕੁਐਂਸੀ ਵੀ ਆ। ਤੇ ਜੇ ਹੁਣ ਉਹ ਫਰੀਕੁਐਂਸੀ ਖਰਾਬ ਹੋ ਜਾਵੇ ਜਾਂ ਸਰਕੂਲੇਸ਼ਨ ਕਿਤੇ ਰੁਕ ਜਾਵੇ ਤਾਂ ਫਿਰ ਕਿਸੇ ਆਰਗਨ ਨੂੰ ਜ਼ਿਆਦਾ ਐਨਰਜੀ ਮਿਲਦੀ ਆ, ਕਿਸੇ ਆਰਗਨ ਨੂੰ ਘੱਟ ਐਨਰਜੀ ਮਿਲਦੀ ਆ, ਹਾਂਜੀ। ਸੋ ਜਿੱਥੇ ਘੱਟ ਐਨਰਜੀ ਮਿਲਦੀ ਆ ਉਹ ਡਿਪਲੀਸ਼ਨ ਹੋ ਜਾਂਦੀ ਆ, ਇਹਦਾ ਮਤਲਬ ਆਰਗਨ ਉਹ ਸਹੀ ਫੰਕਸ਼ਨ ਨਹੀਂ ਕਰਦਾ। ਜਿੱਦਾਂ ਭੈਣ ਜੀ ਨੇ ਕਿਹਾ ਕਿਡਨੀ ਦਾ ਫੰਕਸ਼ਨ ਘੱਟ ਗਿਆ, ਇਹਦਾ ਮਤਲਬ ਪੂਰੀ ਐਨਰਜੀ ਨਹੀਂ ਪਹੁੰਚਦੀ ਕਿਡਨੀ ਨੂੰ, ਠੀਕ ਹੈ, ਦੈਟਸ ਦ ਰੀਜ਼ਨ। ਤੇ ਕਈ ਓਵਰ ਐਕਟਿਵ ਹੋ ਜਾਂਦੇ, ਜਿੱਦਾਂ ਕਿਸੇ ਦਾ ਥਾਇਰੋਇਡ ਗਲੈਂਡ ਆ ਉਹ ਜ਼ਿਆਦਾ ਚੱਲਣ ਲੱਗ ਪੈਂਦਾ ਆ, ਇਹਦਾ ਮਤਲਬ ਉੱਥੇ ਜ਼ਿਆਦਾ ਐਨਰਜੀ ਜਾ ਰਹੀ ਆ, ਰਾਈਟ। ਸੋ ਇਹ ਚੀਜ਼ਾਂ ਕੈਂਸਲ ਕਰਨ ਲਈ ਹੋਮਿਓਪੈਥਿਕ ਦਵਾਈ ਉੱਥੇ ਕੰਮ ਕਰਦੀ ਆ, ਦੈਟਸ ਹਾਊ ਇਟ ਵਰਕਸ। ਪਰ ਜੋ ਤੁਹਾਨੂੰ ਪਤਾ ਇਲੈਕਟ੍ਰਿਕ ਸਰਕਟ ਹੁੰਦਾ, ਹਾਂ, ਉਹ ਸਰਕਟ ਨੂੰ ਕਨੈਕਸ਼ਨ ਕੀਤਾ ਹੁੰਦਾ ਨਾ ਇੱਕ ਦੂਜੇ ਦੇ ਦੂਜੇ। ਮੈਂ ਜਦੋਂ ਤੁਸੀਂ ਗੱਲਾਂ ਕਰਦੇ ਮੈਂ ਸਾਰਾ ਕੁਝ ਸੋਚ ਰਿਹਾ ਸੀਗਾ, ਉਹ ਜਦੋਂ ਉਹ ਕਈ ਦਫਾ ਸਰਕਟ ਲੂਜ਼ ਵੀ ਹੋ ਜਾਂਦਾ ਜਾਂ ਟੁੱਟ ਵੀ ਸਕਦਾ ਥੋੜਾ ਜਿਹਾ ਉਹ, ਤੇ ਉਹਨਾਂ ਜਿਹੜੇ ਕਾਰੀਗਰ ਉਹਨਾਂ ਨੂੰ ਪਤਾ ਹੁੰਦਾ ਕਿ ਕੀ ਹੋਇਆ ਕੀ ਨਹੀਂ ਹੋਇਆ। ਤੁਹਾਡਾ ਸੇਮ ਹਿਸਾਬ ਹੈਗਾ, ਉਹੀ ਚੀਜ਼ ਹੈ। ਇਹ ਸਾਰੀ ਐਨਰਜੀ ਦੇ ਕਨੈਕਸ਼ਨ ਹੈਗੇ ਨੇ, ਇੱਕ ਵਾਇਰ ਲੂਜ਼ ਹੋ ਗਈ, ਦੂਜਾ ਮੈਸੇਜ ਨਹੀਂ ਉੱਥੇ ਪਹੁੰਚਦਾ, ਜਾਂ ਉਹਨੂੰ ਪਾਵਰ ਜ਼ਿਆਦਾ ਚਲੇਗੀ ਤੇ ਉਹ ਜ਼ਿਆਦਾ ਐਕਸਟ੍ਰੀਮ ਤੇ ਚਲੇ ਗਏ, ਉਹੀ ਚੀਜ਼ ਹੈ, ਐਗਜ਼ੈਕਟਲੀ, ਦੈਟਸ ਰਾਈਟ। ਇਹ ਇੱਕ ਤਰ੍ਹਾਂ ਦਾ ਇਲੈਕਟ੍ਰਿਕ ਮੈਕੈਨਿਜ਼ਮ ਹੋ ਗਿਆ ਇਹਦੇ ਵਿੱਚ, ਹੈ, ਹਾਂਜੀ। ਜੇ ਸੋਚਿਆ ਜਾਵੇ ਹੈਗੀ ਇਲੈਕਟ੍ਰਿਸਿਟੀ ਆ, ਇਲੈਕਟ੍ਰਿਸਿਟੀ ਹੈ ਨਾ, ਰਾਈਟ, ਇਨ ਅ ਵੇ, ਕਿਉਂਕਿ ਠੀਕ ਹੈ ਇਹ ਐਨਰਜੀ ਮੈਜਰ ਕਰਨ ਲਈ ਹਲੇ ਇੰਸਟਰੂਮੈਂਟ ਕੋਈ ਨਹੀਂ ਬਣਿਆ ਹੈਗਾ, ਹਾਂਜੀ। ਪਰ ਹੈਗੇ ਆ ਕੋਈ ਇਨਸਾਨ ਜਿਹੜੇ ਮਹਾਪੁਰਸ਼ ਆ ਉਹ ਸੈਂਸ ਕਰ ਲੈਂਦੇ ਇੱਦਾਂ ਦੀਆਂ ਜਿਹੜੀ ਐਨਰਜੀ, ਉਹਨਾਂ ਨੂੰ ਪਤਾ ਆ ਕਿੱਦਾਂ ਸੈਂਸ ਕਰਨੀ ਆ, ਤੇ ਉਹ ਪਤਾ ਲੱਗ ਜਾਂਦਾ। ਐਕਚੁਅਲੀ ਇਹ ਐਬਿਲਿਟੀ ਹਰੇਕ 'ਚ ਹੈਗੀ ਆ, ਕਿ ਤੁਸੀਂ ਕਈ ਵਾਰੀ ਜਾਂਦੇ ਹੋ ਨਾ ਕਿਸੇ ਜਗ੍ਹਾ ਤੇ ਉੱਥੇ ਤੁਹਾਨੂੰ ਲੱਗਦਾ ਵੀ ਇਹ ਐਟਮੋਸਫੇਅਰ ਇੱਥੇ ਠੀਕ ਨਹੀਂ ਗਾ, ਕੁਛ ਹੋ ਕੇ ਹਟਿਆ, ਥੋੜੀ ਫੀਲਿੰਗ ਆ ਜਾਂਦੀ ਹੈ ਨਾ, ਕਰਕੇ ਉੱਥੇ ਕੋਈ ਨਾ ਕੋਈ ਝਗੜਾ ਹੋਇਆ ਹੁੰਦਾ ਆ ਤੇ ਉੱਥੇ ਬੈਡ ਐਨਰਜੀ ਹੁੰਦੀ ਆ, ਉਹ ਤੁਸੀਂ ਸੈਂਸ ਕਰ ਲੈਂਦੇ ਕਈ ਵਾਰੀ। ਸੋ ਇਦਾਂ ਦੀ ਫੀਲਿੰਗ ਹਰੇਕ ਵਿੱਚ ਇਹ ਐਬਿਲਿਟੀ ਹੈਗੀ ਆ, ਪਰ ਕਈਆਂ ਵਿੱਚ ਕੁਛ ਜ਼ਿਆਦਾ ਹੁੰਦੀ ਹੈ ਐਬਿਲਿਟੀ। ਭਾਜੀ ਇਹ ਤਾਂ ਤੁਹਾਨੂੰ ਗੱਲ ਦੱਸਾਂ, ਜਦੋਂ ਤੁਸੀਂ ਕਿਸੇ ਦੇ ਘਰ ਵੀ ਜਾਂਦੇ ਹੋ ਵਿਜ਼ਿਟ ਕਰਨ ਲਈ, ਤੇ ਤੁਸੀਂ ਅੰਦਰ ਵੜਦੇ ਹੋ ਨਾ, ਉਹਨਾਂ ਦੇ ਘਰ ਦਾ ਮਾਹੌਲ ਤੁਸੀਂ ਸੈਂਸ ਕਰ ਸਕਦੇ ਹੋ ਇਮੀਡੀਏਟਲੀ। ਪਹਿਲੇ ਤਾਂ ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਦੇਖ ਕੇ ਖੁਸ਼ ਹੋਏ ਕਿ ਨਹੀਂ ਹੋਏ, ਦੈਟਸ ਰਾਈਟ, ਸ਼ਕਲ ਤੋਂ ਵੀ ਪਤਾ ਲੱਗ ਜਾਂਦਾ ਹੈ, ਸ਼ਕਲਾਂ ਤੋਂ ਪਤਾ ਲੱਗ ਜਾਂਦਾ। ਅੰਦਰ ਜਾਂਦੇ ਤੁਸੀਂ ਇੱਕ ਹੁੰਦਾ ਵੀ ਕੰਫਰਟੇਬਲ ਜਿਹਾ ਫੀਲਿੰਗ ਆਉਂਦਾ, ਰਿਲੈਕਸ ਜਿਹਾ ਫੀਲਿੰਗ ਆਉਂਦਾ ਹੈ ਨਾ। ਕਈਆਂ ਦੇ ਜਾਂਦੇ ਟੈਂਸ ਬੜਾ ਹੁੰਦਾ, ਟੈਂਸ ਹੁੰਦਾ, ਹਾਂਜੀ। ਇਹੀ ਆ ਵੀ ਉਹਨਾਂ ਦੇ ਘਰ ਵਿੱਚ ਟੈਨਸ਼ਨ ਹੁੰਦਾ ਆ, ਉਹ ਤੁਹਾਨੂੰ ਸੈਂਸ ਹੋ ਜਾਂਦਾ ਟੈਨਸ਼ਨ, ਹਾਂਜੀ। ਲੇਕਿਨ ਇੱਕ ਬੜੀ ਕਮਾਲ ਦੀ ਗੱਲ ਹੈਗੀ ਹੈ, ਬੜਾ ਇਨਸਾਨ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਬੜਾ ਕਲੈਵਰ ਹੈ, ਕਿ ਦੂਜੇ ਸਾਹਮਣੇ ਵਾਲੇ ਨੂੰ ਨਹੀਂ ਪਤਾ ਲੱਗਦਾ। ਭਾਜੀ ਪਤਾ ਸਾਰਿਆਂ ਨੂੰ ਲੱਗ ਜਾਂਦਾ, ਬੰਦੇ ਦੀ ਸ਼ਰਾਫਤ ਹੁੰਦੀ ਜਿਹੜੀ ਉਹ ਬੇਵਕੂਫ ਨਹੀਂ ਹੁੰਦਾ, ਉਹਨੇ ਸ਼ਰਾਫਤ ਆਪਣੀ ਦਿਖਾਈ ਹੈ ਤੇ ਬੇਵਕੂਫ ਨਹੀਂ ਹੈਗਾ, ਸਮਝ ਪੈ ਜਾਂਦੇ ਸਾਰਿਆਂ ਨੂੰ ਗੱਲਾਂ ਦਾ, ਸਮਝ ਪੈ ਜਾਂਦਾ ਹੈ। ਸੋ ਦਿਸ ਆਰ ਦੀ ਇੰਟਰਸਟਿੰਗ ਥਿੰਗਸ। ਤੇ ਹੋਮਿਓਪੈਥਿਕ ਦਵਾਈ ਦੇਖੋ ਇਸੇ ਕਰਕੇ ਕਾਮਯਾਬ ਹੁੰਦੀ ਹੈ ਕਿਉਂਕਿ ਜ਼ਿਆਦਾ ਅਸੀਂ ਇਮੋਸ਼ਨਸ ਤੇ ਦੇਈਦੀ ਆ। ਜਿੱਦਾਂ ਹੁਣ ਮੈਂ ਦੱਸਿਆ ਵੀ ਕਿਸੇ ਨੂੰ ਗਰੀਫ ਹੋਇਆ, ਗਮ ਹੋਇਆ ਨਾ, ਤੇ ਉੱਥੋਂ ਬਿਮਾਰੀ ਉਹਨਾਂ ਸ਼ੁਰੂ ਹੋ ਗਈ, ਤੇ ਫਿਰ ਅਸੀਂ ਉਹ ਸਿਲੈਕਟ ਉਸੇ ਪ੍ਰੋਬਲਮ ਤੋਂ ਸ਼ੁਰੂ ਕਰਨੀ ਹੈ ਦਵਾਈ, ਜਿਹੜੀ ਗਰੀਫ ਲਈ ਦਵਾਈ ਦੇਣੀ ਅਸੀਂ, ਹਾਂਜੀ। ਉਹਦੀ ਬਿਮਾਰੀ ਲਈ ਨਹੀਂ ਦੇਣੀ ਹੈਗੀ,
ਜਿੱਦਾਂ ਕਹਿੰਦਾ ਵੀ ਮੇਰਾ ਗੋਡਾ ਦੁਖਦਾ ਆ ਹਨਾ, ਗੋਡੇ ਲਈ ਨਹੀਂ ਦੇਣੀ ਹੈਗੀ, ਅਸੀਂ ਗਰੀਫ ਲਈ ਦੇਣੀ ਹੈ, ਕਿਉਂਕਿ ਸਾਨੂੰ ਪਤਾ ਲੱਗ ਗਿਆ ਵੀ ਉਹ ਗਰੀਫ ਤੋਂ ਸ਼ੁਰੂ ਹੋਈ ਬਿਮਾਰੀ। ਗਰੀਫ ਤੋਂ ਸ਼ੁਰੂ ਦੈਟਸ ਰਾਈਟ। ਉਹ ਗਰੀਫ ਦਾ ਇੰਪ੍ਰਿੰਟ Very ਜਿਹੜਾ interesting, very ਉਹ ਗੋਡੇ ਵਿੱਚ ਜਾ ਕੇ ਰੁਕਿਆ ਆ, ਗਰੀਫ ਦਾ ਇੰਪ੍ਰਿੰਟ ਜਿਹੜਾ ਐਨਰਜੀ ਆ। ਹਾਂਜੀ, ਸੋ ਗਰੀਫ ਦੀ ਐਨਰਜੀ ਨੂੰ ਐਂਟੀਡੋਟ ਕਰਨ ਲਈ ਅਸੀਂ ਇੱਕ ਸਪੈਸ਼ਲ ਦਵਾਈ ਸਿਲੈਕਟ ਕਰਨੀ ਜਿਹੜੀ ਗਰੀਫ ਤੇ ਕੰਮ ਕਰਦੀ ਆ। ਪਸ਼ੂ ਜੇ ਮੈਂ ਵਾਪਸ ਜਾਵਾਂ, ਆਪਾਂ ਜਿਹੜੀ ਆਪਾਂ ਹੈਡੇਕ ਦੀ ਗੱਲ ਕਰਦੇ ਸੀ, ਟੈਨਸ਼ਨ ਹੁੰਦੀ ਹੈ, ਦੈਟਸ ਰਾਈਟ, ਹੈ ਟਾਈਟ ਹੋ ਜਾਂਦਾ, ਹਾਂਜੀ, ਹਾਂਜੀ। ਉਹ ਸਿਰ ਦੇ ਨਹੀਂ ਦੇਣੀ, ਤੁਸੀਂ ਜਿਹੜੀ ਉਹਨੂੰ ਟੈਨਸ਼ਨ ਦਿੱਤੀ ਹੈ ਉਹਨੂੰ ਤੁਸੀਂ ਕੰਟਰੋਲ ਬਿਲਕੁਲ ਬਿਲਕੁਲ ਦੈਟਸ ਰਾਈਟ। ਸੋ ਹੋ ਸਕਦਾ ਵੀ ਉਹ ਆਪਣੇ ਕਿਸੇ ਬੇਟੇ ਬਾਰੇ ਜਾਂ ਬੇਟੀ ਬਾਰੇ ਬਹੁਤ ਫਿਕਰ ਕਰਦੇ ਆ। ਹਾਂਜੀ, ਕੋਈ ਇਦਾਂ ਦੀ ਪ੍ਰੋਬਲਮ ਬਹੁਤ ਕਾਮਨ ਆ ਘਰਾਂ 'ਚ, ਉਹ ਫਿਕਰ ਦੇ ਨਾਲ ਉਹਨਾਂ ਦਾ ਟੈਨਸ਼ਨ ਰਹਿੰਦਾ ਆ, ਸੋ ਉਹ ਟੈਨਸ਼ਨ ਹੈਡੇਕ ਹੋਣ ਲੱਗ ਪੈਂਦਾ। ਸੋ ਅਸੀਂ ਜੇ ਪੇਨ ਕਿਲਰ ਦਈਏ, ਉਹ ਤਾਂ 3-4 ਘੰਟੇ ਪੇਨ ਕਿਲਰ ਨੇ ਕੰਮ ਕਰਨਾ ਹੈ, ਪਰ ਉਹ ਮੁੜ ਕੇ ਫੇਰ ਆ ਜਾਣਾ ਉਹੀ ਪੇਨ। ਹਾਂਜੀ, ਸੋ ਅਸੀਂ ਦੇਣਾ ਆ ਵੀ ਉਹਨਾਂ ਦੇ ਮਨ ਵਿੱਚ ਹੈਗਾ ਆ ਆਪਣੇ ਧੀ ਜਾਂ ਪੁੱਤ ਬਾਰੇ ਫਿਕਰ, ਉਹ ਫਿਕਰ ਲਈ ਦਵਾਈ ਦੇਣੀ ਅਸੀਂ। ਹਾਂਜੀ, ਤੇ ਉਹਨਾਂ ਦਾ ਫਿਕਰ ਜਿਹੜਾ ਘਟ ਜਾਏਗਾ, ਇਟ ਵੋਂਟ ਗੋ ਅਵੇ ਕਰਕੇ, ਉਹ ਤਾਂ ਚਲੋ ਕੁਦਰਤੀ ਚੀਜ਼ ਆ। ਆਪਾਂ ਧੀਆਂ ਪੁੱਤਾਂ ਬਾਰੇ ਫਿਕਰ ਹੁਣ ਥੋੜਾ ਬਹੁਤਾ ਤਾਂ ਕੇਅਰ ਤਾਂ ਹੁੰਦਾ ਹੀ ਹੈ ਨੈਚੁਰਲੀ, ਪਰ ਉਹ ਇੱਦਾਂ ਲਿਮਿਟ ਵਿੱਚ ਆ ਜਾਏਗਾ ਜਿੱਥੇ ਤੁਹਾਡੀ ਸਿਹਤ ਨਾ ਖਰਾਬ ਹੋਊਗੀ, ਕੰਟਰੋਲ ਕਰ ਲੈਂਦਾ, ਕੰਟਰੋਲ ਹੋ ਜਾਊਗਾ। ਦੈਟਸ ਰਾਈਟ, ਇਟ ਵਿਲ ਕਮ ਵਿਦਿਨ ਲਿਮਿਟਸ। ਡਾਕਟਰ ਜੀ ਹੁਣ ਕਹਿੰਦੇ ਕਿ ਹੱਸਣਾ ਬੜਾ ਅੱਛਾ ਹੈ ਸਿਹਤ ਲਈ, ਕਿ ਤੁਸੀਂ ਹੱਸਿਆ ਕਰੋ, ਏਦਾਂ ਕਰਿਆ ਕਰੋ। ਅਗਰ ਤੁਸੀਂ ਜਾਣ ਬੁੱਝ ਕੇ ਹੱਸਦੇ ਹੋ, ਆਰਟੀਫੀਸ਼ੀਅਲ ਹਾਸਾ, ਪਰ ਉਹ ਬੋਡੀ ਨੂੰ ਤਾਂ ਪਤਾ ਕਿ ਤੁਸੀਂ ਖੁਸ਼ ਨਹੀਂ ਹੈਗੇ, ਬੋਡੀ ਤੇ ਹੁਣ ਬੇਵਕੂਫ ਨਹੀਂ ਨਾ ਹੈਗੀ, ਤੁਸੀਂ ਉਹਦੇ ਹਾਂ ਕਰਕੇ ਲੋਕੀ ਕਹਿੰਦੇ ਕਿ ਤੁਸੀਂ ਰੋਜ਼ ਹੀ ਨਾ ਉੱਚੀ ਹੱਸਿਆ ਕਰੋ, ਅੰਦਰ ਤਾਂ ਤੁਸੀਂ ਦੁਖੀ ਹੋ, ਤੁਹਾਨੂੰ ਟੈਨਸ਼ਨ ਹੈਗੀ ਹੈ, 5 ਮਿੰਟ ਤੁਸੀਂ ਹੱਸ ਪਏ ਤੇ ਉਹ ਤੇ ਫਰਕ ਨਹੀਂ ਪਏਗਾ। ਉਹ ਤਾਂ ਨਹੀਂ ਪਏਗਾ, ਪਰ ਇਦਾਂ ਹੈ ਵੀ ਲਾਫਟਰ ਜਿਹੜਾ ਕਹਿੰਦੇ ਇਜ਼ ਇਨਫੈਕਸ਼ੀਅਸ ਹਨਾ, ਜੇ ਤੁਸੀਂ ਕਿਸੇ ਹੱਸਦੇ ਨੂੰ ਦੇਖ ਲਓਗੇ ਤੁਹਾਡਾ ਵੀ ਦਿਲ ਕਰਦਾ ਹੱਸਣ ਨੂੰ। ਸੋ ਜਿਹੜਾ ਆਰਟੀਫੀਸ਼ੀਅਲ ਲਾਫਟਰ ਹੈ ਉਹ ਕੁਝ ਹੋ ਰਿਹਾ, ਤੇ ਉਹ ਤਾਂ ਤੁਹਾਨੂੰ ਪਤਾ ਲੱਗ ਜਾਂਦਾ, ਹੋਰ ਕਿਸੇ ਖੜਾ ਉਹ ਦੇਖ ਲੈਂਦਾ ਪਏ ਤਾਂ ਉਹ ਤਿਉਂ ਹੱਸਦਾ, ਤੇ ਪਰ ਜਿਹੜਾ ਅੰਦਰੋਂ ਹਾਸਾ ਆਉਣਾ ਹੈ ਨਾ, ਤੇ ਤੁਸੀਂ ਕਦੇ ਦੇਖੋ ਵੀ ਮੋਰੇ ਤੁਹਾਨੂੰ ਕੋਈ ਸਮਾਈਲ ਦਿੰਦਾ ਨਾ, ਤੁਸੀਂ ਵੀ ਆਟੋਮੈਟਿਕਲੀ ਉਹਨੂੰ ਵਾਪਸ ਸਮਾਈਲ ਦੇਵੋਗੇ। ਹਾਂਜੀ, ਸੋ ਥੋੜਾ ਜਿਹਾ ਫੀਲਿੰਗ ਆਉਂਦਾ ਹੈ। ਸੋ ਤੁਹਾਡੇ ਕੋਲ ਕੋਈ ਹੱਸਦਾ ਆ, ਤੁਹਾਨੂੰ ਵੀ ਥੋੜਾ ਜਿਹਾ ਹਾਸਾ ਅੰਦਰੋਂ ਆਏਗਾ। ਨਹੀਂ, ਪਰ ਉੱਥੇ ਦੋ ਗੱਲਾਂ ਜੁੱਤੀਆਂ ਖਾਣ ਵਾਲੀ ਗੱਲ ਹੋ ਜਾਂਦੀ ਹੈ, ਜਾਂ ਤਾਂ ਕਹਿੰਦਾ ਤੂੰ ਮੇਰੇ ਤੇ ਹੱਸਦਾ ਕਿ ਤੂੰ ਮੇਰੇ ਨਾਲ ਹੱਸਦਾ ਹੈ, ਇਹ ਵੀ ਫਰਕ ਪੈ ਜਾਂਦਾ ਨਾ। ਜਦੋਂ ਤੁਸੀਂ ਹੱਸਣਾ, ਮੇਕ ਸ਼ੋਰ ਤੁਸੀਂ ਉਹਦੇ ਨਾਲ ਹੱਸਣਾ, ਨਾ ਕਿ ਤੁਸੀਂ ਉਹਦੇ ਉੱਪਰ ਹੱਸਣਾ। ਹਾਂਜੀ, ਉਹਦੇ ਤੇ ਤੁਸੀਂ ਇਨਸਲਟ ਕਰ ਰਹੇ ਹੋ, ਉਹਨੂੰ ਬਿਮਾਰ ਕਰ ਰਹੇ, ਤੁਸੀਂ ਤਾਂ ਇਨਸਲਟ ਕਰਕੇ ਉਹਨੇ ਕਹਿਣਾ ਮੇਰੀ ਇਨਸਲਟ ਕੀਤੀ ਹੈ, ਇਨਸਲਟ ਦਾ ਫੀਲਿੰਗ ਅੰਦਰ ਚੱਲ ਗਿਆ, ਬਿਮਾਰੀ ਸ਼ੁਰੂ ਹੋ ਗਈ, ਹੋ ਗਿਆ ਨਾ ਕਿ ਇਹਨੇ ਮੇਰਾ ਮਖੌਲ ਉਠਾਇਆ ਇਹਨੇ। ਜੀ ਇਦਾਂ ਦੇ ਕੇਸ ਆਏ ਆ, ਉਹ ਕਹਿੰਦੇ ਮੇਰੇ ਕਿਨੇ ਘਰ ਵਾਲੀ ਕਹਿੰਦੇ ਮੇਰੇ ਹਸਬੈਂਡ ਨੇ ਮੇਰਾ ਇਨਸਲਟ ਕੀਤਾ, ਹਾਂਜੀ, ਜਾਂ ਘਰ ਵਾਲਾ ਕਹਿੰਦਾ ਮੇਰੀ ਘਰ ਵਾਲੀ ਨੇ ਇਨਸਲਟ ਕੀਤਾ ਮੇਰਾ, ਤੇ ਉਹ ਤੋਂ ਮੈਂ ਬਹੁਤ ਅਪਸੈਟ ਰਹਿਣਾ, ਤੇ ਉਹ ਉੱਥੋਂ ਬਿਮਾਰੀ ਸ਼ੁਰੂ ਹੋ ਗਈ ਕੋਈ ਨਾ ਕੋਈ। ਹਾਂਜੀ, ਆ ਬਲੱਡ ਪ੍ਰੈਸ਼ਰ ਦੀਆਂ ਬਿਮਾਰੀਆਂ ਇੱਦਾਂ ਸ਼ੁਰੂ ਹੁੰਦੀਆਂ, ਉਹ ਮਨ ਵਿੱਚ ਬਹਿ ਜਾਂਦੀ ਕੋਈ ਗੱਲ, ਤੇ ਉਹ ਸਟ੍ਰੈਸ ਦੇ ਨਾਲ ਬਲੱਡ ਪ੍ਰੈਸ਼ਰ ਅਪ ਹੋ ਜਾਂਦਾ। ਸੋ ਇੱਦਾਂ ਦੀਆਂ ਚੀਜ਼ਾਂ ਬਹੁਤ ਹੀ ਇੰਪੋਰਟੈਂਟ ਆ ਭਾਜੀ, ਵੈਰੀ ਵੈਰੀ ਇੰਪੋਰਟੈਂਟ, ਤੇ ਬਹੁਤ ਜ਼ਿਆਦਾ ਆਪਣੇ ਐਟੀਟਿਊਡ ਵਗੈਰਾ, ਬਿਹੇਵੀਅਰ ਵਗੈਰਾ। ਭਾਜੀ ਥੈਂਕ ਯੂ ਸੋ ਮਚ, ਤੁਹਾਡਾ ਬਹੁਤ ਮਿਹਰਬਾਨੀ, ਥੈਂਕ ਯੂ ਤੁਸੀਂ। ਹਾਂਜੀ ਭਾਜੀ, ਟਾਈਮ ਖਤਮ ਹੋ ਗਿਆ, ਗਲਤ ਪਤਾ ਨਹੀਂ ਲੱਗਦਾ। ਪਲੀਜ਼ ਆਪਣਾ ਪ੍ਰੋਗਰਾਮ ਦੇਖਿਆ ਕਰੋ ਹਮੇਸ਼ਾ ਆਪਣੀ ਟਿਊਜ਼ਡੇ 11 ਤੋਂ 12, ਫੀਡਬੈਕ ਦਿਆ ਕਰੋ, ਬਿਮਾਰੀਆਂ ਬਾਰੇ ਗੱਲ ਕਰੋ, ਪ੍ਰੋਗਰਾਮ ਜ਼ਰੂਰ ਦੇਖਿਆ ਕਰੋ। ਆਪਣੀ ਤੰਦਰੁਸਤੀ ਰਹੋ। ਨੈਕਸਟ ਵੀਕ ਰੱਬ ਦੀ ਜ਼ਿੰਦਗੀ ਦੇਗਾ, ਫਿਰ ਮੁਲਾਕਾਤ ਕਰਾਂਗੇ। ਫਤਿਹ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।